ਹੁਣੇ ਹੁਣੇ ਗੀਤ ਵਾਰਸ ਨਲਵੇ ਦਾ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ ਜਿਹੜਾ ਪੇਸ਼ ਕੀਤਾ। ਨੈਚੁਰਲੀ ਹਰੀ ਸਿੰਘ ਨਲਵਾ ਜਿਹੜਾ ਆਪਾਂ ਜੇ ਇਤਿਹਾਸ ਪੜ੍ਹਦੇ ਹਾਂ ਤੇ ਜਮਰੌਦ ਦਾ ਜਿਹੜਾ ਕਿਲ੍ਹਾ ਜਿੱਥੇ ਅਖੀਰਲੇ ਸਾਲ ਹੈ ਇਸ ਯੁੱਧ ਨੇ ਉਹ ਵੀ ਨੈਚੁਰਲੀ ਦੇਖਣ ਵਾਲਾ ਤੇ ਚਿੱਟੇ ਰੰਗ ਦੇ ਵਿੱਚ ਇਹਨਾਂ ਦੀ ਸਮਾਧ ਹੈ। ਕਿਲ੍ਹਾ ਜਿਹੜਾ ਪਹਾੜੀ ਦੇ ਉੱਤੇ ਤੁਹਾਨੂੰ ਦਿਖਦਾ ਹੈ ਤੇ ਬਿਲਕੁਲ ਉਸਦੇ ਥੱਲੇ ਜੇ ਤੁਸੀਂ ਖੁਦ ਵਿਜ਼ਿਟ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਖਾਈਬਰ ਦਾ ਜਿਹੜਾ ਪਾਸ ਹੈ ਉਸਦਾ ਦਰਵਾਜ਼ਾ ਬਿਲਕੁਲ ਸਾਹਮਣੇ ਨਜ਼ਰ ਆਉਂਦਾ ਹੈ। ਤੇ ਇਸ ਸਾਰੇ ਦ੍ਰਿਸ਼ ਨੂੰ ਮਾਣ ਚੁੱਕੇ ਸਾਡੇ ਨਾਲ ਰੇਡੀਓ ਸਪਾਈਸ ਦੇ ਉੱਤੇ ਜਿਹੜੇ ਲਾਈਵ ਹੋ ਚੁੱਕੇ ਨੇ ਡਾਕਟਰ ਦਲਵੀਰ ਪੰਨੂ। ਅਸੀਂ ਉਹਨਾਂ ਦਾ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਇਸਤਕਬਾਲ ਕਰਦੇ ਹਾਂ। ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਹਾਰਡ ਕਵਰ ਦੀ ਇਹ ਜਿਹੜੀ ਕਿਤਾਬ ਹੈ ਬਹੁਤ ਹੀ ਮਿਹਨਤ ਦੇ ਨਾਲ ਪੰਨੂ ਸਾਹਿਬ ਹੋਣਾ ਨੇ ਜਿਹੜੀ ਕੰਪਾਈਲ ਕੀਤੀ। ਜਨਵਰੀ 1 ਪਿਛਲੇ ਜਿਹੜੇ ਸਾਲ ਇਹਨਾਂ ਨੇ 2 ਸਾਲ ਪਹਿਲੋਂ ਇਸ ਦੀ ਜਿਹੜੀ ਚਰਚਾ ਸ਼ੁਰੂ ਹੋ ਗਈ ਸੀ 2019 ਦੇ ਵਿੱਚ ਹੋਈ ਰਿਲੀਜ਼ ਇਹ ਜਿਹੜੀ ਕਿਤਾਬ ਮੈਂ ਕਹਾਂਗਾ ਕਾਫੀ ਟੇਬਲ ਕਿਤਾਬ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਨਿਊਜ਼ੀਲੈਂਡ ਦੇ ਵਿੱਚ ਵੀ ਇਹ ਕਿਤਾਬ ਉਪਲਬਧ ਹੈ। ਇਸ ਦੇ ਵਿੱਚ ਹਿਸਟਰੀ ਖਾਸ ਕਰਕੇ ਜਿਹੜੀ ਹੈ ਆਥਰ ਸਾਹਿਬਾਨ ਦੇ ਖੁਦ ਦੇ ਪਰਿਵਾਰ ਜਿਹੜੇ ਨੇ ਉਹ ਵਹੀਰਾਂ ਕਾ ਜਿਹੜੇ ਜਦੋਂ ਵੰਡ ਹੋਈ ਆ 1947 ਦੀ ਤੇ ਉਸ ਵੇਲੇ ਫਿਰ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਆਏ ਤੇ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਹੈਰੀਟੇਜ ਸਾਈਟਸ ਜਿਹੜੀਆਂ ਨੇ ਜਨਮ ਸਾਖੀਆਂ ਜਿਹੜੀਆਂ ਫਿਰ ਨਾਲ ਦੇ ਨਾਲ ਜਿਹੜੀ ਹੁਣ ਤੱਕ ਦੀਆਂ ਉੱਥੇ ਲਿਖਤਾਂ ਨੇ ਉਹਨਾਂ ਦੇ ਬਾਰੇ ਵੀ ਇਹ ਰੇਡੀਓ ਸਪਾਈਸ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਇੰਟਰਵਿਊ ਜਿਹੜੀ ਖੁੱਲ੍ਹ ਕੇ ਕੀਤੀ ਸੀ ਸਾਡੇ ਨਾਲ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਹੋ ਚੁੱਕੇ ਨੇ ਤੇ ਤੁਸੀਂ ਵੀ ਸਾਨੂੰ ਆ ਕੇ ਜੁਆਇਨ ਕਰ ਸਕਦੇ ਹੋ। ਲਓ ਉਹਨਾਂ ਦਾ ਇਸਤਕਬਾਲ ਕਰਦੇ ਹਾਂ ਤੇ ਸਭ ਤੋਂ ਪਹਿਲੋਂ ਪੰਨੂ ਸਾਹਿਬ ਹੁਣਾਂ ਨੂੰ ਰੇਡੀਓ ਸਪਾਈਸ ਦੇ ਉੱਤੇ ਜੀ ਆਇਆਂ ਨੂੰ। ਅਸਾਂ ਰੇਡੀਓ ਸਪਾਈਸ ਦੇ ਉੱਤੇ ਹੈਲੋ ਸਤਿ ਸ੍ਰੀ ਅਕਾਲ ਜੀ। ਨਵਤੇਜ ਰੰਧਾਵਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਰੇਡੀਓ ਸਪਾਈਸ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਲਈ ਬੜੇ ਮਾਣ ਦੀ ਗੱਲ ਹੈ ਕਿ ਇੱਕ ਵਾਰੀ ਫਿਰ ਮੈਨੂੰ ਤੁਹਾਡੇ ਸਾਰੇ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ ਅੱਜ। ਵੀਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਆਪਣੀ ਆਵਾਜ਼ ਠੀਕ ਕਰਨਾ ਪਲੀਜ਼। ਮੈਨੂੰ ਯਾਦ ਹੈ ਜਦੋਂ ਤੁਹਾਡੇ ਇਹ ਕਿਤਾਬ ਛਪੀ ਮੈਂ ਪੜ੍ਹ ਰਿਹਾ ਸੀ ਪਹਿਲੇ 1-2 ਪੰਨੇ ਜਿਹੜੇ ਨੇ ਉਹ ਤੁਹਾਡੇ ਲੂੰ ਕੰਡੇ ਖੜੇ ਕਰਦੇ ਨੇ ਮੇਰੇ ਦਿਮਾਗ 'ਚ ਹਜੇ ਵੀ ਉਹ ਬੜਾ ਕਲੀਅਰਲੀ ਉਕਰਿਆ ਆ ਜਾਂਦਾ ਜਿੱਥੇ ਕਿ ਭਾਈ ਸਾਹਿਬਾਨ ਜਿਹੜੇ ਗੁਰਦੁਆਰਾ ਸਾਹਿਬ ਦੇ ਸੀ ਉਹਨਾਂ ਨੇ ਆਖਰੀ ਵਾਕ ਜਿਹੜਾ ਲਿਆ ਤੇ ਕਿਹਾ ਕਿ ਹੁਣ ਸ਼ਾਇਦ ਇਸ ਦੇ ਬਾਅਦ ਕਦੀ ਵੀ ਇੱਥੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਚਾਰਨ ਆ ਇਸ ਸਪੀਕਰ ਰਾਹੀਂ ਜਾਂ ਪਿੰਡ ਰਾਹੀਂ ਨਹੀਂ ਹੁਣ ਇਸ ਤਰ੍ਹਾਂ ਦੀਆਂ ਬੜੀਆਂ ਜਿਹੜੀਆਂ ਤੁਸੀਂ ਕਹਿ ਲਓ ਕਿ ਰੂਹ ਨੂੰ ਟੁੰਬਣ ਵਾਲੀਆਂ ਐਗਜ਼ਾਮਪਲਸ ਉਸ ਕਿਤਾਬ ਦੇ ਵਿੱਚ ਦਿੱਤੀਆਂ। ਇਮੋਸ਼ਨਲ ਜਰਨੀ ਆ ਤੁਸੀਂ ਪੜ੍ਹਦੇ ਉਹ ਜਿਹੜਾ ਸਫ਼ਰ ਪੰਜਾਬ ਵੱਲ ਨੂੰ ਆਉਂਦਾ ਉਸ ਦੇ ਨਾਲ ਹੋਰ ਵੀ ਜ਼ਿਆਦਾ ਰੌਚਕਤਾ ਵੱਧ ਜਾਂਦੀ ਹੈ। ਜਿਹੜਾ ਨੇ ਹਜੇ ਤੱਕ ਕਿਤਾਬ ਜਿਹੜੇ ਨਹੀਂ ਜਾਣਦੇ ਕਿਤਾਬ ਦੇ ਬਾਰੇ ਤੁਸੀਂ ਥੋੜਾ ਸੰਖੇਪ ਦੇ ਵਿੱਚ ਇੱਕ ਵਾਰੀ ਫੇਰ ਮਾਫ਼ ਕਰਨਾ ਦੁਹਰਾਉਣਾ ਚਾਹੋਗੇ ਕਿ ਇਹ ਕਿਤਾਬ ਦੇ ਵਿੱਚ ਤੁਸੀਂ ਕੀ ਕਲਮਬੰਦ ਕੀਤਾ ਜਿਹੜਾ ਕਿ ਇੱਕ ਹਿਸਟੋਰਿਕ ਦਸਤਾਵੇਜ਼ ਮੈਂ ਕਹੂੰਗਾ ਬਣ ਕੇ ਜਿਹੜਾ ਇਹ ਸਾਰਿਆਂ ਜਿਹੜੀ ਬੁੱਧੀਜੀਵੀ ਨੇ ਉਹਨਾਂ ਦੇ ਜਿਹੜੇ ਲਿਵਿੰਗ ਰੂਮਸ ਨੇ ਉਹਨਾਂ ਦਾ ਹਿੱਸਾ ਬਣਿਆ। ਸੋ ਥੋੜਾ ਕਿਤਾਬ ਦੇ ਬਾਰੇ ਆਪਾਂ ਸ਼ੁਰੂਆਤ ਕਰਨਾ ਚਾਹਾਂਗੇ ਜਿਹੜੇ ਪਹਿਲੀ ਵਾਰ ਤੁਹਾਡੇ ਨਾਲ ਤੁਹਾਡੇ ਕੀਤੇ ਹੋਏ ਵਰਕ ਦੇ ਨਾਲ ਜੁੜ ਰਹੇ ਨੇ। ਜੀ ਥੈਂਕ ਯੂ ਰੰਧਾਵਾ ਸਾਹਿਬ। ਮੈਂ ਮੇਰੇ ਕੋਲ ਐਕਚੁਅਲੀ ਕੁਦਰਤੀ ਕਿਤਾਬ ਪਈ ਹੈ। ਸੋ ਪਹਿਲਾਂ ਤਾਂ ਮੈਂ ਬੁੱਕ ਦਿਖਾ ਦੇਣਾ ਹੈ। ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਨਾਮ ਦੀ ਕਿਤਾਬ ਹੈਗੀ ਹੈ ਇਹ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਇਹ ਕਿਤਾਬ ਕਾਫੀ ਵੱਡੇ ਸਾਈਜ਼ ਦੀ ਹੈ, ਵੱਡੇ ਵੋਲੀਅਮ ਦੀ ਕਿਤਾਬ ਹੈ। ਇਹਦੇ ਵਿੱਚ ਆਪਾਂ ਪਾਕਿਸਤਾਨ ਦੇ ਵਿੱਚ ਜਿਹੜੇ ਅਲੱਗ-ਅਲੱਗ ਗੁਰਧਾਮ ਵਿਛੜੇ ਹੋਏ ਗੁਰਧਾਮ ਨੇ ਜਿੱਥੇ ਆਪਾਂ ਕਈ ਵਾਰੀ ਪਹੁੰਚ ਨਹੀਂ ਕਰ ਸਕਦੇ ਉਹਨਾਂ ਦੀ ਜਿਹੜੀ ਹੈਗੀ ਆ ਪੂਰੀ ਹਿਸਟਰੀ ਦਿੱਤੀ ਹੈ। ਉਹਦਾ ਜਿਹੜਾ ਪੂਰਾ ਡਿਟੇਲ ਦੇ ਵਿੱਚ ਉਹਦਾ ਜਿਹੜਾ ਇਤਿਹਾਸ ਹੈ ਉਹ ਦਿੱਤਾ ਹੈ ਤੇ ਨਾਲ ਉੱਥੇ ਇਸ ਵੇਲੇ ਕੀ ਹੈਗਾ ਉਸ ਜਗ੍ਹਾ ਦੇ ਉੱਤੇ
ਉਹਦੀ ਜਿਹੜੀ ਹੈਗੀ ਡਿਟੇਲ ਆਪਾਂ ਜਿਹੜੀ ਹੈਗੀ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਿਤਾਬ ਦੀ ਇੱਕ ਖਾਸੀਅਤ ਜਿਹੜੀ ਪਿਛਲੇ 2 ਸਾਲ ਹੋ ਗਏ ਹੁਣ ਇਹਨੂੰ ਰਿਲੀਜ਼ ਹੋਈ ਨੂੰ, 1.5 ਸਾਲ, ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਆਈ ਹੈ ਕਿ ਇਹਦੇ ਵਿੱਚ ਆਪਾਂ ਐਂਡ ਦੇ ਉੱਪਰ ਜਿਹੜਾ ਹੈਗਾ ਉਹਦੇ ਵਿੱਚ ਕਈ ਕਰੈਕਟਰਸ ਇਹੋ ਜਿਹੇ ਲੈ ਕੇ ਆਉਂਦੇ ਆ ਕਿਤਾਬ ਦੇ ਵਿੱਚ, ਤਾਂ ਕਿ ਜਿਹੜੇ ਦੁਨੀਆ ਭਰ ਦੇ ਲੋਕ ਆ ਉਹ ਇਹਨਾਂ ਬਿਲਡਿੰਗਸ ਨੂੰ ਕੱਲੀ ਸਿੱਖ ਹੈਰੀਟੇਜ ਤੇ ਸਮਝ ਕੇ ਹੀ, ਇਹ ਖਾਸ ਕਰਕੇ ਜਿਹੜੇ ਪਾਕਿਸਤਾਨ ਦੇ ਹਿਸਟੋਰੀਅਨ ਆ, ਉਹ ਕਿਤੇ ਇਦਾਂ ਨਾ ਹੋਵੇ ਕਿ ਉਹ ਇਹਨਾਂ ਨੂੰ ਨੈਗਲੈਕਟ ਕਰੀ ਜਾਣ ਜਾਂ ਇਹਨਾਂ ਤੋਂ ਜ਼ਿਆਦਾ ਨਾ ਕਰਨ, ਉਹਨਾਂ ਨੂੰ ਲੱਗੇ ਕਿ ਇਹ ਮਜ਼ਹਬੀ ਬਿਲਡਿੰਗਾਂ ਹੈਗੀਆਂ ਸਿੱਖਾਂ ਦੀਆਂ, ਜਦ ਕਿ ਇਹਦੇ ਵਿੱਚ ਆਪਾਂ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਯੋਂਡ ਦਾ ਬਾਰਡਰਸ, ਕਿ ਮਤਲਬ ਇਹਨਾਂ ਦੀ ਕੋਈ ਹੱਦ ਨਹੀਂ ਹੈਗੀ। ਇਸ ਕਰਕੇ ਜਦੋਂ ਤੁਸੀਂ ਕਿਤਾਬ ਦਾ ਜਿਹੜਾ ਹੈਗਾ ਆਪਾਂ ਇੱਥੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜਦੋਂ ਆਪਾਂ ਨਾਮ ਦੇ ਵਿੱਚ ਜੋ ਨਾਮ ਦੇਖਦੇ ਹਾਂ, ਕੋਈ ਜਿਹੜੇ ਹੈਗੇ ਆ, ਇੱਥੇ ਮੈਂ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਕਿਤਾਬ ਦਾ ਇੰਡੈਕਸ ਹੈਗਾ। ਜੇ ਤੁਸੀਂ ਕਿਤਾਬ ਦਾ ਇੰਡੈਕਸ ਦੇਖੋ, ਜੇ ਧਿਆਨ ਨਾਲ ਨਾਮ ਦੇਖੋ, ਪਹਿਲੇ ਜਿਹੜੇ ਨਾਮ ਆ ਏ ਤੋਂ ਸ਼ੁਰੂ ਹੁੰਦੇ ਆ, ਇਹ ਤੁਹਾਨੂੰ ਜ਼ਿਆਦਾ ਨਾਮ ਜਿਹੜੇ ਹੈਗੇ ਮੁਸਲਮਾਨ ਨਾਮ ਨਜ਼ਰ ਆਉਂਦੇ ਆ। ਮਤਲਬ ਕਿ ਆਪਾਂ ਕਿਤਾਬ ਦੇ ਵਿੱਚ ਜਿਹੜੀ ਹਿਸਟਰੀ ਹੈਗੀ ਆ ਉਹਨੂੰ ਇਸ ਤਰ੍ਹਾਂ ਕਰਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਧਰਮ ਜਿਹੜੇ ਹੈਗੇ ਆ ਉਹਨਾਂ ਨੂੰ ਪੁਰਾਣੇ ਲੋਕੀ ਕਿਵੇਂ ਇਕੱਠੇ ਮਿਲ ਜੁਲ ਕੇ ਰਹਿੰਦੇ ਸੀਗੇ, ਜਿਹੜਾ ਪੁਰਾਣਾ ਇਤਿਹਾਸ ਆ ਉਹ ਹੈਰੀਟੇਜ ਜਿਹੜੀ ਹੈ ਸਭ ਦੀ ਸਾਂਝੀ ਹੈ। ਇਸ ਕਰਕੇ ਸਾਨੂੰ ਲੋੜ ਹੈ ਹੁਣ ਇਸ ਵੇਲੇ ਕਿ ਪਾਕਿਸਤਾਨ 'ਚ ਰਹਿਣ ਵਾਲੇ ਜਿਹੜੇ ਬੁੱਧੀਜੀਵੀ ਹੈਗੇ ਆ, ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਇੰਟੈਲੈਕਚੁਅਲ ਜਾਂ ਹਿਸਟਰੀ ਸਟੂਡੈਂਟਸ ਹੈਗੇ ਆ, ਸਕਾਲਰਸ ਹੈਗੇ ਆ, ਉਹ ਬਿਲਡਿੰਗਸ ਜੋ ਪਾਕਿਸਤਾਨ 'ਚ ਰਹਿ ਗਈਆਂ ਉਹਨਾਂ ਵੱਲ ਤਵੱਜੋ ਦੇਣ, ਇਹਨਾਂ ਦੇ ਉੱਪਰ ਹਾਇਰ ਸਟੱਡੀ ਕਰਨ, PhD ਕਰਨ, MPhil ਦਾ ਆਪਣਾ ਜਿਹੜਾ ਹੈਗਾ ਥੀਸਿਸ, ਸਭ ਕੁਝ ਜਿਹੜਾ ਹੈਗਾ ਉਹ ਬਾਹਰਲੇ ਵਿਦੇਸ਼ਾਂ ਦੇ ਲੋਕ ਵੀ ਜਿਹੜੇ ਗੋਰੇ ਹੈਗੇ ਆ, ਯੂਰਪੀਅਨ ਹੈਗੇ ਆ, ਹੋਰ ਮੂਲ ਦੇ ਲੋਕ ਜਿਹੜੇ ਹੈਰੀਟੇਜ ਨੂੰ ਪਿਆਰ ਕਰਨ ਵਾਲੇ ਹੈਗੇ ਆ, ਉਹ ਵੀ ਇਹਨਾਂ ਬਿਲਡਿੰਗਸ ਦੇ ਉੱਤੇ ਸਟੱਡੀ ਕਰਨ, ਕਿਉਂਕਿ ਬਿਲਡਿੰਗਸ ਜਿਹੜੀਆਂ ਹੈਗੀਆਂ ਇਹ ਸੈਕੂਲਰ ਜਿਹੜਾ ਹੈਗਾ ਇੱਕ ਸੰਦੇਸ਼ ਜਿਹੜਾ ਹੈਗਾ ਉਹ ਦਿੰਦੀਆਂ ਹੈਗੀਆਂ। ਸੋ ਇਸ ਕਰਕੇ ਇਸ ਕਿਤਾਬ ਨੂੰ ਆਪਾਂ ਜਿਹੜੇ ਗੁਰਧਾਮ ਜਿਨ੍ਹਾਂ ਤੋਂ ਸਿੱਖਾਂ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੀ ਹਿਸਟਰੀ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਲਿਖੀ ਹੈ। ਇਸ ਕਰਕੇ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਬੱਚੇ ਜਿਹੜੇ ਇੰਡੀਆ 'ਚ ਨਹੀਂ ਪਲੇ, ਇੱਧਰ ਹੀ ਪੈਦਾ ਹੋਏ ਨੇ, ਉਹਨਾਂ ਦੇ ਲਈ ਇਹ ਕਾਫੀ ਉਹਨਾਂ ਵੱਲੋਂ ਵਧੀਆ ਰਿਸਪੌਂਸ ਮਿਲਿਆ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਪੂਰੀ ਹਿਸਟਰੀ ਵਿਦ ਰੈਫਰੈਂਸਿਸ ਵਿਦ ਸਾਈਟੇਸ਼ਨਸ ਅਬਾਊਟ 700 ਤੋਂ ਵੱਧ ਜਿਹੜੀਆਂ ਹੈਗੀਆਂ ਸਾਈਟੇਸ਼ਨ ਆਪਾਂ ਇਸ ਕਿਤਾਬ ਦੇ ਐਂਡ ਤੇ ਹੋਰ ਕਿਤਾਬਾਂ 'ਚ ਦਿੱਤੀਆਂ ਨੇ, ਤਾਂ ਕਿ ਪਤਾ ਲੱਗੇ ਕਿ ਹਿਸਟਰੀ ਲਿਖੀ ਕਿੱਥੋਂ ਗਈ, ਕਿਹਨੇ ਇਸ ਗੁਰਦੁਆਰਾ ਸਾਹਿਬ ਬਾਰੇ ਕੀ ਲਿਖਿਆ, ਕਿਸੇ ਹੋਰ ਦੇ ਬਾਰੇ ਕੀ ਵਿਚਾਰ ਸੀ, ਤੇ ਉਹਨਾਂ ਨੂੰ ਕੰਪੇਅਰ ਕਰਨ ਦੀ ਆਪਣੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕੀਤੀ ਜੀ। ਜੀ ਪਰ ਸਾਹਿਬ ਇਸ ਕਿਤਾਬ ਦੇ ਲਿਖਣ ਦੇ ਬਾਅਦ ਨੈਚੁਰਲੀ ਮੈਂ ਦੇਖਿਆ ਤੁਹਾਡੀ ਜਿਹੜੀ ਜਰਨੀਜ਼ ਦੇ ਵਿੱਚ ਵੱਖ-ਵੱਖ ਜਗ੍ਹਾਵਾਂ ਦੇ ਉੱਤੇ, ਭਾਵੇਂ ਉਹ ਲਾਹੌਰ ਦੇ ਵਿੱਚ ਹੋਵੇ, ਪੰਜਾਬ ਦੇ ਵਿੱਚ ਵੀ ਤੁਹਾਨੂੰ ਜਿਹੜਾ ਲੈਕਚਰ ਜਿਹੜਾ ਕਰਨ ਦਾ, ਇਸ ਦੇ ਬਾਰੇ ਜ਼ਿਕਰ ਕਰਨ ਦਾ, ਤੁਹਾਡੇ ਕੈਲੀਫੋਰਨੀਆ ਜਿਹੜਾ ਤੁਹਾਡਾ ਪਿੰਡ ਹੈ, ਤੁਹਾਨੂੰ ਗੱਲ ਕਰਨ ਦਾ ਮੌਕਾ ਮਿਲਿਆ। ਸੋ ਕਿਸ ਤਰ੍ਹਾਂ ਦੀ ਫੀਡਬੈਕ ਹੁਣ ਤੱਕ ਆ ਰਹੀ ਹੈ, ਤੇ ਇਸ ਨੂੰ ਜਿਹੜਾ ਦੇ ਲਈ ਤੁਸੀਂ ਇਹ ਕਿਤਾਬ ਜਿਹੜੀ ਨੈਚੁਰਲੀ ਉਲੀਕੀ, ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਰਿਐਕਸ਼ਨ ਆ ਰਹੇ ਨੇ? ਜੀ ਮੈਨੂੰ ਬਹੁਤ ਖੁਸ਼ੀ ਹੈ ਦੱਸਦੇ ਹੋਏ ਕਿ ਬਹੁਤ ਸਾਰੇ ਬੱਚੇ ਪਾਕਿਸਤਾਨ 'ਚ ਮੈਨੂੰ ਜਿਹੜਾ ਹੈਗਾ ਇਸ ਕਿਤਾਬ ਦੇ ਲਈ ਕੁਐਸਚਨ ਕਰਦੇ ਨੇ, ਚੈਪਟਰਸ ਬਾਰੇ ਪੁੱਛਦੇ ਨੇ। ਸੋ ਮੈਂ ਸਮਝਦਾ ਕਿ ਜਿੱਥੇ ਮੈਂ ਕਿਤਾਬ ਨੂੰ ਪਹੁੰਚਾਉਣਾ ਚਾਹੁੰਦਾ ਸੀ ਉਸ ਰੀਜਨ ਤੱਕ ਜਿਹੜੀ ਹੈਗੀ ਹੈ ਕਿਤਾਬ ਦੀ ਜਿਹੜੀ ਕਿ ਪਪੂਲੈਰਿਟੀ ਵਧੀਆ ਹੈਗੀ ਹੈ। ਪਾਕਿਸਤਾਨ ਦੇ ਲੋਕਾਂ ਨੂੰ ਇਹਨਾਂ ਬਿਲਡਿੰਗਾਂ ਦੇ ਜਿਨ੍ਹਾਂ ਦੇ ਉਹ ਕੋਲੋਂ ਦੀ ਲੰਘ ਜਾਂਦੇ ਸੀ, ਜਿਨ੍ਹਾਂ ਦੀ ਉਹਨਾਂ ਨੇ ਤਸਵੀਰਾਂ ਤਾਂ ਦੇਖੀਆਂ ਸੀ, ਵੀਡੀਓਜ਼ ਵੀ ਦੇਖੀਆਂ ਸੀ, ਜਾਂ ਉਹਨਾਂ ਦੇ ਕੋਲੋਂ ਵੈਸੇ ਹੀ ਪਰਸਨਲੀ ਉਹਨਾਂ ਬਿਲਡਿੰਗ ਨੂੰ ਦੇਖਿਆ ਹੋਇਆ ਸੀ, ਤੇ ਉਹ ਇਹ ਸੋਚਦੇ ਸੀਗੇ ਕਿ ਇਹ ਸਿੱਖਾਂ ਦੀਆਂ ਬਿਲਡਿੰਗਸ ਨੇ ਜਿਹੜੇ ਛੱਡ ਕੇ ਚਲੇ ਗਏ ਨੇ। ਪਰ ਹੁਣ ਆਪਾਂ ਉਸ ਬਿਲਡਿੰਗ ਦੇ ਬਾਰੇ ਚੈਪਟਰ ਹੀ ਇਦਾਂ ਦੇ ਲਿਖ ਦਿੱਤਾ, ਇੰਨਾ ਵੱਡਾ ਡਿਟੇਲ 'ਚ ਲਿਖ ਦਿੱਤਾ, ਜਿਹਦੇ ਵਿੱਚ ਕਿ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਸਾਂਝੀ ਵਾਲਤਾ ਦੀਆਂ ਬਿਲਡਿੰਗ ਸਨ। ਜਿਹੜਾ ਸਿੱਖ ਧਰਮ ਹੈਗਾ ਇਹ ਸਾਂਝੀ ਵਾਲਤਾ ਦਾ ਧਰਮ ਸੀ। ਸੋ ਉਹ ਹੁਣ ਇਹਨਾਂ ਨੂੰ ਆਪਣੇ ਸਕੂਲ, ਕਾਲਜ, ਪ੍ਰਿੰਸੀਪਲ, ਟੀਚਰ, ਜਿਹੜੇ ਵੀ ਕੋਈ ਉਸ ਇਲਾਕੇ ਦੇ ਕਹਿ ਲਓ ਪਈ ਮੇਨ ਲੋਕ ਹੁੰਦੇ ਨੇ, ਉਹਨਾਂ ਤੱਕ ਕਿਤਾਬ ਆਪਾਂ ਹੁਣ ਜਿਹੜੀ ਹੈਗੀ ਪਹੁੰਚਾਈ ਆ। ਉਹਨਾਂ ਵੱਲੋਂ ਵੀ ਕੁਐਸਚਨ ਕੀਤੇ ਜਾਂਦੇ ਆ ਵੀ ਹੈ ਸਾਨੂੰ ਤਾਂ ਪਤਾ ਹੀ ਨਹੀਂ ਸੀ ਸਾਡੇ ਇਲਾਕੇ 'ਚ ਜਿਹੜੀ ਆਹ ਜਗ੍ਹਾ ਹੈਗੀ ਆ ਉਹਦਾ ਐਸ ਮੁਸਲਮਾਨ, ਸਾਈਂ ਜਾਂ ਪੀਰ ਦੇ ਨਾਲ ਜਿਹੜਾ ਹੈਗਾ ਉਹ ਰਿਲੇਸ਼ਨ ਹੈਗਾ। ਸੋ ਇਸ ਕਰਕੇ ਮੈਂ ਸਮਝਦਾ ਕਿ ਉੱਥੇ ਤਾਂ ਇਹ ਮੰਤਵ ਪੂਰਾ ਹੋਇਆ, ਪਰ ਮੈਨੂੰ ਇਸ ਪਾਸਿਓਂ ਇੱਕ ਦੁੱਖ ਵੀ ਹੈਗਾ ਕਿ ਬਾਹਰ ਹੋਰ ਵਿਦੇਸ਼ਾਂ 'ਚ ਜਾਂ ਇੰਡੀਆ 'ਚ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ, ਜਾਂ ਜਿਹੜੇ ਸਿੱਖ ਬੱਚੇ ਹੈਗੇ ਆ, ਜਾਂ ਜਿਹੜੇ ਇੰਨੇ ਸਿੱਖ ਚੇਅਰਸ ਹੈਗੀਆਂ ਦੁਨੀਆ ਭਰ ਦੇ ਕਾਲਜਸ ਦੇ ਵਿੱਚ, ਉਹਨਾਂ ਵਿੱਚੋਂ ਕਿਸੇ ਵੱਲੋਂ ਵੀ ਹਾਲੇ ਮੈਨੂੰ ਨਹੀਂ ਲੱਗਦਾ ਕਿਸੇ ਵੱਲੋਂ ਕੋਈ ਹੁੰਗਾਰਾ ਇਹੋ ਜਿਹਾ ਸਟੂਡੈਂਟ ਵੱਲੋਂ ਮਿਲਿਆ ਹੋਵੇ ਕਿ ਲੱਗੇ ਕਿ ਉਹ ਪਾਕਿਸਤਾਨ ਦੇ ਵਿੱਚ ਜੋ ਆਪਣੇ ਇੰਨਾ ਕੀਮਤੀ ਖਜ਼ਾਨਾ ਰਹਿ ਗਿਆ ਉਹਦੇ ਉੱਤੇ ਕੋਈ ਹਾਇਰ ਸਟੱਡੀ ਕਰਨਾ ਚਾਹੁੰਦੇ ਹੋ। ਇਹ ਇੱਕ ਬੜਾ ਇੰਟਰਸਟਿੰਗ ਸਵਾਲ ਨੈਚੁਰਲੀ ਤੁਸੀਂ ਖੁਦ ਹੀ ਪੁੱਛ ਦਿੱਤਾ। ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ? ਜੀ ਬਿਲਕੁਲ ਜੀ। ਹਾਂਜੀ। ਸੋ ਪਰ ਸਾਹਿਬ ਕੀ
ਕਿਉਂ ਨਹੀਂ ਇਹ ਇੰਟਰਸਟ ਇਹ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ ਬਣ ਰਿਹਾ? ਕਿਉਂਕਿ ਇਹ ਮੁੱਢਲਾ ਸਵਾਲ ਹੈ। ਮੈਂ ਆਪਣੇ ਤੌਰ ਉੱਤੇ ਜੇ ਲਾਗੂ ਕਰਾਂ ਕਿ ਜਦ ਤੱਕ ਮੈਂ ਟ੍ਰਿਪ ਪਾਕਿਸਤਾਨ ਦਾ ਖੁਦ ਨਹੀਂ ਕਰਕੇ ਆਇਆ, ਮੇਰਾ ਇੰਟਰਸਟ ਲੈਵਲ ਬਹੁਤ ਘੱਟ ਸੀ। ਸ਼ਾਇਦ ਮੈਨੂੰ ਅਹਿਮੀਅਤ ਤੇ ਉੱਥੇ ਜਾ ਕੇ ਜਿਵੇਂ ਨੈਚੁਰਲੀ ਮਹਿਸੂਸ ਤੇ ਦੇਖਣ ਨੂੰ ਮਿਲਿਆ ਕਿ ਕੀ ਕੁਝ ਅਸੀਂ ਚੜ੍ਹਦੇ ਪੰਜਾਬ ਵਾਲੇ ਖਾਸ ਕਰਕੇ ਸਿੱਖ ਪੰਜਾਬੀ ਛੱਡ ਕੇ ਕੀ ਆ ਗਏ ਆ, ਫਿਰ ਉਸਦੀ ਅਹਿਮੀਅਤ ਜਿਹੜੀ ਲਾਗਿਓਂ ਹੋ ਕੇ। ਮੈਂ ਇੱਕ ਐਗਜ਼ਾਮਪਲ ਦਿੰਦਾ, ਜਿਹੜਾ ਗੁਰਦੁਆਰਾ ਰੌੜੀ ਸਾਹਿਬ ਹੈ, ਤੁਸੀਂ ਵੀ ਨੈਚੁਰਲੀ ਗਏ ਹੋ, ਉਸ ਦੇ ਉੱਤੇ ਜਿਹੜਾ ਆਰਕੀਟੈਕਚਰਲ ਵਰਕ ਹੈ, ਮਤਲਬ ਕਿ ਦੇਖ ਕੇ ਤੁਸੀਂ ਸੁੰਨ ਹੋ ਜਾਂਦੇ ਹੋ ਕਿ ਕਿੰਨਾ ਸਮਾਂ ਪਹਿਲੋਂ 3D ਵਰਕ ਜਿਹੜਾ ਇਸ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਕਰਵਾਇਆ। ਤੇ ਨਾਲ ਦੇ ਨਾਲ ਤੁਸੀਂ ਬਹੁਤ ਇਲਾਕਿਆਂ ਦੇ ਵਿੱਚ ਘੁੰਮਦੇ ਆ ਜੋ ਹੁਣ ਡਿਕੇ ਹੋਣ ਲੱਗ ਪਿਆ, ਵਿਸਰ ਚੁੱਕਾ ਹੈ, ਉਹ ਦੇਖਦੇ ਹੋ। ਤੁਸੀਂ ਕੀ ਮਹਿਸੂਸ ਕਰਦੇ ਕਿ ਕਿਉਂ ਇੰਟਰਸਟ ਜਿਹੜਾ ਇੰਨੀਆਂ ਇੰਪੋਰਟੈਂਟ ਚੀਜ਼ ਜਿਹੜੀਆਂ ਤੇ ਸਟੂਡੈਂਟਸ ਆ ਉਹਨਾਂ ਦੇ ਮਨਾਂ ਦੇ ਵਿੱਚ ਨਹੀਂ ਆ ਰਿਹਾ? ਜੀ ਬਹੁਤ ਵੱਡਾ ਕੁਐਸਚਨ ਹੈ ਇਹ, ਔਰ ਸ਼ਾਇਦ ਮੈਂ ਖੁਦ ਇਹਦਾ ਜਿਹੜਾ ਆਨਸਰ ਹੈਗਾ ਲੱਭ ਰਿਹਾ। ਮੈਨੂੰ ਆਸ ਤਾਂ ਇਹ ਸੀਗੀ ਕਿ ਜਦੋਂ ਇਹ ਕਿਤਾਬ ਲਿਖੀ ਜਾਊਗੀ, ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਜਾਂ ਦੁਨੀਆ ਭਰ ਦੀਆਂ ਹੈਗੀਆਂ, ਉਹ ਅੱਗੇ ਵਧਣਗੀਆਂ। ਆਪਾਂ ਜਿਹੜੀ ਰਿਸਰਚ ਕੀਤੀ ਹੋਈ ਆ ਇਹਨੂੰ ਲੈ ਕੇ ਅੱਗੇ ਦੀ ਅੱਗੇ ਹੱਥੋਂ ਹੱਥ ਜਿਹੜੀ ਲੋਕਾਂ ਤੱਕ ਪਹੁੰਚਾਉਣਗੀਆਂ। ਪਰ ਕਿਸੇ ਵੱਲੋਂ ਵੀ ਇਹੋ ਜਿਹਾ ਕੋਈ ਉਦਮ ਨਹੀਂ ਹੈਗਾ। ਜੇ ਸੰਸਥਾਵਾਂ ਦਾ ਇੰਟਰਸਟ ਹੈਗਾ ਵੀ, ਮੈਂ ਉਹ ਨੋਟ ਕੀਤਾ ਕਿ ਉਹ ਕਾਰ ਸੇਵਾ ਕਰਕੇ ਕਿਸੇ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਉਸਾਰੀ ਕਰਨ ਚ ਤਾਂ ਉਹ ਰੱਖਦੇ ਆ ਆਪਣਾ ਇੰਟਰਸਟ। ਬਹੁਤ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਵਿੱਚ ਵੀ ਵਧੀਆ ਰੈਨੋਵੇਸ਼ਨ ਹੋ ਰਹੀ ਆ, ਪੁਰਾਣੀ ਬਿਲਡਿੰਗ ਢਾਹ ਕੇ ਨਵੇਂ ਸੰਗਮਰਮਰ ਦੇ ਨਵੇਂ ਗੁਰਦੁਆਰਾ ਸਾਹਿਬ ਬਣਾਏ ਜਾ ਰਹੇ। ਮਤਲਬ ਉਸ ਕੰਮ ਦੇ ਲਈ ਤਾਂ ਬਹੁਤ ਸੰਸਥਾਵਾਂ ਹੈਗੀਆਂ ਜਿਹੜੀਆਂ ਕੰਮ ਕਰ ਰਹੀਆਂ ਜਾਂ ਕਰਦੀਆਂ, ਫੰਡ ਰੇਜ਼ਿੰਗ ਕਰਦੀਆਂ, ਸਭ ਕੁਝ ਕਰਦੀਆਂ। ਪਰ ਜਿਹੜੇ ਸਕਾਲਰਲੀ ਰਿਸਰਚ ਲੈਵਲ ਕੰਮ ਹੈਗੇ ਆ ਕਿ ਤਾਂ ਕਿ ਪਾਕਿਸਤਾਨ ਦੇ ਲੋਕਾਂ ਨੂੰ ਪਹਿਲਾਂ ਜਚਾ ਤਾਂ ਲਈਏ ਕਿ ਇਹ ਬਿਲਡਿੰਗਸ ਜਿਹੜੀਆਂ ਹੈਗੀਆਂ ਉਹਨਾਂ ਦੇ ਕਿਸੇ ਮਜ਼ਹਬੀ ਚੀਜ਼ ਦੇ ਅਗੇਂਸਟ ਨਹੀਂ ਹੈਗੀਆਂ। ਨਹੀਂ ਤਾਂ ਉਹੀ ਹਾਲ ਹੋਣਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਉੱਥੇ ਸਟੈਚੂ ਤਾਂ ਲਾਇਆ ਸਿੱਖ ਕਮਿਊਨਿਟੀ ਨੇ ਬੜੇ ਚਾਅ ਦੇ ਨਾਲ ਲਾਹੌਰ ਫੋਰਟ ਦੇ ਵਿੱਚ, ਪਰ ਉਹਦੇ ਨੇੜੇ ਹੁਣ ਇੱਕ ਚੌਕੀਦਾਰ ਬਿਠਾਉਣਾ ਪੈਂਦਾ, ਇੱਕ ਸਿਕਿਉਰਿਟੀ ਵਾਲਾ ਬੰਦਾ ਬਿਠਾਉਣਾ ਪੈਂਦਾ, ਨਹੀਂ ਤਾਂ ਕਦੀ ਉਹਦਾ ਕੋਈ ਬਾਂਹ ਵੱਢ ਕੇ ਲੈ ਜਾਂਦਾ, ਕਦੀ ਕੋਈ ਮੋਢਾ ਲਾ ਦਿੰਦਾ। ਜਦ ਪਬਲਿਕ ਦੇ ਵਿੱਚ ਆਪਾਂ ਇਹ ਅਵੇਅਰਨੈਸ ਆਲੇ ਦੁਆਲੇ ਪਿੰਡਾਂ 'ਚ ਨਹੀਂ ਕਰਾਂਗੇ ਜਿੱਥੇ ਜਿੱਥੇ ਗੁਰਦੁਆਰਾ ਸਾਹਿਬਾਨ ਹੈਗੇ ਆ, ਉਹ ਤਦ ਤੱਕ ਆਪਾਂ ਲੌਂਗ ਰਨ 'ਚ ਇਹਨਾਂ ਦੀ ਸਸਟੇਨੇਬਿਲਿਟੀ ਜਿਹੜੀ ਹੈਗੀ ਆ ਉਹ ਨਹੀਂ ਕਾਇਮ ਕਰ ਰਹੇ। ਸੋ ਇਹਦੇ ਜਿਹੜੇ ਇੰਡੀਆ ਵਾਲੇ ਪਾਸੇ ਸੀ ਉਹ ਤਾਂ ਆਪਾਂ ਨੂੰ ਕਈ ਵਾਰੀ ਅੰਡਰਸਟੈਂਡੇਬਲ ਹੁੰਦਾ ਕਿ ਚਲੋ ਇੰਡੀਆ ਤੇ ਜਿਹੜੇ ਸਿੱਖ ਸਕਾਲਰ ਜਾਂ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਥੋੜੀ ਪਾਕਿਸਤਾਨ ਤੋਂ ਝਿਜਕ ਜਿਹੀ ਹੈਗੀ ਆ ਕਿ ਉੱਧਰ ਜਾ ਕੇ ਕਿਵੇਂ ਰਿਸਰਚ ਕਰਨੀ, ਜੇ ਕਰਦੇ ਵੀ ਆ ਤਾਂ ਸ਼ਾਇਦ ਕਿਵੇਂ ਦਾ ਉਹਨਾਂ ਦਾ ਕੀ ਪ੍ਰਭਾਵ ਪਊਗਾ। ਜਾਂ ਉਹਨਾਂ ਨੂੰ ਲੱਗਦਾ ਹੈ ਭਈ ਜਿਹੜੀ ਪਾਕਿਸਤਾਨ 'ਚ ਜਿਹੜੀ ਸਿੱਖ ਹਿਸਟਰੀ ਹੈਗੀ ਆ ਉਹ ਗੁਰਦੁਆਰਾ ਨਨਕਾਣਾ ਸਾਹਿਬ ਹੋਇਆ, ਆਪਣਾ ਕਰਤਾਰਪੁਰ ਸਾਹਿਬ ਹੋਇਆ ਜਾਂ ਹਸਨ ਅਬਦਾਲ ਪੰਜਾ ਸਾਹਿਬ ਹੋਇਆ, ਉਹ 5-10 ਗੁਰਦੁਆਰਾ ਸਾਹਿਬ ਹੀ ਸੀਮਿਤ ਰੱਖਦੇ ਆ ਜਿਹੜੀ ਕਿ ਉਹਨਾਂ ਨੂੰ ਲੱਗਦਾ ਕਿ ਕਿਤਾਬਾਂ 'ਚ ਮਿਲ ਜਾਂਦੀ ਹੈ। ਪਰ ਜਿਹੜਾ ਆਪਾਂ ਆਪਣੇ ਕੰਮ ਦੇ ਵਿੱਚ ਕਰਨ ਦੀ ਸ਼ੋਅ ਕੀਤੀ ਹੈ ਕਿ ਅਬਾਊਟ 270 ਦੇ ਕਰੀਬ ਇਹੋ ਜਿਹੇ ਇਤਿਹਾਸਿਕ ਜਗ੍ਹਾ ਹੈਗੀਆਂ ਪਾਕਿਸਤਾਨ 'ਚ, ਜਿਨ੍ਹਾਂ ਚੋਂ ਜਿਹੜਾ ਪਹਿਲਾ ਵੋਲੀਅਮ ਆਪਾਂ ਰਿਲੀਜ਼ ਕੀਤਾ ਇਹਦੇ ਵਿੱਚ ਸਿਰਫ ਮੈਂ ਹਾਲੇ 84 ਜਿਹੜੀਆਂ ਹੈਗੀਆਂ ਐਡ ਕੀਤੀਆਂ, ਜਿਹਦੇ ਵਿੱਚੋਂ ਮਤਲਬ ਇੰਨੇ ਜ਼ਿਆਦਾ ਰੈਫਰੈਂਸਿਸ ਜਿਹੜੇ ਨਵੀਆਂ ਚੀਜ਼ਾਂ, ਜਿਹੜੀਆਂ ਨਵੀਆਂ ਖੂਬੀਆਂ, ਨਵੀਆਂ ਗੱਲਾਂ ਬਾਤਾਂ ਆਪਾਂ ਕੱਢ ਕੇ ਲਿਆਂਦੀਆਂ ਹੈਗੀਆਂ। ਪਹਿਲੀ ਵਾਰੀ ਕਈ ਉਹ ਪੁਰਾਤਨ ਹੱਥ ਲਿਖਤਾਂ ਦੇ ਵਿੱਚੋਂ ਮੈਨੂੰ ਇਨਕਲੂਡ ਕਰਕੇ ਜਿਹੜੀਆਂ ਵਿੱਚ ਦਿੱਤੀਆਂ ਹੈਗੀਆਂ। ਸੋ ਮੇਰਾ ਖਿਆਲ ਹੈ ਭਈ ਜਿੱਦਣ ਕਦੀ ਇੰਡੀਆ ਪਾਕਿਸਤਾਨ ਦਾ ਪਿਆਰ ਵਧੂਗਾ, ਜਿਹੜਾ ਮੈਨੂੰ ਲੱਗ ਰਿਹਾ ਕਿ ਪਹਿਲਾਂ ਲੱਗਦਾ ਹੁੰਦਾ ਸੀ ਕਿਸੇ ਜ਼ਮਾਨੇ 'ਚ ਕਿ ਸ਼ਾਇਦ ਕਦੀ ਹੋਣਾ ਨਹੀਂ, ਹੁਣ ਮੈਨੂੰ ਲੱਗ ਰਿਹਾ ਭਈ ਦੇਰ ਤਾਂ ਹੈ, ਹਨੇਰ ਨਹੀਂ ਹੈ। ਸ਼ਾਇਦ ਆਉਣ ਵਾਲੇ 5-10 ਸਾਲਾਂ 'ਚ ਹੀ ਮੈਂ ਤਾਂ ਬੜਾ ਆਪਟੀਮਿਸਟਿਕ ਹਾਂ ਕਿ ਕਦੀ ਇਹ ਜਿਹੜੀ ਠੰਡੀਆਂ ਹਵਾਵਾਂ ਦੇ ਬੁੱਲੇ ਵਗਣਗੇ ਤੇ ਲੋਕ ਦੋਹਾਂ ਕੰਟਰੀਜ਼ ਦੇ ਬਹੁਤ ਆਪਸ ਵਿੱਚ, ਜਿੱਦਾਂ ਆਪਾਂ ਅਮਰੀਕਾ ਕੈਨੇਡਾ ਕੰਟਰੀਜ਼ ਲੋਕੀ ਵਿਜ਼ਿਟ ਕਰਦੇ, ਏਦਾਂ ਹੋਊਗਾ। ਉਸ ਵੇਲੇ ਮੈਨੂੰ ਲੱਗਦਾ ਭਈ ਬਹੁਤ ਜ਼ਿਆਦਾ ਜਿਹੜਾ ਰਿਸਰਚ ਵਰਕ ਹੈਗਾ ਇੰਡੀਆ ਦੇ ਸਟੂਡੈਂਟਸ ਵੱਲੋਂ ਵੀ ਜਿਹੜਾ ਹੈਗਾ ਇਹਨਾਂ ਬਿਲਡਿੰਗਸ ਤੇ ਕੀਤਾ ਜਾਇਆ ਕਰੂਗਾ। ਪਰ ਜਿਹੜੇ ਬਾਹਰ ਵਿਦੇਸ਼ਾਂ 'ਚ ਲੋਕ ਹੈਗੇ ਆ ਜਿਨ੍ਹਾਂ ਨੂੰ ਕੋਈ ਪਾਕਿਸਤਾਨ ਜਾਣ 'ਚ ਕੋਈ ਮੁਸ਼ਕਲ ਨਹੀਂ ਹੈਗੀ, ਉਹਨਾਂ ਦੇ ਲਈ ਮੈਨੂੰ ਬੜੀ ਕਹਿ ਲਓ ਭਈ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਉਹਨਾਂ ਨੇ ਕਿਸੇ ਨੇ ਵੀ ਇਹਨਾਂ ਬਿਲਡਿੰਗਸ ਦਾ ਜਿਹੜਾ ਰਿਸਰਚ ਵਰਕ ਹੈਗਾ ਉਹਨੂੰ ਅਪਣਾਇਆ ਨਹੀਂ ਹੈ। ਇੱਥੇ ਇੰਨਾ ਆਰਟ ਵਰਕ ਹੈ, ਆਰਕੀਟੈਕਚਰ ਹੈ, ਹਿਸਟਰੀ ਹੈ, ਬਹੁਤ ਕੁਝ ਹੈਗਾ ਪਾਕਿਸਤਾਨ ਦੇ ਵਿੱਚ। ਪਰ ਉਹ ਸੌਰੀ ਟੂ ਸੇ ਡਿਪਾਰਟਮੈਂਟਸ ਤਾਂ ਬਹੁਤ ਹੈਗੇ ਆ। ਮੇਰਾ ਖਿਆਲ ਸ਼ਾਇਦ ਹੀ ਕੋਈ ਕੰਟਰੀ ਹੋਵੇ, ਨਿਊਜ਼ੀਲੈਂਡ 'ਚ ਬਹੁਤ ਵੱਡੇ ਯੂਨੀਵਰਸਿਟੀ 'ਚ ਡਿਪਾਰਟਮੈਂਟ ਹੈਗੇ ਆ ਸਿੱਖ ਸਟੱਡੀਜ਼ ਦੇ, ਆਸਟ੍ਰੇਲੀਆ 'ਚ ਹੈਗੇ ਆ, ਇੰਗਲੈਂਡ, ਅਮਰੀਕਾ, ਕੈਨੇਡਾ। ਪਰ ਕਿਸੇ ਨੇ ਵੀ ਮਤਲਬ ਮੈਂ ਸਾਰਿਆਂ ਨੂੰ ਆਪਣੀ ਕਿਤਾਬ ਵੀ ਮਤਲਬ ਕਹਿ ਲਓ ਵੀ ਐਜ਼ ਕੰਪਲੀਮੈਂਟਰੀ ਭੇਜ ਕੇ ਦੱਸ ਸਕਦੇ ਹਾਂ ਕਿ ਅਸੀਂ ਕੀ ਪਲਾਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਕੋਈ ਹਾਲੇ ਤੱਕ ਕਹਿ ਲਓ ਕਿ ਇੰਤਜ਼ਾਰ ਹੀ ਹੈ ਕਿ ਕਿਸੇ ਦਾ ਕੋਈ ਹੁੰਗਾਰਾ ਆਵੇ। ਜੀ ਨੈਚੁਰਲੀ ਅਸੀਂ ਨੈਚੁਰਲੀ ਪੋਜ਼ਿਟਿਵ ਸਾਈਡ ਨੂੰ ਦੇਖਦਿਆਂ ਹੋਇਆਂ ਕਈ ਵਾਰ ਇਵੇਂ ਹੁੰਦਾ ਹੈ ਕਿ ਕੋਈ ਘਟਨਾ ਜਿਹੜੀ ਵਾਪਰਦੀ ਆ ਤੇ ਉਹ ਦੁਬਾਰਾ ਜੋ ਤੁਹਾਡੇ ਕੋਲ ਆਲਰੇਡੀ ਪਿਆ ਹੁੰਦਾ ਉਸਦੀ ਅਹਿਮੀਅਤ ਵਧਾ ਦਿੰਦੀ ਆ। ਆਮ ਸ਼ੋਰ ਇਸੇ ਤਰ੍ਹਾਂ ਜਿਹੜਾ ਬਿਲਡਅਪ ਜਿਵੇਂ ਤੁਸੀਂ ਕਿਹਾ ਕਿ ਆਦਾਨ ਪ੍ਰਦਾਨ ਜਿਹੜਾ ਹੋਏਗਾ ਉਹ ਨੈਚੁਰਲੀ ਲੈ ਕੇ ਜਾਏਗਾ। ਡਾਕਟਰ ਸਾਹਿਬ, ਇੱਕ ਅੱਜ ਦੀ ਜਿਹੜੀ ਮੇਨ ਇੰਟਰਵਿਊ ਦਾ ਨੈਚੁਰਲੀ
ਜਿਹੜਾ ਮੁੱਦਾ ਹੈ, ਤੁਹਾਡੀ ਰੀਸੈਂਟ ਜਿੱਥੇ ਕਿ COVID-19 ਸਾਰੇ ਪਾਸੇ ਸਾਰਿਆਂ ਨੂੰ ਤੰਗ ਕਰ ਰਿਹਾ ਸੀਗਾ, ਤੁਸੀਂ ਆਪਣੇ ਸਾਰੇ ਪਰਿਵਾਰ ਦੇ ਨਾਲ ਆਪਣੀ ਗਠੜੀ ਬੰਨ੍ਹ ਕੇ ਕੈਲੀਫੋਰਨੀਆ ਤੋਂ ਸਿੱਧੇ ਜਿਹੜੇ ਲਾਹੌਰ ਜਿਹੜੇ ਉਤਰੇ, ਤੇ ਤੁਸੀਂ ਤਕਰੀਬਨ 35 ਦਿਨ ਜਿਵੇਂ ਤੁਸੀਂ ਦੱਸਿਆ ਸਾਰਾ ਪਾਕਿਸਤਾਨ ਘੁੰਮਿਆ, ਲੇਕਿਨ ਇਹ ਟ੍ਰਿਪ ਬਹੁਤ ਵੱਖਰਾ ਸੀ। ਇਸ ਦੇ ਵਿੱਚ ਤੁਸੀਂ ਸਿਰਫ ਕੁਲਫੀ ਖਾਂਦਿਆਂ ਦੀਆਂ, ਖਾਣੇ ਖਾਂਦਿਆਂ ਦੀਆਂ ਫੋਟੋਜ਼ ਨਹੀਂ ਪਾਈਆਂ, ਤੁਸੀਂ ਇਸ ਟ੍ਰਿਪ ਦੇ ਵਿੱਚ ਰੀਅਲ ਰਿਸਰਚ ਵਰਕ ਕੀਤਾ। ਸੋ ਮੈਨੂੰ ਥੋੜਾ ਜਿਹਾ ਓਵਰਆਲ ਸਭ ਤੋਂ ਪਹਿਲਾਂ ਦੱਸਣਾ ਕਿ ਇਹ ਟ੍ਰਿਪ ਦਾ ਕੀ ਮੇਨ ਮੰਤਵ ਸੀ। ਹਾਂਜੀ, ਇਸ ਟ੍ਰਿਪ ਦੇ ਵਿੱਚ ਮੈਂ ਜਿਹੜੀ ਮੈਨੂੰ ਪਿਛਲੇ ਸਾਲ ਤੋਂ ਲੋੜ ਜ਼ਬਰਦਸਤ ਲੱਗੀ, ਪਾਕਿਸਤਾਨ 'ਚ ਬਹੁਤ ਹੁਣ ਦੋਸਤ ਹੈਗੇ ਨੇ, ਅਕੈਡਮੀਸ਼ੀਅਨਸ ਬਹੁਤ ਸਪੋਰਟ ਕਰਦੇ ਨੇ, ਯੂਨੀਵਰਸਿਟੀਜ਼ ਦੇ VCs, ਹਿਸਟਰੀ ਡਿਪਾਰਟਮੈਂਟਸ ਦੇ HODs, ਟੀਚਰ ਸਾਹਿਬਾਨ ਦੇ ਨਾਲ ਕਾਫੀ ਵਧੀਆ ਸੰਬੰਧ ਬਣੇ ਨੇ, ਤੇ ਸਭ ਨਾਲ ਗੱਲਾਂ ਬਾਤਾਂ ਕਰਦੇ ਪਤਾ ਲੱਗਦਾ ਸੀ ਕਿ 47 ਵੇਲੇ ਬਹੁਤ ਸਾਰਾ ਇਹੋ ਜਿਹਾ ਖਜ਼ਾਨਾ ਸਿੱਖਾਂ ਦਾ ਜਿਹੜਾ ਸੀ ਉਹ ਪਾਕਿਸਤਾਨ ਦੇ ਵਿੱਚ ਹਾਲੇ ਵੀ ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ। ਉਹਨੂੰ ਪੜ੍ਹ ਨਹੀਂ ਸਕਦੇ ਕਿਉਂਕਿ ਜਾਂ ਗੁਰਮੁਖੀ 'ਚ ਹੈ ਜਾਂ ਇੰਡੋ ਪਰਸ਼ੀਅਨ ਪੁਰਾਣੀ ਜਿਹੜੀ ਫਾਰਸੀ ਹੈ ਉਹਦੇ ਵਿੱਚ ਹੈਗਾ ਹੈ, ਜਿਹੜੀ ਕਿ ਉਹਨਾਂ ਦੇ ਸਟੂਡੈਂਟ ਪੜ੍ਹ ਨਹੀਂ ਸਕਦੇ, ਪਰ ਉਹਨਾਂ ਨੇ ਹਾਲੇ ਉਹ ਜਿਹੜਾ ਹੈਗਾ ਵੀ ਸੁੱਟਿਆ ਨਹੀਂ ਆ, ਜਾਂ ਕਿਤੇ ਖਰਾਬ ਨਹੀਂ ਹੋਇਆ, ਜਾਂ ਕਿਤੇ ਉਹਨਾਂ ਨੇ ਅੱਗੇ ਵੇਚਿਆ ਨਹੀਂ ਹੈ। ਸੋ ਮੈਨੂੰ ਇਹ ਬੜਾ ਰਹਿੰਦਾ ਸੀ ਕਿ ਕਿਉਂ ਨਾ ਕਦੀ ਇਹ ਸਾਰਾ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਤੇ ਲੱਭ ਲਏ ਆ, ਉਹਨਾਂ ਦੀਆਂ ਇਮਾਰਤਾਂ ਵੀ ਕਈ ਸੰਸਥਾਵਾਂ ਆ ਰਹੀਆਂ ਬਣਾ ਰਹੀਆਂ, ਪਰ ਇਹ ਜਿਹੜੀ ਚੀਜ਼ ਹੈਗੀ ਆ ਬੜੀ ਕੀਮਤੀ ਚੀਜ਼ ਹੈਗੀ ਆ। ਸੋ ਇਸ ਕਰਕੇ ਮੈਨੂੰ ਜਿੱਥੇ ਵੀ ਕਿਤੇ ਕੋਈ ਦੱਸ ਪਈ ਤੇ ਫਲਾਣੇ ਪਿੰਡ ਦੇ ਵਿੱਚ ਕਿਤੇ ਕੋਈ ਪੁਰਾਣੀ ਚੀਜ਼ ਸਿੱਖ ਲਿਟਰੇਚਰ ਦੇ ਕੰਮ ਦੀ ਹੈਗੀ ਆ, ਕੋਈ ਪੁਰਾਣਾ ਕੰਮ ਕਿਸੇ ਦਾ ਰਿਸਰਚ ਕੰਮ ਕੀਤਾ ਹੋਇਆ ਉਹ ਉਦਾਂ ਗਠੜੀਆਂ 'ਚ ਬੰਦ ਕਰਕੇ ਪਿਆ ਆ, ਕਈ ਲਾਇਬ੍ਰੇਰੀਜ਼ 'ਚ ਉਹ ਪੁਰਾਣੀਆਂ ਜਿਹੜੀਆਂ ਬਿਲਕੁਲ ਸਿਰੇ ਵਾਲੀਆਂ ਪਿਛਲੀਆਂ ਕੋਠੜੀਆਂ ਹੁੰਦੀਆਂ ਉਹਨਾਂ 'ਚ ਪਿਆ ਸੀ ਮਿੱਟੀ ਘੱਟੇ ਦੇ ਵਿੱਚ। ਸੋ ਏਦਾਂ ਜਿੱਥੇ ਜਿੱਥੇ ਵੀ ਮੈਨੂੰ ਪਤਾ ਲੱਗਦਾ ਗਿਆ, ਮੈਂ ਮਤਲਬ ਐਤਕੀ ਕਿਤਾਬਾਂ ਲੱਭਣ ਦੀ ਕੋਸ਼ਿਸ਼ ਕੀਤੀ ਕਿ 47 ਵੇਲੇ ਜਿਹੜੀਆਂ ਚੀਜ਼ਾਂ ਇੱਧਰ ਨਹੀਂ ਆਈਆਂ ਇੰਡੀਆ ਵੇਲੇ ਵਾਲੇ ਸਾਈਡ ਤੇ। ਜਾਂ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਪਤਾ ਲੱਗੀ ਕਿ ਲਾਇਬ੍ਰੇਰੀ 'ਚ ਸਿਰਫ ਉਹੀ ਚੀਜ਼ਾਂ ਨਹੀਂ ਪਈਆਂ ਜਿਹੜੀਆਂ ਲਾਇਬ੍ਰੇਰੀ 'ਚ ਸੀਗੀਆਂ, ਜਿਹੜੀਆਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਵੀ ਗੁਰਦੁਆਰਾ ਸਾਹਿਬ ਸੀਗੇ, ਉੱਥੋਂ ਕਈ ਵਾਰੀ ਕੋਈ ਹੋਲੀ ਸਰੂਪ, ਕੋਈ ਸਕ੍ਰਿਪਚਰਸ, ਕੋਈ ਇਹੋ ਜਿਹੀ ਚੀਜ਼ ਜਿਹੜੀ ਉੱਥੇ ਦੇ ਲੋਕਾਂ ਦੇ ਕੰਮ ਦੀ ਨਹੀਂ ਸੀ, ਉਹਨਾਂ ਨੇ ਉਹਨੂੰ ਕਹਿ ਲਓ ਪਈ ਸਤਿਕਾਰ ਨਾਲ ਜਾਂ ਕਿਸੇ ਤਰੀਕੇ ਉਹਨਾਂ ਨੇ ਲਾਇਬ੍ਰੇਰੀਜ਼ ਤੱਕ ਪਹੁੰਚਾਤਾ। ਸੋ ਲਾਇਬ੍ਰੇਰੀਜ਼ ਜਿਹੜਾ ਹੈਗਾ ਬਹੁਤ ਖਜ਼ਾਨਾ ਜਿਹੜਾ ਹੈਗਾ ਉਹ ਮਿਲਿਆ, ਤੇ ਅੱਗੇ ਦੀ ਅੱਗੇ ਜਿੱਦਾਂ ਜਿੱਦਾਂ ਮੈਨੂੰ ਪਤਾ ਲੱਗਦਾ ਗਿਆ ਵੀ ਕਹਿ ਲਓ ਮੇਰਾ ਪਲਾਨ ਤਾਂ ਸੀਗੀ ਐਕਚੁਅਲੀ ਉੱਥੇ ਅਬਾਊਟ 2 ਹਫ਼ਤੇ ਦੇ, ਅਸੀਂ ਇੱਕ ਦੋਸਤ ਦਾ ਵਿਆਹ ਸੀ ਉਹਦੇ ਕਰਕੇ ਗਏ ਸੀ, ਪਰ ਅੱਗੇ ਦੀ ਅੱਗੇ 3 ਵਾਰੀ ਮੈਂ ਆਪਣੀ ਜਿਹੜੀ ਟਿਕਟ ਹੈਗੀ ਹੈ ਐਕਸਟੈਂਡ ਕਰਾਉਂਦਾ ਰਿਹਾ, ਸਿਰਫ ਇਸੇ ਕਰਕੇ ਕਿ ਅੱਗੇ ਦੀ ਅੱਗੇ ਪਤਾ ਲੱਗੀ ਜਾ ਰਿਹਾ ਸੀ ਕਿ ਫਲਾਨੀ ਜਗ੍ਹਾ ਤੇ ਵੀ ਕੁਝ ਗੁਰਮੁਖੀ 'ਚ ਸਮਾਨ ਪਿਆ ਹੈ, ਫਲਾਨੀ ਜਗ੍ਹਾ ਤੇ ਵੀ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੈਗੇ ਨੇ, ਇਸ ਪਿੰਡ ਦੇ ਵਿੱਚ ਜਾ ਕੇ ਕੁਝ ਹੋਰ ਚੀਜ਼ਾਂ ਹੈਗੀਆਂ ਨੇ, ਹਕੀਮਾਂ ਦੇ ਨੁਸਖੇ, ਬਹੁਤ ਇੰਝ ਦੀ ਚੀਜ਼ਾਂ ਜਿਹੜੀਆਂ ਹੈਗੀਆਂ ਲੱਭੀਆਂ ਨੇ। ਸੋ ਜਿਹੜਾ ਮੈਂ ਹੁਣ ਜਿਹੜਾ ਇਸ ਵੇਲੇ ਨਵਾਂ ਕੰਮ ਕਰ ਰਿਹਾ, ਫਿਰ ਮੈਂ ਕਿਹਾ ਵੀ ਚਲੋ ਜਿਹੜਾ ਇਹ ਪਾਕਿਸਤਾਨ 'ਚ ਸਮਾਨ ਰਹਿ ਗਿਆ ਇਹਦੇ ਉੱਤੇ ਕਿਉਂ ਨਾ ਜਿਹੜੀ ਹੈਗੀ ਨਵੀਂ ਖੋਜ ਕੀਤੀ ਜਾਵੇ। ਸੋ ਹੁਣ ਮੇਰਾ ਜਿਹੜਾ ਕਰੰਟ ਪ੍ਰੋਜੈਕਟ ਹੈਗਾ ਉਹ ਹੈ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਇਹ ਰਿਟਨ ਮਟੀਰੀਅਲ ਹੈਗਾ ਉਹਨੂੰ ਆਪਾਂ ਕਿਵੇਂ ਉਦੋਂ ਕੈਟਾਲੌਗਿੰਗ ਉਹਦੀ ਜਿਹੜੀ ਕਿਵੇਂ ਕਰ ਸਕਦੇ ਹਾਂ, ਉਹ ਮੈਂ ਇਸ ਵੇਲੇ ਕਰ ਰਿਹਾ ਜੀ। ਸੋ ਚਲੋ ਬੜਾ ਇਹ ਕੋਈ ਛੋਟਾ ਜੇ ਦਾ ਦਾਇਰਾ ਦੇਖੀਏ ਤਾਂ ਬਹੁਤ ਵੱਡਾ ਹੈ, ਕਿਉਂਕਿ ਜਦੋਂ ਤੁਸੀਂ ਟਰੈਵਲ ਕਰਦੇ ਹੋ ਸਿਰਫ ਪਾਕਿਸਤਾਨ ਪੰਜਾਬ ਹੈ ਹੀ ਏਡਾ ਵੱਡਾ, ਤੇ ਤੁਸੀਂ ਸਿਰਫ ਲਾਹੌਰ ਤੋਂ ਹਸਨਬਦਾਲ ਜਾਂਦੇ 7 ਘੰਟੇ ਲੱਗ ਜਾਂਦੇ ਨੇ, ਜਿੱਥੇ ਕਿ ਪੰਜਾ ਸਾਹਿਬ ਹੈ, ਤੇ ਨਾਲ ਦੇ ਨਾਲ ਤੁਸੀਂ ਜੇ ਹੁਣ ਰਾਵਲਪਿੰਡੀ ਲਾਗੇ ਰੁਕ ਕੇ ਜਾਂਦੇ ਹੋ, ਉਹ ਵੀ ਇੱਕ ਬਹੁਤ ਇੰਪੋਰਟੈਂਟ ਸਦਰ ਮਕਾਮ ਹੈ। ਸੋ ਕੀ ਤੁਸੀਂ ਜਿਹੜਾ ਉੱਥੇ ਦੇਖਿਆ ਤੇ ਲੱਭਿਆ, ਸੋ ਕਿਉਂਕਿ ਮੈਨੂੰ ਪਤਾ ਤੁਸੀਂ ਕਾਫੀ ਕੁਛ ਫੋਟੋਜ਼ ਫੇਸਬੁੱਕ ਦੇ ਉੱਤੇ ਵੀ ਅਸੀਂ ਦੇਖੀਆਂ, ਚਾਹਾਂਗੇ ਕਿ ਕੁਝ ਇੱਕ ਤੁਸੀਂ ਅੱਜ ਸਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਦੇ ਜਾਓ, ਤਾਂ ਕਿ ਸਾਡੇ ਜਿਹੜੇ ਵਿਊਜ਼ ਨੇ ਉਹ ਜ਼ਰੂਰ ਇਸ ਦੇ ਨਾਲ ਆਪਣੀ ਤਬਰੀਕ ਜਿਹੜੀ ਹੈ ਉਹ ਪਾ ਸਕਣ। ਜੀ ਰੰਧਾਵਾ ਸਾਹਿਬ, ਮੈਂ ਤੁਹਾਡੇ ਨਾਲ ਆਪਣੀ ਜਿਹੜੀ ਫੇਸਬੁੱਕ ਟਾਈਮਲਾਈਨ ਹੈਗੀ ਆ ਫਿਲਹਾਲ ਜਿੰਨੀਆਂ ਚੀਜ਼ਾਂ ਉੱਥੇ ਪਾਈਆਂ ਉਹੀ ਸ਼ੇਅਰ ਕਰ ਰਹੇ ਹਾਂ। ਉੱਥੇ ਸਾਡੇ ਕੋਲ ਸਮਾਨ ਹੋਰ ਬਹੁਤ ਹੈ, ਪਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੇ, ਹਾਲੇ ਅਸੀਂ ਉਹਨੂੰ ਕਲੀਨ ਅਪ ਕਰ ਰਹੇ ਹਾਂ। ਸੋ ਪਹਿਲਾਂ ਮੈਂ ਜਿੰਨਾ ਫੇਸਬੁੱਕ ਟਾਈਮਲਾਈਨ ਤੇ ਜਿਹੜਾ ਮੈਂ ਸ਼ੇਅਰ ਕੀਤਾ ਸੀਗਾ ਉਹੀ ਮੈਂ ਚਾਹੁੰਦਾ ਕਿ ਮੈਂ ਜਿਹੜੇ ਹੈਗਾ ਆਪਣੇ ਸਾਰੇ ਤੁਹਾਡੇ ਰੇਡੀਓ ਸਪਾਈਸ ਦੇਖਣ ਵਾਲੇ ਜਿਹੜੇ ਸਰੋਤੇ ਹੈਗੇ ਤੁਹਾਡੇ ਜਿਹੜੀ ਵੈਬਸਾਈਟ ਤੇ ਹੈਗੇ ਆ ਉਹਨਾਂ ਨਾਲ ਜਿਹੜੀ ਹੈਗੀ ਆ ਆਪਣੀ ਸਕਰੀਨ ਸ਼ੇਅਰ ਕਰਕੇ ਮੈਂ ਜਿਹੜਾ ਆਪਣਾ ਫੇਸਬੁੱਕ ਦਾ ਉਹ ਪੇਜ ਹੈਗਾ ਜਿਹੜਾ ਮੈਂ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਉਹ ਸ਼ੇਅਰ ਕਰਨਾ ਚਾਹੂੰਗਾ ਜੀ। ਜ਼ਰੂਰ। ਸੋ ਪਰ ਸਾਹਿਬ ਤੁਹਾਡੀ ਸਕਰੀਨ ਜੀ ਸ਼ੇਅਰ ਨਾਲ ਕਰਦੇ ਆ। ਸੋ ਪਹਿਲੀ ਇਹ ਜਿਹੜੀ ਤੁਸੀਂ ਤਸਵੀਰ ਸ਼ੇਅਰ ਕਰ ਰਹੇ ਹੋ ਇਸ ਦੇ ਬਾਰੇ ਦੱਸਣਾ ਜੀ। ਜੀ ਇਹ ਮੈਂ ਨਾਲ ਜਗ੍ਹਾ ਦੱਸ ਜਾਊਂਗਾ। ਇਹ ਹੁਣ ਆਪਾਂ ਨੂੰ ਜਗ੍ਹਾ ਮਿਲੀਆਂ ਹੈਗੀਆਂ ਜੀ ਕਸੂਰ ਦੇ ਵਿੱਚ,
ਇਹ ਬਹੁਤ ਇੱਕ ਇੰਪੋਰਟੈਂਟ ਜਗ੍ਹਾ ਹੈਗੀ ਹੈ। ਸਾਡੇ ਦੋਸਤ ਨੇ ਪ੍ਰੋਫੈਸਰ ਕਲਿਆਣ ਸਿੰਘ ਜੀ, ਜਿਨ੍ਹਾਂ ਨੇ ਮੇਰੀ ਕਾਫੀ ਮਦਦ ਕੀਤੀ ਹੈ। ਨਾਲ ਸਾਡੇ ਦੋਸਤ ਮੈਥ ਦੇ ਪ੍ਰੋਫੈਸਰ ਸਾਹਿਬ ਨੇ ਕਸੂਰ ਤੋਂ। ਸੋ ਇਹਨਾਂ ਦੇ ਨਾਲ ਅਸੀਂ ਜਿਹੜੀ ਆਹ ਜਗ੍ਹਾ ਦੇਖ ਰਹੇ ਹਾਂ, ਇਸ ਵੇਲੇ ਕਸੂਰ ਦੀ ਜਗ੍ਹਾ ਹੈਗੀ ਹੈ। ਕਸੂਰ ਦੇ ਵਿੱਚ ਇਹ ਜਗ੍ਹਾ ਇੱਕ ਮੈਂ ਤੁਹਾਨੂੰ ਸੈਂਪਲ ਦਿਖਾ ਰਿਹਾ, ਗੁਟਕਾ ਸਾਹਿਬ ਦਾ ਸੈਂਪਲ ਹੈਗਾ, ਜਿਹੜਾ ਕਿ ਉਹਦੀ ਹਾਲਤ ਤੁਸੀਂ ਦੇਖ ਰਹੇ ਹੋ। ਪਰ ਦੇਖੋ ਇਹ 47 ਤੋਂ ਹੁਣ ਤੱਕ ਜਿਵੇਂ ਵੀ ਹੈ, ਇਹ 5 ਗ੍ਰੰਥੀ ਹੈਗੀ ਹੈ। ਇਹ ਮਤਲਬ ਉਹ ਭਾਵੇਂ ਕਹਿ ਲਓ ਵੀ ਉਹਦੇ ਪੇਜ ਜਿਹੜੇ ਅੰਗ ਨੇ ਉਹ ਇਸ ਵੇਲੇ ਖਸਤਾ ਹਾਲਤ ਚ ਨੇ, ਪਰ ਸਟਿਲ ਇਟ ਹੈਜ਼ ਬੀਨ ਪ੍ਰੀਜ਼ਰਵਡ। ਇਦਾਂ ਹੀ ਤਵਰੀਖ ਗੁਰੂ ਖਾਲਸਾ, ਇਦਾਂ ਹੀ ਉਹਦੇ ਜਿਹੜੇ ਅੰਦਰ ਵਾਲੇ ਪੇਜ ਹੈਗੇ ਆ। ਇੱਕ ਹੋਰ ਸਮਥਿੰਗ ਡਿਫਰੈਂਟ ਲਿਟਰੇਚਰ ਦੀ ਬੁੱਕ ਹੈਗੀ ਹੈ। ਸੋ ਇਹ ਕੁਝ ਚੀਜ਼ਾਂ ਉੱਥੇ ਹੀ ਮਤਲਬ ਉਹਨਾਂ ਦੇ ਆਹ ਪੰਜਾਬੀ ਖੋਜਗੜ੍ਹ ਹੈਗਾ ਇਕਬਾਲ ਕੈਸਰ ਜੀ ਦਾ, ਉੱਥੇ ਉਹਨਾਂ ਦੇ ਉਹਨਾਂ ਨੇ ਪੁਰਾਣੇ ਫਿਲਮਾਂ ਜਾਂ ਮੂਵੀਜ਼ ਦੇ ਜਿਹੜੇ ਹੈਗੇ ਪੋਸਟਰ ਰੱਖੇ ਹੋਏ ਸੀਗੇ। ਸੋ ਇਹ ਕੁਝ ਚੀਜ਼ਾਂ ਜਿਹੜੀਆਂ ਮਤਲਬ ਆਈ ਜਸਟ ਵਾਂਟਡ ਟੂ ਸ਼ੋ ਯੂ ਐਜ਼ ਅ ਸੈਂਪਲ, ਜਿਹੜਾ ਕਸੂਰ ਦੇ ਇਲਾਕੇ ਦੇ ਵਿੱਚ ਆਪਾਂ ਨੂੰ ਮਿਲਿਆ ਹੈ। ਦਿਸ ਵਾਸ ਦਾ ਕਸੂਰ ਏਰੀਆ। ਤੁਹਾਨੂੰ ਮੇਰੀ ਪੋਸਟ ਦਿਖ ਰਹੀ ਹੈ ਇਸ ਵੇਲੇ? ਕਲੀਅਰ ਦਿਖ ਰਹੀ ਹੈ, ਸਭ ਕੁਝ ਕਲੀਅਰ ਦਿਖ ਰਿਹਾ ਸਾਨੂੰ। ਠੀਕ ਹੈ, ਹੁਣ ਤੁਹਾਨੂੰ ਇੱਕ ਹੋਰ ਸੈਂਪਲ ਦਿਖਾਉਣਾ ਵੀ ਜਦੋਂ ਆਪਾਂ ਕਿਸੇ ਕੋਲ ਜਾਂਦੇ ਆ, ਇਹ ਲਾਈਵ ਵੀਡੀਓ ਹੈ। ਮੈਂ ਮਤਲਬ ਮੈਨੂੰ ਕੋਈ ਪਹਿਲਾਂ ਪਤਾ ਨਹੀਂ ਹੈ ਕਿ ਉੱਥੇ ਅੱਗੇ ਕੀ ਹੋਣਾ। ਕਿਸੇ ਨੇ ਸਾਨੂੰ ਘਰ ਖਾਣੇ ਤੇ ਬੁਲਾਇਆ ਹੈ, ਚੌਧਰੀ ਸਾਹਿਬ ਨੇ ਜੀ। ਇਹਨਾਂ ਨੇ ਕੁਝ ਸਾਲ ਪਹਿਲਾਂ ਮੇਰੀ ਇੱਕ ਵੀਡੀਓ ਦੇਖੀ ਸੀ, ਤੇ ਇਹਨਾਂ ਨੇ ਵੱਲੋਂ ਪੰਜਾਬੀ ਮਤਲਬ ਇਹ ਮੁਸਲਮਾਨ ਭੁੱਲਰ ਨੇ, ਚੌਧਰੀ ਭੁੱਲਰ, ਤਬਸਮ ਭੁੱਲਰ ਜੀ। ਇਹਨਾਂ ਨੇ ਆਪਣੇ ਵੱਲੋਂ ਪੈਸੇ 50,000 ਰੁਪਇਆ ਗੁਰਦੁਆਰਾ ਸਾਹਿਬ ਨੂੰ, ਪਿੰਡ ਦੇ ਨੂੰ ਜਿਹੜਾ ਸੀਗਾ ਉਹ ਡੋਨੇਟ ਕੀਤਾ ਸੀਗਾ ਮੁਸਲਮਾਨ ਪਰਿਵਾਰ ਨੇ। ਹੁਣ ਆਪਾਂ ਕਹਿੰਦੇ ਆ ਕਿ ਸਿੱਖ ਬਾਹਰੋਂ ਜਾ ਕੇ ਖਰਚਾ ਕਰਦੇ ਆ, ਪਰ ਉੱਥੇ ਦੇ ਮੁਸਲਮਾਨ ਨੂੰ ਵੀ ਜਦੋਂ ਆਪਾਂ ਐਜੂਕੇਟ ਕਰਦੇ ਆ ਕਿ ਤੁਹਾਡੇ ਪਿੰਡ 'ਚ ਜਗ੍ਹਾ ਹੈਗੀ ਹੈ, ਤਾਂ ਉਹ ਆਪਣੇ ਲਈ ਖੁਦ ਜਿਹੜਾ ਹੈਗਾ ਉਹ ਕਰਦੇ ਆ। ਤੇ ਉਹਨਾਂ ਨੇ ਹਾਂਜੀ, ਮਤਲਬ ਇਹ ਬਹੁਤ ਵੱਡੀ ਗੱਲ ਹੈ ਕਿ ਮਤਲਬ ਉੱਥੇ ਦੇ ਲੋਕਲ ਲੋਕਾਂ ਨੂੰ ਵੀ ਜਦੋਂ ਆਪਾਂ ਆਪਣੇ ਨਾਲ ਰਲਾ ਲੈਂਦੇ ਆ, ਉਹ ਤੁਹਾਡੇ ਨਾਲ ਜਿਹੜਾ ਹੈਗਾ ਉਸ ਚੀਜ਼ ਦੇ ਵਿੱਚ ਜਿਹੜਾ ਹੈਗਾ ਨਾਲ ਇਨਵੋਲਵ ਹੋ ਸਕਦੇ। ਸੋ ਮੈਂ ਥੋੜਾ ਜਿਹਾ ਤੁਹਾਨੂੰ ਸੈਂਪਲ ਦਿਖਾਉਣਾ ਚਾਹੁੰਦਾ ਸੀ। ਇਹ ਸਾਡੇ ਡਰਾਈਵਰ ਸਾਹਿਬ ਨੇ, ਮੇਰੇ ਪਰਿਵਾਰ ਦੇ ਨਾਲ ਅਸੀਂ ਅੱਗੇ ਗਏ ਆ। ਵਾਹ ਵਾਹ, ਢੋਲ ਵੱਜ ਪੈ ਜਦੋਂ ਤੁਸੀਂ ਪਹੁੰਚੇ। ਹਾਂਜੀ ਬਿਲਕੁਲ ਜੀ, ਢੋਲ ਵੱਜ ਰਹੇ ਆ। ਤੇ ਮੇਰੇ ਨਾਲ ਜਿਹੜੇ ਸਾਥੀ ਪ੍ਰੋਫੈਸਰ ਸਾਹਿਬ ਗਏ ਹੋਏ ਆ, ਪ੍ਰੋਫੈਸਰ ਅਖਤਰ ਸੰਧੂ ਜੀ ਨੇ ਗੁਲਾਬੀ ਆਪਣਾ ਜਿਹੜਾ ਔਰੇਂਜ ਕਲਰ ਦਾ ਸਵੈਟਰ ਪਾਇਆ, ਉਹਦੇ ਵਿੱਚ ਪਾ ਰਹੇ ਨੇ। ਆ ਮੇਰੇ ਬੇਟੇ ਨੂੰ ਆ ਭੁੱਲਰ ਸਾਹਿਬ ਨੇ ਜੀ ਜਿਹੜੇ ਖੜੇ ਨੇ ਜੀ। ਮਤਲਬ ਜਿੰਨਾ ਆਪਣਾ ਕਹਿ ਲਓ ਵੀ ਵਿਆਹ ਵੇਲੇ ਚਾਹ ਹੁੰਦਾ, ਉਹਨਾਂ ਆਪਣੇ ਗਿਆ ਤੇ ਪਿੰਡਾਂ ਦੇ ਵਿੱਚ ਜਿਵੇਂ ਲੋਕ ਹੈਗੇ ਉਹ ਆਪਣਾ ਐਵੇਂ ਸਵਾਗਤ ਕਰਦੇ। ਸੋ ਆਈ ਜਸਟ ਵਾਂਟਡ ਟੂ ਸ਼ੋ ਯੂ ਅ ਗਲਿੰਪਸ ਆਫ ਹੌਸਪਿਟੈਲਿਟੀ, ਮਤਲਬ ਜਿਹੜੀ ਉਹਨਾਂ ਦੇ ਵੱਲੋਂ ਕਹਿ ਲਓ ਵੀ ਹੌਸਪਿਟੈਲਿਟੀ ਜਿਹੜੀ ਕੀਤੀ ਜਾਂਦੀ ਹੈ, ਮਤਲਬ ਉਹਦਾ ਮੈਂ ਲਓ ਜੀ। ਹੁਣ ਤੁਸੀਂ ਅੰਦਰ ਆ ਗਏ। ਹਾਂਜੀ ਹਾਂਜੀ, ਹੁਣ ਮਤਲਬ ਹੁਣ ਜਦੋਂ ਮੈਂ ਦੂਰੋਂ ਦੇਖ ਰਿਹਾ ਤਾਂ ਆਪਣੇ ਆਪ ਨੂੰ ਵੀ ਇਦਾਂ ਲੱਗ ਰਿਹਾ ਬੜਾ ਵੀ ਓਪਰਾ ਪੰਜੇ ਲੱਗ ਰਿਹਾ, ਪਰ ਉੱਥੇ ਮਾਹੌਲ ਹੀ ਕੁਝ ਇਹੋ ਜਿਹਾ ਹੈਗਾ ਕਿ ਉਹ ਮਤਲਬ ਦੇ ਜਸਟ ਮਤਲਬ ਉਹਨਾਂ ਨੇ ਫਿਰ ਸਾਨੂੰ ਆਪਣਾ ਪੂਰਾ ਜਿਹੜਾ ਪਿੰਡ ਦਿਖਾਇਆ, ਅੱਗੇ ਦੀ ਅੱਗੇ ਲੈ ਕੇ ਗਏ। ਪਰ ਜਦੋਂ ਆਪਾਂ ਲਾਈਵ ਇਹ ਸ਼ੋਅ ਕਰਕੇ ਦਿਖਾਉਂਦੇ ਆ ਲੋਕਾਂ ਨੂੰ, ਬਾਹਰ ਹੋਰ ਵਿਦੇਸ਼ਾਂ 'ਚ ਬੈਠੇ ਜਿਹੜੇ ਸਿੱਖ ਹੈਗੇ ਉਹਨਾਂ ਨੂੰ ਵੀ ਕੌਨਫੀਡੈਂਸ ਮਿਲਦਾ ਹੈ ਕਿ ਇਟਸ ਅ ਸੇਫ ਪਲੇਸ, ਕਿ ਮਤਲਬ ਉੱਥੇ ਦੇ ਆਮ ਲੋਕੀ ਜਿਹੜੇ ਹੈਗੇ ਆ, ਹੁਣ ਆਪਣੀ ਨਾਲ ਕੋਈ ਪੁਰਾਣੀ ਸਾਂਝ ਥੋੜੀ ਹੈਗੀ ਹੈ, ਸਿਰਫ ਸੋਸ਼ਲ ਮੀਡੀਆ ਦੇ ਥਰੂ ਹੀ ਉਹ ਸਾਨੂੰ ਜਾਣਦੇ ਆ ਤੇ ਮਤਲਬ ਜਿਹੜੀ ਇੱਕ ਦੂਜੇ ਦੀ ਹੈਗੀ ਉਹ ਹੈਲਪ ਕਰਦੇ। ਇਹ ਮੇਰੀ ਵਾਈਫ, ਬੇਟੀ ਹੈ, ਬੇਟਾ ਹੈ, ਮਤਲਬ ਸਾਡੇ ਸਾਰਾ ਪਰਿਵਾਰ ਜਿਹੜਾ ਹੈਗਾ ਸੀ ਉਹਨਾਂ ਦੇ ਨਾਲ, ਪੂਰੇ ਪਿੰਡ ਦੇ ਵਿੱਚ ਉਹਨਾਂ ਦਾ ਫਾਰਮ ਹਾਊਸ ਹੈ ਜਿੱਥੇ ਨਾਲ ਗਏ। ਤੇ ਪੰਨੂ ਸਾਹਿਬ, ਤੁਸੀਂ ਇਹਨਾਂ ਨੂੰ ਪਹਿਲੀ ਵਾਰ ਮਿਲ ਰਹੇ ਹੋ ਜ਼ਿੰਦਗੀ 'ਚ? ਹਾਂਜੀ, ਇਹਨਾਂ ਨੂੰ ਪਹਿਲੀ ਵਾਰ ਮਿਲ ਰਹੇ ਜੀ। ਬਿਲਕੁਲ, ਭੁੱਲਰ ਸਾਹਿਬ ਨੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸ ਕੇ ਹਟਿਆ ਕਿ ਬਹੁਤ ਥੋੜੇ ਲੋਕਾਂ ਚੋਂ ਨੇ ਜਿਨ੍ਹਾਂ ਨੇ ਮਤਲਬ ਪਾਕਿਸਤਾਨੀ ਮੁਸਲਮਾਨ ਪਰਿਵਾਰ ਨੇ ਪਿੰਡ ਦੇ ਵਿੱਚ ਜਿਹੜਾ ਸੀਗਾ ਉਹ ਡੋਨੇਸ਼ਨ ਦਿੱਤੀ ਸੀ ਕਿ ਮੈਂ ਵੀਡੀਓ ਤੇ ਦੇਖੀ ਹੈ। ਇਹ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਜੀ ਇੱਕ ਹੋਰ ਪਿੰਡ ਦੇ ਵਿੱਚ ਪਹਿਲੇ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਹੈ, ਜਿੱਥੇ ਦੀ ਸਾਖੀ ਹੈ ਗੁਰੂ ਸਾਹਿਬ ਨੇ ਜੀ ਇੱਥੇ ਭਾਈ ਮਰਦਾਨਾ ਦੇ ਨਾਲ ਸੀਗੇ। ਤੇ ਉੱਥੇ ਜਦੋਂ ਪਿੰਡ 'ਚ ਜਾਂਦੇ ਤਾਂ ਕਿਵੇਂ ਪਿੰਡ ਦੇ ਲੋਕ ਤੁਹਾਡੇ ਨਾਲ ਸੈਲਫੀ ਲੈਂਦੇ ਨੇ। ਇਹਦੇ ਰੰਧਾਵਾ ਸਾਹਿਬ ਤੁਸੀਂ ਵੀ ਨੋਟ ਕੀਤਾ ਹੋਵੇਗਾ, ਤੁਹਾਡੇ ਕੋਲ ਆ ਕੇ ਲੋਕੀ ਤਸਵੀਰਾਂ ਖਿਚਾਉਂਦੇ ਨੇ। ਇਹ ਮੇਰੇ ਖਿਆਲ ਸਭ ਤੋਂ ਵੱਧ ਸੈਲਫੀਆਂ ਤੁਹਾਡੀਆਂ ਦੁਨੀਆ ਸਿਰਫ ਪਾਕਿਸਤਾਨ ਦੇ ਵਿੱਚ ਖਿੱਚੀਆਂ ਜਾਂਦੀਆਂ ਪੰਨੂ ਸਾਹਿਬ। ਜੀ ਬਿਲਕੁਲ। ਹੁਣ ਜੀ ਇਸ ਵੇਲੇ ਜਿਹੜਾ ਆਪਾਂ ਦਿਖਾਉਣ ਜਾ ਰਹੇ ਹਾਂ, ਇਹ ਗੁਰਦੁਆਰਾ ਸਾਹਿਬ, ਗੁਰਦੁਆਰਾ ਪਹਿਲੀ ਪਾਤਸ਼ਾਹੀ ਹੈ। ਇਹਦੀ ਹਾਲਤ ਬੜੀ ਖਸਤਾ ਹੈਗੀ ਹੈ ਇਸ ਜਗ੍ਹਾ ਦੇ ਉੱਤੇ, ਪਰ ਤਾਂ ਵੀ ਜਿਹੜਾ ਪੂਰਾ ਪਿੰਡ ਹੈਗਾ ਉਹ ਤੁਹਾਡੇ ਨਾਲ, ਜਦੋਂ ਆਪਾਂ ਜਾਂਦੇ ਹਾਂ ਤਾਂ ਪੂਰਾ ਪਿੰਡ ਤੁਹਾਡੇ ਨਾਲ ਜਿਹੜਾ ਹੈਗਾ ਇਕੱਠਾ ਹੋ ਕੇ ਉਸ ਜਗ੍ਹਾ ਤੇ ਜਿਹੜਾ ਹੈਗਾ ਉਹ ਲੋਕ ਪਹੁੰਚਦੇ ਨੇ, ਤੇ ਤੁਹਾਨੂੰ ਮਤਲਬ ਏਦਾਂ ਮਹਿਸੂਸ ਨਹੀਂ ਹੋਣ ਦਿੰਦੇ ਵੀ ਤੁਸੀਂ ਜਿਹੜੀ ਉਹ ਜਗ੍ਹਾ ਹੈਗੀ ਆ। ਇਹ ਹੁਣ ਇਸ ਵੇਲੇ ਕਿਸੇ ਦਾ ਘਰ ਹੈਗਾ ਜੀ ਜੀ। ਵਾਹ ਵਾਹ ਜੀ ਵਾਹ। ਦੇਖੋ ਇਹ ਜਿੱਦਾਂ ਮੁਕੱਦਸ, ਪਾਕ ਮੁਕੱਦਸ ਜਿਹੜੀਆਂ ਜਗ੍ਹਾਵਾਂ ਨੇ, ਇਹਨਾਂ ਦੇ ਵਿੱਚ ਸ਼ਾਇਦ ਬੜੇ ਚਿਰਾਂ ਬਾਅਦ ਚੋਂ ਜਿਹੜੇ ਉਹਨਾਂ ਦੇ ਰਹਿਬਰ ਆਉਂਦੇ ਨੇ, ਤੇ
ਉਹਨਾਂ ਨੂੰ ਵੀ ਮੇਰੇ ਖਿਆਲ ਆਪਣੀ ਕੀਤੀ ਹੋਈ ਜਿਹੜੀ ਮਿਹਨਤ ਹੈ ਉਸ ਦੇ ਫਲ ਮਿਲਦੇ ਨਜ਼ਰ ਆਉਂਦੇ, ਜਿਵੇਂ ਅਸੀਂ ਵੀ ਨੈਚੁਰਲੀ ਮਹਿਸੂਸ ਕੀਤਾ। ਸੋ ਇਹ ਪਹਿਲੀ ਵਾਰ ਤੁਸੀਂ ਪਿੰਡ ਦੇ ਵਿੱਚ ਦੀ ਤੁਰੇ ਜਾ ਰਹੇ ਆ, ਮੈਂ ਦੇਖ ਰਿਹਾ ਪਿੱਛੇ ਜੋ ਆਮ ਹੀ ਹੁੰਦਾ ਕਿ ਬੱਚਿਆਂ ਤੋਂ ਭੀੜ ਸ਼ੁਰੂ ਹੋਣੀ ਹੈ ਤੇ ਹੁਣ ਵੱਡੇ ਆ ਜਾਣੇ ਆ ਹੌਲੀ ਹੌਲੀ। ਜੀ ਬਿਲਕੁਲ, ਇਹ ਪਿੰਡ ਕੰਗਣਪੁਰ ਹੈ ਜੀ, ਗੁਰਦੁਆਰਾ ਮਾਲਜੀ ਸਾਹਿਬ ਇਹਦਾ ਨਾਮ ਹੈ। ਇੱਥੇ ਹਾਲੇ ਵੀ ਉੱਪਰ ਕੈਮਰਾ ਵਾਲਾ ਮੈਨੂੰ ਸ਼ੋਰ ਨਹੀਂ ਹੈ ਕਿ ਉਹ ਦੂਰੋਂ ਜੇ ਦਿਖਾਉਂਦੇ ਆ ਬਿਲਡਿੰਗ ਦੀ, ਮੈਂ ਥੋੜਾ ਜਿਹਾ ਫਾਰਵਰਡ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਪੂਰੇ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਵਧੀਆ ਹੈ। ਹਾਲੇ ਵੀ ਬਿਲਡਿੰਗ ਜਿਹੜੀ ਹੈਗੀ ਹੈ ਕੰਡੀਸ਼ਨ ਉਹਦੀ ਵਧੀਆ ਹੈ, ਪਰ ਜਿਹੜਾ ਇਸ ਵੇਲੇ ਹੈਗਾ ਉਹ ਆਲੇ ਦੁਆਲੇ ਜਿਹੜਾ ਸਿਚੁਏਸ਼ਨ ਹੈ ਕੋਈ ਬਹੁਤੀ ਜਦੋਂ ਤੁਸੀਂ ਦੇਖ ਲਿਆ ਆਲੇ ਦੁਆਲੇ ਕੋਈ ਕਹ ਲਓ ਸਫਾਈ ਨਹੀਂ ਹੈਗੀ। ਆਹ ਹੈਗਾ ਜੀ ਇਸ ਵੇਲੇ ਤੁਸੀਂ ਦੇਖੋ ਜੀ ਜੀ ਜੀ, ਉਹ ਉੱਪਰ ਜਿਹੜਾ ਗੁਰਮੁਖੀ ਚ ਲਿਖਿਆ ਹੋਇਆ ਹਾਲੇ ਵੀ ਜਿਹੜੇ ਨਾਮ ਉੱਥੇ ਸਾਹਮਣੇ ਜਿਹੜੇ ਹੈਗੇ ਉਹ ਇਹ ਪਹਿਲੀ ਪਾਤਸ਼ਾਹੀ ਦੇ ਨਾਲ ਗੁਰਦੁਆਰਾ ਸਾਹਿਬ ਹੈ। ਹਾਂਜੀ, ਸੋ ਤੁਸੀਂ ਦੇਖ ਰਹੇ ਆ ਕਿ ਨੈਚੁਰਲੀ ਢਾਹ ਢੇਰੀ ਇਸ ਦੀ ਬਿਲਡਿੰਗ ਰਾਈਟ ਹੈਂਡ ਸਾਈਡ ਦੇ ਉੱਤੇ ਤੇ ਲੈਫਟ ਹੈਂਡ ਸਾਈਡ ਦੇ ਉੱਤੇ ਨੈਚੁਰਲੀ ਓਰੀਜਨਲ ਜਿਹੜੀ ਆ ਬਿਲਡਿੰਗ ਉਸ ਦੇ ਉੱਤੇ ਵੱਡੀਆਂ ਇੱਟਾਂ ਲਾ ਦਿੱਤੀਆਂ, ਸਿਰਫ ਹੁਣ ਗੁੰਮਤ ਦਾ ਸਾਈਡ ਹੀ ਰਹਿ ਗਿਆ। ਇਹ ਆਮ ਨੈਚੁਰਲੀ ਤੁਸੀਂ ਡਾਕਟਰ ਸਾਹਿਬ ਮੇਰੇ ਖਿਆਲ ਮਹਿਸੂਸ ਜਿਵੇਂ ਤੁਸੀਂ ਕਰਦੇ ਹੋ ਕਿ ਤੁਹਾਨੂੰ ਸਿਰਫ ਅੰਸ਼ ਨਜ਼ਰ ਆਉਂਦੇ ਨੇ, ਉਹ ਵੀ ਬਹੁਤ ਛੋਟੇ ਆਕਾਰ ਦੇ ਵਿੱਚ, ਕਿਉਂਕਿ ਉਸ ਦੇ ਨਾਲ ਅੱਜ ਦੀ ਇੱਟ ਜਿਹੜੀ ਹੈ ਵੱਡੀ ਉਹ ਜੋੜ ਦਿੱਤੀ ਜਾਂਦੀ ਹੈ। ਜੀ ਬਿਲਕੁਲ। ਸੋ ਇਹੀ ਮਤਲਬ ਜਿਹੜਾ ਹੁਣ ਮੈਂ ਤੁਹਾਨੂੰ ਕੁਝ ਦਿਖਾਉਣਾ ਵੀ ਜਿਹੜਾ ਲਾਇਬ੍ਰੇਰੀਜ਼ ਜਦੋਂ ਅਸੀਂ ਫਿਰ ਉੱਥੇ ਗਏ ਆ, ਜਦੋਂ ਲਾਇਬ੍ਰੇਰੀਜ਼ 'ਚ ਜਾਣਾ ਸ਼ੁਰੂ ਕੀਤਾ ਹੈ, ਸੋ ਮੈਂ ਆਈ ਵਿਲ ਜਸਟ ਸ਼ੋ ਯੂ ਸਮ ਆਫ ਦਾ ਐਗਜ਼ਾਮਪਲਸ ਫਰੋਮ ਦਾ ਲਾਇਬ੍ਰੇਰੀਜ਼ ਦੀਆਂ। ਉੱਥੇ ਜਦੋਂ ਲਾਇਬ੍ਰੇਰੀਜ਼ ਦੇ ਵਿੱਚ ਵੀ ਆਪਣੇ ਨਾਲੋਂ ਆਪਣੇ ਜਿਹੜਾ ਇੰਡੀਆ ਵਾਲੀ ਸਾਈਡ ਹੈਗੀ ਆ ਇਹਦੇ ਨਾਲੋਂ ਬਹੁਤ ਜ਼ਿਆਦਾ ਹਾਲੇ ਵੀ ਕਹਿ ਲਓ ਵੀ ਪਾਕਿਸਤਾਨ ਦੇ ਵਿੱਚ ਲੋਕਾਂ ਦੇ ਵਿੱਚ ਰੁਝਾਨ ਕਾਫੀ ਹੈਗਾ ਆ। ਮਤਲਬ ਉਹ ਤੁਹਾਨੂੰ ਮੇਰੀ ਨਜ਼ਰ ਆ ਰਹੀ ਹੈ ਜੀ? ਬਿਲਕੁਲ ਕਲੀਅਰ ਆ ਰਹੀ ਹੈ। ਹਾਂਜੀ ਕਲੀਅਰ। ਇਹ ਹੁਣ ਦੇਖੋ ਧਿਆਨ ਨਾਲ ਹੈਗਾ ਜਪਜੀ ਸਾਹਿਬ ਵਿਦ ਡਿਸਕੋਰਸਿਸ ਔਨ ਦਾ ਭਗਵਦ ਗੀਤਾ। ਮਤਲਬ ਦੇਖੋ ਉਹਨਾਂ ਵਿੱਚ ਦੋਹਾਂ ਦਾ ਜਿਹੜਾ ਨਾਲ ਕੰਪੈਰੀਜ਼ਨ ਹੈਗਾ ਹੈ, ਜਿਹੜਾ ਹੁਣ ਅੱਜ ਦੇ ਜ਼ਮਾਨੇ 'ਚ ਜਿਹੜਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ। ਇਹ ਚੀਜ਼ਾਂ ਇਕੱਠੀਆਂ ਚੱਲਦੀਆਂ ਨਹੀਂ ਆ, ਬਹੁਤ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਪ੍ਰੋਬਲਮਸ ਆ ਜਾਂਦੀਆਂ ਜਦੋਂ ਤੁਸੀਂ ਦੋ ਧਰਮਾਂ ਦੀ ਇਕੱਠਿਆਂ ਦੀ ਗੱਲ ਕਰਦੇ ਆ। ਸੋ ਇਦਾਂ ਦੀਆਂ ਚੀਜ਼ਾਂ ਇਹ 1932 ਦੀ ਛਪੀ ਹੋਈ ਕਿਤਾਬ ਹੈਗੀ ਹੈ ਜਿਹੜੀ ਉੱਥੇ ਆਪਾਂ ਨੂੰ ਮਿਲੀ ਹੈ, ਜਿਹਦੇ ਵਿੱਚ ਬਹੁਤ ਇੰਟਰਸਟਿੰਗ ਚੀਜ਼ਾਂ ਅੱਗੇ ਮਤਲਬ ਉਹਦੇ ਵਿੱਚ ਡਿਟੇਲ ਤਾਂ ਮੈਂ ਸਿਰਫ ਤੁਹਾਨੂੰ ਫਸਟ ਪੇਜ ਹੀ ਉਹਦਾ ਦਿਖਾ ਰਿਹਾ। ਪਤਾ ਲੱਗਦੀਆਂ ਕਿ ਕਿਵੇਂ ਪੁਰਾਣੀਆਂ ਲੋਕੀ ਜਦੋਂ ਇਕੱਠੇ ਰਹਿੰਦੇ ਸੀਗੇ ਹਿੰਦੂ ਸਿੱਖ ਮੁਸਲਮਾਨ, ਉਹ ਕਿੱਦਾਂ ਇੱਕ ਦੂਜੇ ਨਾਲ ਮਿਲ ਕੇ ਇਹੋ ਜਿਹਾ ਲਿਟਰੇਚਰ ਲਿਖਦੇ ਸੀ ਕਿ ਲੋਕੀ ਵੀ ਇੱਕ ਦੂਜੇ ਨਾਲ ਜਿਹੜੇ ਹੈਗੇ ਉਹ ਮਾਣ ਮਹਿਸੂਸ ਕਰਦੇ ਸੀ। ਲੋਕਾਂ 'ਚ ਵੀ ਜਿਹੜੀ ਹੈਗੀ ਆ ਉਹ ਜ਼ਿਆਦਾ ਫਿਰਕਾ ਪ੍ਰਸਤੀ ਜਿਹੜੀ ਵੱਧਦੀ ਨਹੀਂ ਸੀ। ਉਹ ਡਿਪੈਂਡਸ ਅਪਨ ਵੀ ਤੁਸੀਂ ਕਿਤਾਬਾਂ ਕਿਹੋ ਜਿਹੀਆਂ ਜਿਹੜੀਆਂ ਪੜ੍ਹਦੇ ਹੋ। ਇਹ ਹੁਣ ਲੋਕ ਫਿਰ ਇੱਕ ਹੋਰ ਲਾਇਬ੍ਰੇਰੀ ਹੈ ਜੀ ਪਿੰਡ ਨਰਾਲੀ ਦੇ ਵਿੱਚ। ਹੁਣ ਏਦਾਂ ਦੇ ਸਾਨੂੰ ਬਹੁਤ ਜਗ੍ਹਾ ਸੀਗੀਆਂ। ਤੁਸੀਂ ਪਿੰਡ ਨਰਾਲੀ ਦੇਖੋ, ਨਾਲ ਮੇਰੇ ਨਾਸਰ ਢਿੱਲੋਂ ਜੀ ਨੇ। ਇਹ ਹੁਣ ਦੇਖੋ ਵੀ ਇੰਨੀਆਂ ਕਿਤਾਬਾਂ, ਔਰ ਏਦਾਂ ਦੇ ਇਹ ਪ੍ਰਾਈਵੇਟ ਕਲੈਕਸ਼ਨ ਹੈ ਕਿਸੇ ਦੀ, ਔਰ ਏਦਾਂ ਦੇ 3 ਕਮਰੇ ਨੇ। ਇਹ ਨਵਾਜ਼ ਸ਼ਾਹ ਜੀ ਨੇ ਨਰਾਲੀ ਪਿੰਡ, ਇੱਥੇ ਬਿਲਕੁਲ ਨੇੜੇ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਹੈ। ਇਹਨਾਂ ਵਿੱਚੋਂ ਬਹੁਤ ਖਜ਼ਾਨਾ ਜਿਹੜਾ ਆਪਣੇ ਕੰਮ ਦਾ ਹੈਗਾ, ਪਰ ਤੁਸੀਂ ਇਹਨੂੰ ਚੱਕਣਾ, ਕਿਤਾਬਾਂ ਨੂੰ ਕੱਲੀ ਨੂੰ ਪੜ੍ਹਨਾ, ਮਤਲਬ ਇਟ ਟੇਕਸ ਲੋਟ ਆਫ ਟਾਈਮ। ਮਤਲਬ ਇਹ ਬਹੁਤ ਵੱਡੇ ਦਰੇ ਨੇ, ਮਤਲਬ ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਬੈਠ ਕੇ ਜਿਹੜੀ ਇਹ ਖੋਜ ਪੜਤਾਲ ਜਿਹੜੀ ਹੈਗੀ ਆ ਉਹ ਕਰਨੀ ਪੈਂਦੀ ਹੈ। ਇਹ ਮੈਂ ਤੁਹਾਨੂੰ ਉਹੀ ਕੁਝ ਸੈਂਪਲ ਜਿਹੜੇ ਹੈਗੇ ਆ ਉਹਦੇ ਦਿਖਾ ਰਿਹਾ। ਇਹ ਆਪਣੇ ਮਸੂਦ ਮੱਲੀ ਜੀ ਨੇ। ਇਹ ਮੈਂ ਡੈਂਟਲ ਕਾਲਜ ਗਿਆ ਸੀ ਜੀ, ਉੱਥੇ ਦੇ ਪ੍ਰਿੰਸੀਪਲ ਨੇ। ਸੋ ਉਹਨਾਂ ਦੇ ਨਾਲ ਜਿੱਦਾਂ ਉਹਨਾਂ ਦੇ ਨਾਲ ਮਿਲ ਰਹੇ ਆ। ਇਹ ਮੁਹੰਮਦ ਆਪਣੇ ਅਲਾਮਾ ਸਰ ਇਕਬਾਲ ਦੀ ਜਗ੍ਹਾ ਹੈਗੀ ਹੈ ਇਹ। ਸੋ ਇਹ ਹੁਣ ਹੈਗਾ ਜਿਹੜਾ ਮੈਂ ਤੁਹਾਨੂੰ ਨੈਕਸਟ ਤੇ ਲੈਟ ਮੀ ਜਸਟ ਸ਼ੋ ਯੂ ਦਾ ਨੈਕਸਟ ਵਨ ਜੀ, ਜਿੱਥੇ ਕਿ ਆਪਾਂ ਉਹ ਇੱਕ ਚੀਜ਼ ਹੈ ਮੈਨੂੰ ਹੋਰ ਉੱਥੇ ਬੜੀ ਵਧੀਆ ਲੱਗੀ ਕਿ ਉੱਥੇ ਨਾ ਮੈਂ ਵੀ ਇਹੀ ਕਹਿਣ ਲੱਗਾ ਸੀ ਜੀ। ਹਾਂਜੀ ਕੈਰੀ ਔਨ, ਸੌਰੀ। ਹਾਂਜੀ, ਉੱਥੇ ਦਫ਼ਤਰਾਂ 'ਚ ਬਹੁਤ ਪੁਰਾਣੀਆਂ ਜਿਹੜੀਆਂ ਇਹ ਨਾਮ ਹੈਗੇ ਨੇ, ਹਾਲੇ ਵੀ ਉਹਨਾਂ ਨੇ ਬੜੇ ਸੰਭਾਲ ਕੇ ਰੱਖੇ ਹੋਏ ਨੇ। ਭਾਵੇਂ ਸਕੂਲ ਨੇ, ਭਾਵੇਂ ਕਾਲਜ ਨੇ, ਭਾਵੇਂ ਡੀਸੀ ਦਫ਼ਤਰ ਨੇ, ਉਹਨਾਂ ਵਿੱਚ ਜਿਹੜੇ ਪੁਰਾਣੇ ਨਾਮ ਨੇ 1849 ਤੋਂ ਲੈ ਕੇ ਦੇਖ ਲਓ ਜਿਹੜੇ ਨਾਮ ਆ 1849 ਤੋਂ, ਉਹਨਾਂ ਨੇ ਬੜੇ ਪ੍ਰਾਊਡਲੀ ਜਿਹੜੇ ਹੈਗੇ ਆ ਉਹ ਕੰਧਾਂ ਦੇ ਉੱਤੇ ਜਿਹੜੇ ਹੈਗੇ ਡਿਸਪਲੇ ਕਰਕੇ ਰੱਖੇ ਹੋਏ ਆ ਪੁਰਾਤਨ। ਇਨਕ੍ਰੈਡੀਬਲ ਜੀ। ਹਾਂਜੀ, ਉਹਨਾਂ ਲੋਕਾਂ ਨੂੰ ਮਤਲਬ ਹੈਰੀਟੇਜ ਜਾਂ ਇਦਾਂ ਦੀ ਚੀਜ਼ਾਂ ਪੁਰਾਣੀਆਂ ਰੱਖਣ ਦਾ ਮੈਨੂੰ ਲੱਗਦਾ ਵੀ ਆਪਣੇ ਇੰਡੀਆ ਵਾਲੀ ਸਾਈਡ ਨਾਲੋਂ ਥੋੜਾ ਜਿਹਾ ਜ਼ਿਆਦਾ ਦੇ ਆਰ ਮੋਰ ਫੌਂਡ ਆਫ ਦੈਟ। ਜੀ ਇਹ ਮਹਿਸੂਸ ਨੈਚੁਰਲੀ ਕੀਤੀ ਜਾ ਸਕਦੀ। ਸਕੂਲਾਂ ਦੇ ਵਿੱਚ ਵੀ ਇਵੇਂ ਹੈ ਕਿ ਓਰੀਜਨਲ ਜਿਹੜੇ ਪਲਾਕ ਨੇ ਜਿਨ੍ਹਾਂ ਨੇ ਸਕੂਲ ਬਣਾਇਆ, ਪੈਸੇ ਦਿੱਤੇ ਓਰੀਜਨਲ ਉਹਨਾਂ ਦੀਆਂ, ਜਿਨ੍ਹਾਂ ਵਿੱਚ ਬਹੁਤ ਵਾਰ 12 ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਪੈਸੇ ਜਿਹੜੇ ਸਿੱਖਾਂ ਨੇ ਬਹੁਤ ਦਿੱਤੇ ਸਨ, ਉਹ ਉਵੇਂ ਹੀ ਨਾਮ ਉਹਨਾਂ ਨੇ ਕੋਈ ਬਿਠਾਇਆ ਨਹੀਂ, ਨਾ ਕੋਈ ਚੇਂਜ। ਉਹ ਪਲਾਕਾਂ ਉਵੇਂ ਹੀ ਤੁਹਾਨੂੰ ਨਜ਼ਰ ਆਉਂਦੀਆਂ ਨੇ ਜੀ।
ਸੋ ਇਹ ਮੈਂ ਤੁਹਾਨੂੰ ਹੋਰ ਇੱਕ ਜਗ੍ਹਾ ਦੇ ਉੱਤੇ, ਮਤਲਬ ਇਹ ਅਲੱਗ-ਅਲੱਗ ਸਪੌਟਸ ਨੇ ਜਿੱਥੇ ਜਿੱਥੇ ਹੋ ਸਕੇ ਮੈਂ ਉਹਨਾਂ ਦੀ ਐਗਜ਼ੈਕਟ ਜਗ੍ਹਾ ਤਾਂ ਨਹੀਂ ਫਿਲਹਾਲ ਦੱਸ ਰਿਹਾ, ਮਤਲਬ ਇਹ ਹੋਰ ਜਿੱਦਾਂ ਇਹ ਜਨਮ ਸਾਖੀ ਹੈ ਹੱਥ ਲਿਖੀ ਹੋਈ, ਇਹਦੇ ਵਿੱਚ ਹੋਰ ਇੱਕ ਹੈ ਜਿਹਦੇ ਵਿੱਚ ਤੁਸੀਂ ਸਾਖੀਆਂ ਦੇ ਨਾਮ ਦੇਖੋ। ਸੱਜੇ ਪਾਸੇ ਦੇਖੋ, ਸਾਖੀ ਊਠਾਂ ਦੀ, ਕਤਾਰਾਂ ਦੀ, ਕਰੋੜਾਂ ਬ੍ਰਹਮੰਡ ਹਨ। ਸਾਖੀ ਆਲੀ ਸਿੰਘ ਮਾਲੀ ਸਿੰਘ ਦੀ, ਬਾਬਾ ਬੰਦੇ ਦਾ ਧਿਆਨ। ਸਾਖੀ ਸ਼੍ਰੀ ਬਾਵਲੀ ਦੀ, ਅਕਬਰ ਬਾਦਸ਼ਾਹ ਦਾ ਸਿੱਖ ਹੋਣਾ। ਸਾਖੀ ਪਈ ਇਹ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਰਿਸਰਚਰਸ ਦੇ ਕੰਮ ਦੀਆਂ ਨੇ। ਇਹਨਾਂ ਦੇ ਉੱਤੇ ਬਹੁਤਾ ਜ਼ਿਆਦਾ ਜਿੱਦਾਂ ਹਾਲੇ ਕੰਮ ਜਿਹੜਾ ਹੈਗਾ ਉਹ ਹੋਇਆ ਨਹੀਂ ਆ, ਜਿਹੜਾ ਆਪਾਂ ਨੂੰ ਬਹੁਤ ਜਿਹੜਾ ਖਜ਼ਾਨਾ ਆ ਇਸ ਵੇਲੇ ਪਾਕਿਸਤਾਨ ਦੇ ਵਿੱਚੋਂ ਜਿਹੜਾ ਹੈਗਾ ਮਿਲਦਾ। ਤੁਸੀਂ ਇਹ ਮੈਂ ਕੁਝ ਇੰਡੈਕਸ ਪੇਜ ਜਿਹੜੇ ਹੈਗੇ ਆ ਉਹ ਤੁਹਾਨੂੰ ਇੰਡੈਕਸ ਪੇਜ ਜਿਹੜੇ ਹੈਗੇ ਉਹਦੇ ਦਿਖਾ ਰਿਹਾ। ਨੈਚੁਰਲੀ ਪੰਨੂ ਸਾਹਿਬ, ਜਿਵੇਂ ਤੁਸੀਂ ਇਹ ਪੇਜ ਦਿਖਾ ਰਿਹਾ, ਮੇਰੇ ਖਿਆਲ ਜਿਵੇਂ ਜਿਵੇਂ ਤੁਸੀਂ ਇਹਨਾਂ ਜਗ੍ਹਾਵਾਂ ਤੇ ਜਾਂਦੇ ਗਏ ਤੁਹਾਨੂੰ ਮਹਿਸੂਸ ਹੋਣ ਲੱਗ ਪਿਆ ਕਿੰਨਾ ਥੋੜਾ ਸਮਾਂ ਤੁਹਾਡੇ ਕੋਲ ਹੈ ਇਹਨਾਂ ਨੂੰ ਦੇਖਣ ਦਾ, ਤੇ ਕਿੰਨਾ ਸਮਾਂ ਵੱਧ ਚਾਹੀਦਾ ਹੈ ਇਹਨਾਂ ਨੂੰ, ਪੰਜਾਬੀ ਸਿੱਖ ਭਾਈਚਾਰੇ ਨੂੰ ਇਹ ਸਾਰਾ ਕੁਝ ਜਿਹੜਾ। ਹਾਂਜੀ ਵੀਰ ਜੀ, ਆਹ ਤੁਸੀਂ ਦੇਖੋ ਹੁਣ ਇਹਦੇ ਵਿੱਚ ਇਹ ਵਿੱਚ ਹੀ ਹਿੰਦੀ ਹੈਗੀ ਹੈ, ਵਿੱਚ ਹੀ ਆਪਣੇ ਉਰਦੂ ਹੈਗਾ ਹੈ, ਮਤਲਬ ਦੋਨੋਂ ਸਕ੍ਰਿਪਟ ਜਿਹੜੀਆਂ ਹੈਗੀਆਂ ਇਕੱਠੀਆਂ ਕਰਕੇ ਜਿੱਦਾਂ ਹੈਗੀਆਂ ਲਿਖੀਆਂ ਹੋਈਆਂ। ਇਦਾਂ ਦੀਆਂ ਬਹੁਤ ਬੁੱਕਸ ਸੀਗੀਆਂ ਜਿਹੜੀਆਂ ਇਹਦੇ ਵਿੱਚ ਸੱਜੇ ਹੱਥ ਦੇਖੋ ਇਹ ਇੱਕ ਓਂਕਾਰ ਲਿਖਿਆ ਹੋਇਆ ਰਾਈਟ ਸਾਈਡ ਤੇ, ਸੋ ਅਮੇਜ਼ਿੰਗ। ਤੇ ਤੁਸੀਂ ਨੈਚੁਰਲੀ, ਮੈਨੂੰ ਯਾਦ ਹੈ ਪਿਛਲੀ ਵਾਰ ਗੱਲ ਹੋਈ ਸੀਗੀ ਕਿ ਤੁਸੀਂ ਵੀ ਉਰਦੂ ਜਿਹੜੀ ਜ਼ਬਾਨ ਹੈ ਜੀ ਆਪਣੇ ਉਹ ਸਿੱਖ ਰਹੇ ਹੋ ਇਸ ਟਾਈਮ। ਜੀ ਜੀ, ਮੈਂ ਐਕਚੁਅਲੀ ਬਚਪਨ ਤੋਂ ਥੋੜੀ ਬਹੁਤਾ ਉਰਦੂ ਪੜ੍ਹਨਾ, ਜਿੱਦਾਂ ਆਹ ਲਿਖਿਆ ਹੋਇਆ ਜੀ ਗੁਰਬਾਣੀ। ਹਾਂਜੀ, ਤਾਂ ਉਹਨਾਂ ਨਾਲ ਥੋੜੀ ਜਿਹੀ ਜਿਹੜੀ ਹੈਗੀ ਹੈ ਹੈਲਪ ਮਿਲ ਜਾਂਦੀ ਹੈ। ਇਹ ਸ਼ੇਖ ਫਰੀਦ ਜੀ ਦੇ ਸ਼ਲੋਕ ਨੇ ਕੁਛ, ਇਹ ਬਾਬਾ ਫਰੀਦ ਦੋਹੇ ਬਾਬਾ ਫਰੀਦ ਜੀ। ਇਹਦੇ ਵਿੱਚ ਆਪਾਂ ਨੂੰ ਬਹੁਤ ਚੀਜ਼ਾਂ ਇਹੋ ਜਿਹੀਆਂ ਮਿਲਦੀਆਂ ਜਿਹੜੀਆਂ ਆਪਣੇ ਨਾਲ ਕਈ ਵਾਰੀ ਮੈਚ ਨਹੀਂ ਕਰਦੀਆਂ ਹੁੰਦੀਆਂ, ਜਿਹੜੀਆਂ ਅੱਗੇ ਜਾ ਕੇ ਆਪਾਂ ਨੂੰ ਰਿਸਰਚ ਜਿਹੜੀ ਹੈਗੀ ਹੈ ਕਰਨ ਦੇ ਵਿੱਚ ਉਹ ਹੈਲਪ ਕਰਦੀਆਂ ਹੈ। ਬੜੀ ਇੰਟਰਸਟਿੰਗ। ਹਾਂਜੀ, ਜ਼ਿਆਦਾ ਜਿਹੜੀ ਹਾਲਤ ਹੈਗੀ ਆ ਉੱਥੇ ਦੇ ਪੁਰਾਤਨ ਸਰੂਪ ਜਾਂ ਜਿੰਨੀ ਚੀਜ਼ਾਂ ਮਿਲੇ ਉਹ ਇਸ ਹਾਲਤ ਦੇ ਵਿੱਚ ਜਿਹੜੇ ਹੈਗੇ ਉਹ ਸੀਗੇ ਜਿਹਨਾਂ ਨੂੰ ਹੁਣ, ਹਾਂਜੀ, ਜਿਹੜਾ ਹੁਣ ਇਸ ਵੇਲੇ ਆਪਾਂ ਕੰਮ ਕਰ ਰਹੇ ਹਾਂ ਕਿ ਆਪਾਂ ਇਹਨਾਂ ਲਾਇਬ੍ਰੇਰੀਜ਼ ਤੋਂ ਜਗ੍ਹਾ ਲੈ ਲਈ ਹੈ, ਵਿੱਚ ਹੀ ਉਹਨਾਂ ਤੋਂ ਇੱਕ ਕਮਰਾ ਜਿਹੜਾ ਉਹਨਾਂ ਨੂੰ ਠੀਕ ਲੱਗਾ ਉਹਨਾਂ ਤੋਂ ਲੈ ਕੇ ਉਸ ਕਮਰੇ ਨੂੰ ਆਪਾਂ ਸਾਫ਼ ਕਰਵਾ ਕੇ ਇਹਨਾਂ ਨੂੰ ਮਤਲਬ ਪ੍ਰੈਜ਼ੈਂਟੇਬਲ ਹਾਲਤ ਜਿਹੜੀ ਹੈਗੀ ਹੈ ਸਾਫ਼ ਸਫਾਈ ਕਰਵਾ ਕੇ ਇਹਨਾਂ ਦੇ ਰੁਮਾਲਾ ਚੜਾ ਕੇ ਜਾਂ ਕੈਬਨਿਟ ਬਣਵਾ ਕੇ, ਤਾਂ ਕਿ ਜਦੋਂ ਸਿੱਖ ਸੰਗਤ ਵਿਦੇਸ਼ਾਂ ਤੋਂ ਜਾਂ ਇੰਡੀਆ ਤੋਂ ਕਦੀ ਵੀ ਵਿਜ਼ਿਟ ਕਰਨ ਆਵੇ ਉਹਨਾਂ ਨੂੰ ਜਿਹੜਾ ਹੈਗਾ ਆ ਕੇ ਇਹ ਉਲੰਭਾ ਦੇਣ ਦਾ ਮੌਕਾ ਨਾ ਮਿਲੇ ਕਿ ਸਾਡੀ ਚੀਜ਼ਾਂ ਜਿਹੜੀਆਂ ਹੈਗੀਆਂ ਕਿਵੇਂ ਰੱਖੀਆਂ ਹੋਈਆਂ, ਤਾਂ ਕਿ ਉਹ ਪੋਜ਼ਿਟਿਵਲੀ ਆਉਂਦੇ ਹੀ ਪੋਜ਼ਿਟਿਵ ਇੰਪੈਕਟ ਲੈ ਕੇ ਪੋਜ਼ਿਟਿਵ ਕੰਮ ਸ਼ੁਰੂ ਕਰਨ। ਸੋ ਮੈਂ ਤਾਂ ਆਪਣੇ ਲਈ ਕਹਿ ਲਓ ਵੀ ਇਹੀ ਇੰਨਾ ਕੁ ਆਪਣੇ ਆਪ ਨੂੰ ਕੰਮ ਆਪਣੇ ਵੱਲੋਂ ਸੌਂਪਿਆ ਹੋਇਆ ਪਈ। ਪ੍ਰਮਾਤਮਾ ਨੇ ਸ਼ਾਇਦ ਮੈਨੂੰ ਇਸੇ ਹੀ ਡਿਊਟੀ ਤੇ ਲਾਇਆ ਕਿ ਇਹ ਜਿਹੜੀਆਂ ਹੈਗੀਆਂ ਜਦੋਂ ਵੀ ਕੋਈ ਵਿਜ਼ਿਟ ਕਰਨ ਆਵੇ ਬਾਹਰੋਂ ਉਹਨੂੰ ਥੋੜੀਆਂ ਚੰਗੀ ਹਾਲਤ ਦੇ ਵਿੱਚ ਮਿਲਣ। ਸੋ ਦੈਟਸ ਵਾਟ ਆਮ ਟ੍ਰਾਈਂਗ ਟੂ ਕਲੀਨ ਅਪ ਜੀ ਲੋਟ ਆਫ ਸਟਰਕਚਰ ਲਾਈਕ ਦਿਸ। ਪੰਨੂ ਸਾਹਿਬ, ਇੱਕ ਸਵਾਲ ਨੈਚੁਰਲੀ ਜਿਹੜਾ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਇਸ ਸਾਰੇ ਸੰਗ੍ਰਹਿਵਾਂ ਨੂੰ, ਇਹਨਾਂ ਬੁੱਕਸ ਨੂੰ ਜਿਹੜੀ ਉੱਥੇ ਦੀ ਵਾਕਫ ਬੋਰਡ ਹੈ ਤੇ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕਿ ਉਹ ਕੋਈ ਇਨੀਸ਼ੀਏਟਿਵ ਨਹੀਂ ਲੈ ਰਹੀ ਇਹਨਾਂ ਨੂੰ ਜਿਹੜਾ ਪ੍ਰੀਜ਼ਰਵ ਕਰਨ ਦੇ ਪੱਖੋਂ, ਇਹਨਾਂ ਨੂੰ ਕੈਟਾਲੌਗ ਕਰਨ ਦੇ ਪੱਖੋਂ ਇਹਨਾਂ ਨੂੰ? ਨਹੀਂ ਜੀ, ਉਹ ਤਦ ਹੋਊਗਾ ਜਦੋਂ ਇਹ ਚੀਜ਼ਾਂ ਬਾਹਰ ਆ ਜਾਣਗੀਆਂ, ਜਦੋਂ ਆਪਾਂ ਸਾਫ਼ ਸਫਾਈ ਕਰਕੇ ਰੱਖ ਦੇਵਾਂਗੇ ਜਾਂ ਲੋਕਾਂ ਨੂੰ ਪਤਾ ਲੱਗੂਗਾ ਕਿੱਥੇ ਹੈਗੀਆਂ। ਇਹਨਾਂ ਦੀ ਐਕਸੈਸ ਹੀ ਨਹੀਂ ਹੈਗੀ ਆਮ ਲੋਕਾਂ ਤੱਕ ਜਾਂ ਕਿਸੇ, ਇਹ ਬਹੁਤ ਅਲੱਗ-ਅਲੱਗ ਬਹੁਤ ਮੁਸ਼ਕਲ ਨਾਲ ਇੰਨੇ ਸਾਲਾਂ ਦੇ ਆਪਣੀ ਕਹ ਲਓ ਵੀ ਦੋਸਤੀ ਜਾਂ ਪਰਸਨਲ ਕੰਟੈਕਟਸ ਦੇ ਨਾਲ ਆਪਾਂ ਇਹਨਾਂ ਚੀਜ਼ਾਂ ਦੇ ਤੱਕ ਜਿਹੜਾ ਹੈਗਾ ਉਹ ਪਹੁੰਚੇ ਆ। ਮਤਲਬ ਇਦਾਂ ਨਹੀਂ ਹੈਗਾ, ਆਪਾਂ ਇਦਾਂ ਨਹੀਂ ਜਾ ਕੇ ਲੱਭ ਸਕਦੇ ਕਿ ਫਲਾਨੀ ਲਾਇਬ੍ਰੇਰੀ ਚ ਇੱਥੇ ਫਲਾਨੀ ਜਗ੍ਹਾ ਤੇ ਇਹ ਇਦਾਂ ਪਈਆਂ ਨੇ। ਇਟ ਇਜ਼ ਨਾਟ ਲਾਈਕ ਦਿਸ। ਸੋ ਇਹ ਬਹੁਤ ਖਿਲ ਰਿਹਾ ਹੋਇਆ ਸਮਾਨ ਹੈ ਔਰ ਉਹਨੂੰ ਬੜੇ ਧਿਆਨ ਦੇ ਨਾਲ ਇਹਦੀ ਰਿਸਰਚ ਵੀ ਇਸ ਹਿਸਾਬ ਨਾਲ ਕਰਨੀ ਪੈਂਦੀ ਹੈ ਵੀ ਆਪਾਂ ਨੂੰ ਐਕਸੈਸ ਵੀ ਮਿਲਦੀ ਰਹੇ ਔਰ ਉਹਨੂੰ ਆਪਾਂ ਸਾਫ਼ ਸਫਾਈ ਵੀ ਕਰਦੇ ਰਹੀਏ ਔਰ ਉਹਨੂੰ ਬਕਾਇਦਾ ਇੱਕ ਸਿਸਟਮ ਦੇ ਵਿੱਚ ਨੋਟ ਵੀ ਕਰਦੇ ਰਹੀਏ। ਔਰ ਸਭ ਤੋਂ ਵੱਡੀ ਗੱਲ ਇਹ ਹੈ ਉਹਨੂੰ ਆਪਾਂ ਉਹਨਾਂ ਲੋਕਾਂ ਤੋਂ ਬਚਾਈਏ। ਜਿਵੇਂ ਆਪਾਂ ਨੂੰ ਪਤਾ ਹੈ ਇੰਡੀਆ 'ਚ ਪਿਛਲੇ ਸਾਲ ਕਾਫੀ ਖਬਰ ਵੱਡੀ ਆਈ ਸੀ, ਪਤਾ ਨਹੀਂ ਕਿੰਨੇ 100 ਸਰੂਪ ਜਿਹੜੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਜਾਂ ਜਿਹੜੇ ਪੁਰਾਤਨ ਸੀਗੇ ਉਹ ਚੋਰੀ ਹੋ ਗਏ ਜਾਂ ਗਾਇਬ ਹੋ ਗਏ। ਹਾਂਜੀ, ਆਪਾਂ ਇਹ ਨਹੀਂ ਚਾਹੁੰਦੇ ਚੀਜ਼ ਕਿ ਇਹ ਚੀਜ਼ ਫਿਰ ਪਾਕਿਸਤਾਨ 'ਚ ਵੀ ਇਹ ਪ੍ਰੋਬਲਮ ਆਵੇ, ਕਿਉਂਕਿ ਜਿਹੜੇ ਲੋਕੀ ਇਸ ਚੀਜ਼ ਦਾ ਬਿਜ਼ਨਸ ਕਰਦੇ ਨੇ ਉਹਨਾਂ ਦਾ ਧਿਆਨ ਇਦਾਂ ਦੀ ਚੀਜ਼ਾਂ ਤੇ ਜਾਂ ਇਦਾਂ ਦੀ ਖਬਰਾਂ ਤੇ ਜਦੋਂ ਆਪਾਂ ਕੰਮ ਕਰਦੇ ਉਹਨਾਂ ਦਾ ਬਹੁਤ ਹੁੰਦਾ ਇਹਨਾਂ ਕੰਮਾਂ ਤੇ ਵੀ ਇਹ ਕੀ ਹੋ ਰਿਹਾ ਕਿੱਥੇ ਹੋ ਰਿਹਾ। ਉਹ ਫਿਰ ਇਹਨੂੰ ਜਿਹੜਾ ਹੈਗਾ ਉਹ ਆਪਣੇ ਵੱਲੋਂ ਉਹਨੂੰ ਹੋਰਡਿੰਗ ਜਿੱਦਾਂ ਉਹਨੂੰ ਸਟੋਰ ਕਰਨਾ ਜਾਂ ਕਿਤੇ ਰੱਖਣਾ ਜਾਂ ਮੁੜ ਕੇ ਨਿਲਾਮ ਕਰਨਾ, ਇਹਨਾਂ ਚੀਜ਼ਾਂ ਦੇ ਲਈ ਹੈਗਾ ਉਹ ਯੂਟੀਲਾਈਜ਼ ਜਿਹੜਾ ਕਰਨਾ ਸ਼ੁਰੂ ਕਰਨ ਲੱਗ ਪੈਂਦੇ ਆ। ਸੋ ਇਸ ਕਰਕੇ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਵੀ ਇਸ ਚੀਜ਼ ਨੂੰ ਆਪਾਂ ਕਿੱਦਾਂ ਜਦੋਂ ਲੋਕਾਂ ਸਾਹਮਣੇ ਲੈ ਕੇ ਆਈਏ, ਕਿੱਦਾਂ ਲੈ ਕੇ ਆਈਏ, ਉਹਦੀ ਪੂਰੀ ਸਿਕਿਉਰਿਟੀ ਦਾ ਕੀ ਇੰਤਜ਼ਾਮ ਹੋਵੇ। ਔਰ
ਉਸ ਡਿਪਾਰਟਮੈਂਟ ਨੂੰ, ਜਿੱਥੇ ਵੀ ਆਪਾਂ ਡਿਪਾਰਟਮੈਂਟ 'ਚ ਇਹ ਚੀਜ਼ਾਂ ਪਈਆਂ ਨੇ, ਉਹਨਾਂ ਨੂੰ ਇਹਦੀ ਪੂਰੀ ਜਿਹੜੀ ਹੈਗੀ ਵੈਲਿਊ ਆਪਣੇ ਵੱਲੋਂ ਕੰਪਲੀਟਲੀ ਤਾਂ ਦਸੀਏ ਵੀ ਇਹ ਚੀਜ਼ਾਂ ਪਾਕਿਸਤਾਨ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਰਿਸਰਚਰ ਹੈ ਉਹਨਾਂ ਦੇ ਲਈ ਬਹੁਤ ਇੱਕ ਵੱਡੀ ਜਿਹਨੂੰ ਕਹਿ ਲਓ ਵੀ ਵਿਜ਼ਿਟ ਦਾ ਜਿਹੜਾ ਹੈਗਾ ਰੀਜ਼ਨ ਬਣ ਸਕਦੀਆਂ, ਐਜ਼ ਲੌਂਗ ਐਜ਼ ਕਿ ਸਾਨੂੰ ਪਤਾ ਹੋਵੇ ਵੀ ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਕਿਤੋਂ ਮਤਲਬ ਗਾਇਬ ਨਹੀਂ ਹੋ ਰਹੀਆਂ। ਮਤਲਬ ਤਾਂ ਹੀ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਲੌਂਗ ਰਨ ਦੇ ਲਈ ਪ੍ਰੀਜ਼ਰਵ ਕਰ ਸਕਦੇ ਹਾਂ। ਮੈਂ ਤਾਂ ਫਿਲਹਾਲ ਇਹ ਮੰਨ ਕੇ ਚੱਲ ਰਿਹਾ ਵੀ ਜਿੰਨੀਆਂ ਚੀਜ਼ਾਂ ਆਪਾਂ ਨੂੰ ਉੱਥੇ ਪਈਆਂ ਨੇ, ਜੋ ਆਪਾਂ ਨੂੰ ਸਮਾਨ ਉੱਥੇ ਪਾਕਿਸਤਾਨ ਦੇ ਵਿੱਚ ਜਿੰਨਾ ਪਿਆ ਹੈ, ਜੇ ਆਪਣੇ ਲਈ ਉਹੋ ਹੀ ਇਫ ਵੀ ਆਰ ਏਬਲ ਟੂ ਪ੍ਰੀਜ਼ਰਵ ਦੈਟ, ਆਈ ਥਿੰਕ ਇਟਸ ਨਾਟ ਟੂ ਲੇਟ। ਹਾਲੇ ਵੀ ਮਤਲਬ ਆਪਾਂ ਇਹਨੂੰ ਕਾਫੀ ਜਿਹੜਾ ਹੈਗਾ ਅੱਗੇ ਲੰਬੇ ਸਮੇਂ ਤੱਕ ਜਿਹੜਾ ਹੈਗਾ ਉਹਨੂੰ ਪ੍ਰੀਜ਼ਰਵ ਕਰ ਸਕਦੇ ਹਾਂ। ਲੋੜ ਸਿਰਫ ਇਹ ਹੈਗੀ ਹੈ ਕਿ ਆਪਾਂ ਜਦੋਂ ਪਾਕਿਸਤਾਨ ਜਾਂਦੇ ਹਾਂ, ਜਿਹੜੇ ਲੋਕੀ ਜਾਂਦੇ ਆ ਉਹ ਸਿਰਫ ਆਪਣੀ ਵਿਜ਼ਿਟ ਨੂੰ ਕੁਝ ਗੁਰਦੁਆਰਾ ਸਾਹਿਬ ਤੱਕ ਹੀ ਸੀਮਤ ਨਾ ਰੱਖਣ। ਆਪਾਂ ਜਿਵੇਂ ਆਪਣੀ ਕਿਤਾਬ ਦੇ ਵਿੱਚ ਇਹ ਪੂਰੀ ਡਿਟੇਲ ਦਿੱਤੀ ਹੋਈ ਹੈ, ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਹੈਗੀ, ਉਹਦੀ ਜਿਹੜੀ ਡਿਟੇਲ ਹੈ ਉਹ ਕਿੱਦਾਂ ਮਿਲਦੀ ਹੈ। ਸੋ ਸਾਡੀ ਤਾਂ ਇਹੀ ਬੇਨਤੀ ਹੈ ਕਿ ਮਤਲਬ ਜ਼ਿਆਦਾ ਵਿਜ਼ਿਟ ਕਰੋ। ਇੱਕ ਮੈਂ ਛੋਟੀ ਜਿਹੀ ਵੀਡੀਓ ਹੋਰ ਆਪਣੇ ਤੁਹਾਡੇ ਦੇਖਣ ਵਾਲਿਆਂ ਨੂੰ ਜੀ ਦਿਖਾਉਣੀ ਚਾਹੂੰਗਾ। ਜਰੂਰ। ਆਂਦਾ ਫਿਰ ਬੋਲਿਆ ਨੇ ਜੀਮ ਜੰਦਰੇ ਮਾਰ ਕੇ ਯਾਰ ਤੁਰ ਗਏ। ਓਏ 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 ਰੰਧਾਵਾ ਸਾਹਿਬ ਜੀ, ਇਹ ਪਿੰਡ ਦੇ ਜਿਹੜੇ ਸਾਹਮਣੇ ਤੁਸੀਂ ਲੋਕ ਦੇਖ ਰਹੇ ਹੋ ਨਾ ਜੀ, ਇਹਨਾਂ ਵਿੱਚ ਜਿਹੜੇ ਸੱਜੇ ਪਾਸੇ ਲਾਲ ਪੱਗ ਵਾਲੇ ਨੇ, ਇਹਨਾਂ ਦੇ ਫਾਦਰ ਸਿੱਖ ਸੀਗੇ ਜਿਹੜੇ ਕਿ ਮੁਸਲਮਾਨ ਬਣ ਗਏ। ਬਹੁਤ ਪਿੰਡਾਂ 'ਚ ਇਹੋ ਜਿਹੇ ਲੋਕ ਮਿਲਦੇ ਨੇ ਜਿਹੜੇ ਸੀ 47 ਜਿਹੜੇ ਮੁਸਲਮਾਨ ਬਣ ਗਏ ਸੀ। ਸੋ ਇਹ ਜਿਹੜੇ ਸੱਜੇ ਹੱਥ ਨੇ, ਇਹਨਾਂ ਦੇ ਬਾਪ ਦਾ ਨਾਮ ਮੈਨੂੰ ਨਾਮ ਭੁੱਲ ਗਿਆ, ਉਹ ਸਰਦਾਰ ਸਿੱਖ ਸੀ ਤੇ ਮੁੜ ਕੇ ਇਹ ਉਸ ਵੇਲੇ ਬੱਚੇ ਸੀਗੇ ਤੇ ਮੁੜ ਕੇ ਇਹ ਹੁਣ ਇਸ ਵੇਲੇ ਮੁਸਲਮਾਨ ਫੈਮਿਲੀ ਹੈਗੀ ਆ। ਇਸ ਪਿੰਡ 'ਚ 2 ਪਰਿਵਾਰ ਇਹੋ ਜਿਹੇ ਸਾਨੂੰ ਮਿਲੇ ਨੇ ਜਿਹੜੇ ਕਿ ਪਹਿਲਾਂ ਸਿੱਖ ਸੀਗੇ, ਮੁੜ ਕੇ ਉਹ ਕਨਵਰਟ ਹੋ ਕੇ ਮੁਸਲਮਾਨ ਬਣ ਗਏ। ਹੁਣ ਉੱਥੇ ਦੇ ਇਹ ਬਾਬਾ ਜੀ ਜਿਹੜੇ ਹੈਗੇ ਆ ਸਾਨੂੰ ਆਹ ਜਿਹੜੀ ਗੱਲ ਸੁਣਾ ਰਹੇ ਆ। ਓ ਜੀਮ ਜੰਦਰੇ ਮਾਰ ਕੇ ਯਾਰ ਤੁਰ ਗਏ। ਉਹ ਸੁਣਿਆ ਛੱਡ ਕੇ ਮੈਂ ਤੇ ਮੰਦਰਾਂ ਨੂੰ। ਜੀਮ ਜੰਦਰੇ ਮਾਰ ਕੇ ਯਾਰ ਤੁਰ ਗਏ, ਸੁਣਿਆ ਛੱਡ ਕੇ ਮੈਂ ਤੇ ਮੰਦਰਾਂ ਨੂੰ। ਉਹ ਪਾਣੀ ਉਛਲਦਿਆਂ ਨਹੀਂ ਬੁੱਝਦੀ ਜਦੋਂ ਲੱਗੀ ਹੋਵੇ ਅੰਗ ਅੰਦਰਾਂ ਨੂੰ। ਪਾਣੀ ਉਛਲਦਿਆਂ ਨਹੀਂ ਬੁੱਝਦੀ ਲੱਗੀ ਹੋਵੇ ਅੰਗ ਅੰਦਰਾਂ ਨੂੰ। ਹਾਂ ਅੱਗੇ ਇੱਕ ਵਾਰੀ ਪਿਆਰੀਏ ਲੱਗ ਸੀਨੇ, ਉਹ ਕੌਣ ਮਰੇ ਜੀਵੇ ਜਣਾ 15। ਕਿਆ ਬਾਤ ਹੈ। ਆਂਦਾ ਸੀਨੇ ਲੱਗ ਕੌਣ ਮਰੇ ਜੀਵੇ ਜਣਾ 15 ਨੂੰ। ਬੀਬਾ ਜਿੰਨਾ 15 ਦਿਨਾਂ ਦਾ ਕੋਈ ਪਤਾ ਨਹੀਂ। ਜੀ ਜੀ ਬਿਲਕੁਲ। ਦੁਨੀਆ ਦੇ ਪਿਆਰ ਮੁਹੱਬਤ ਜੀ। ਆਂਦਾ ਅਲਫਾਜੀ ਰਾਤ ਸੁਹਾਗ ਵਾਲੀ ਭਲਕੇ ਰੱਬ ਜਾਣੇ ਕਿਹੜਾ ਰੰਗੋ ਸੀ। ਅਲਫਾਜੀ ਰਾਤ ਸੁਹਾਗ ਵਾਲੀ ਭਲਕੇ ਰੱਬ ਜਾਣੇ ਕਿਹੜਾ ਰੰਗੋ ਸੀ। ਕਦੋਂ ਤੁਸਾਂ ਦੇ ਸੱਜਣ ਫੇਰ ਮਿਲਸਣ। ਆਏ ਹੋ ਕਦੋਂ ਤੁਸਾਂ ਦੇ ਸੱਜਣ ਫੇਰ ਮਿਲਸਣ, ਕਦੋਂ ਭਲ ਭਲੇਵੜਾ ਸੰਗੋ ਸੀ। ਉਹ ਕੋਈ ਗੱਲ ਦੱਸੋ ਉਹ ਜਿਹੜੀ ਯਾਦ ਰੱਖੀਏ। ਤੁਸਾਂ ਬਾਜੋਂ ਦਿਲ ਤੰਗੋ ਸੀ। ਉਸ ਹੁਰਮਮ ਦਾ ਮੇਲੇ ਜ਼ਿੰਦਗੀ ਦੇ ਕਿਤੇ ਸ਼ਮਾ ਤੇ ਕਿਤੇ ਪਤੰਗ। ਅੱਲਾਹ ਵਾਹ ਕੁਛ ਨਹੀਂ ਲਿਆ ਮੇਲੇ ਜ਼ਿੰਦਗੀ ਥੋੜਾ ਅੱਲਾਹ ਪਾਕ ਚੰਗਾ ਜੀ। ਸੋ ਵੀਰ ਜੀ ਮੈਂ ਜਸਟ ਹਾਂਜੀ ਮੈਂ ਤੁਹਾਨੂੰ ਜਿਹੜਾ ਹੈਗਾ ਆਈ ਜਸਟ ਵਾਂਟਡ ਟੂ ਸ਼ੋ ਯੂ ਦੈਟ ਬੜਾ ਇਮੋਸ਼ਨਲ ਸੀ। ਸੋ ਇਹ ਆ ਵੀ ਤੁਸੀਂ ਵੀ ਉੱਥੇ ਜਾ ਕੇ ਦੇਖ ਕੇ ਆਏ ਹੋ। ਆਪਣਾ ਉੱਥੇ ਇੰਨਾ ਕੁਝ ਹੈਗਾ ਆ, ਇੰਨਾ ਜ਼ਿਆਦਾ ਸਮਾਨ ਪਿਆ ਆ। ਇਹ 6ਵੇਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਹੈਗਾ ਜਿਹੜਾ ਮੈਂ ਹੁਣ ਦਰਸ਼ਨ ਕਰਾਉਣ ਲੱਗਿਆ। ਗੁਰਦੁਆਰਾ 6ਵੀਂ ਪਾਤਸ਼ਾਹੀ ਹਾਫਿਜ਼ਾਬਾਦ 'ਚ ਹੈਗਾ। ਇੱਥੇ 6ਵੀਂ ਪਾਤਸ਼ਾਹੀ ਜਦੋਂ ਗਏ, ਇਹਨਾਂ ਨੇ ਆਪਣੇ ਸਿੱਖਾਂ ਨੂੰ ਜਿਹੜੇ ਉਹਨਾਂ ਨੂੰ ਜਪਜੀ ਸਾਹਿਬ ਦਾ ਜਿਹੜਾ ਹੈਗਾ ਐਕਸਪਲੇਨੇਸ਼ਨ ਜਿਹੜੀ ਵਿਆਖਿਆ ਕਰਕੇ ਜਿਹੜੀ ਸੁਣਾਈ ਸੀਗੀ। ਇੱਥੇ ਹੁਣ ਵੀ ਜਿਹੜੀਆਂ ਪੁਰਾਣੀਆਂ ਸਲੈਬਸ ਜਿਹੜੀਆਂ ਹੈਗੀਆਂ ਨੇ, ਇਹ ਉਸ ਗੁਰਦੁਆਰਾ ਸਾਹਿਬ ਦੇ ਉੱਪਰ ਦੀ ਤਸਵੀਰ ਹੈ, ਗੁੰਬਦ ਦੀ ਤਸਵੀਰ ਹੈ। ਬੜੀ ਇੰਟਰਸਟਿੰਗਲੀ ਪੰਨੂ ਸਾਹਿਬ ਇਹ ਜਿਹੜਾ ਆਰਕੀਟੈਕਚਰ ਤੁਸੀਂ ਦਿਖਾਇਆ, ਇੱਕ ਵਾਰੀ ਦੁਬਾਰਾ ਵਾਪਸ ਨਾ ਜਾਣਾ। ਪਹਿਲੀ ਜਿਹੜੀ ਤਸਵੀਰ ਸੀ ਤੇ ਤੁਸੀਂ ਜਦੋਂ ਗੁਰਦੁਆਰਾ ਇਸ ਤੋਂ ਪਹਿਲੋਂ ਮਾਫ ਕਰਨਾ ਜਿਹੜੀ ਤਸਵੀਰ ਸੀ ਇਸ ਤੋਂ ਪਹਿਲੋਂ ਜਿਹੜਾ ਪਹਿਲਾ ਫੋਟੋ ਤੁਸੀਂ ਦਿਖਾਈ ਸੀ ਇਹ ਵਾਲੀ, ਤੁਸੀਂ ਜਦੋਂ ਹਸਨਬਦਾਲ ਪੰਜਾ ਸਾਹਿਬ ਜਾਂਦੇ ਬਾਹਰਲਾ ਜਿਹੜਾ ਆਰਕੀਟੈਕਚਰ ਬਿਲਕੁਲ ਸੇਮ ਤੁਹਾਨੂੰ ਨਜ਼ਰ ਆਏਗਾ ਸ਼ਾਇਦ ਉਸ ਇਲਾਕੇ ਦਾ ਜਿਹੜਾ, ਕਿਉਂਕਿ ਮੇਰੇ ਐਨ ਅੱਖਾਂ ਦੇ ਮੂਹਰੇ ਪਹਿਲੀ ਵਾਰ ਜਦੋਂ ਮੈਂ ਅੰਦਰ ਬਣਨ ਲੱਗਾ ਸੀ ਮੈਨੂੰ ਉਹ ਸਾਰਾ ਆਰਕੀਟੈਕਚਰ ਯਾਦ ਆ ਗਿਆ ਜੀ। ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਖਾਸ ਕਰਕੇ ਉੱਪਰ ਜਿਹੜੀ ਬਾਲਕੋਨੀ ਹੈ ਬਾਹਰ ਨਿਕਲੀ ਹੋਈ ਔਰ ਸਾਹਮਣਾ ਉੱਪਰ ਵਾਲਾ ਜਿਹੜਾ ਟਾਲ ਦਰਵਾਜ਼ਾ ਹੈ ਬਿਲਕੁਲ ਉਹਦੇ ਨਾਲ ਦੀ ਮਿਲਦਾ ਜਿਹੜਾ ਮੇਰੇ ਖਿਆਲ ਇਹੋ ਤਾਂ ਕਲਾਸਿਕ। ਹੁਣ ਸੀ ਇਹ ਦੇਖੋ ਇਹਦੇ ਅੰਦਰਲੀ ਛੱਤ ਦੇ ਉੱਪਰ ਜਿਹੜੀ ਕਲਾਕਾਰੀ ਕੀਤੀ ਹੋਈ ਹੈ ਕਿੰਨੀ ਜ਼ਬਰਦਸਤ ਹੈ ਜੀ। ਜਿਹੜੀ ਆਹ ਤਸਵੀਰ ਸਾਹਮਣੇ ਦੇਖ ਰਹੇ ਹੋ ਉਹਦੇ 'ਚ ਜਿਹੜੇ ਰੰਗ ਭਰੇ ਹੋਏ ਆ। ਹੁਣ ਆਪਾਂ ਮਾਡਰਨ ਜਿੰਨਾ ਮਰਜ਼ੀ ਕੰਮ ਕਰਦੇ ਰਹਿੰਦੇ ਆ, ਚੀਜ਼ਾਂ ਬਣੀਆਂ ਬਣਾਈਆਂ ਆਪਾਂ ਮਾਰਬਲ ਦੀਆਂ ਲੈ ਜਾਂਦੇ ਆ, ਪਰ ਜਿਹੜਾ ਹੱਥਾਂ ਨਾਲ ਕੰਮ ਕੀਤਾ ਹੋਇਆ ਪਹਿਲੇ ਮਿਸਤਰੀਆਂ ਨੇ ਆ ਕੇ ਪਤਾ ਲੱਗਦਾ ਵੀ ਉਹਨਾਂ ਨੇ ਰੂਹ ਦੇ ਨਾਲ
ਰੱਬ ਦੇ ਨਾਲ ਉਹਨਾਂ ਦੀ ਲਿਵ ਜਿਹੜੀ ਹੈ ਜੁੜੀ ਹੋਈ ਹੈ, ਜਿਹੜੇ ਮਿਸਤਰੀ ਨੇ ਆਹ ਉੱਪਰ ਰੰਗ ਰੋਗਨ ਇੰਨੀਆਂ ਛੱਤਾਂ ਦੇ ਵਿੱਚ ਖੂਬਸੂਰਤ, ਮਤਲਬ ਇਦਾਂ ਰਾਜਾ ਮਹਾਰਾਜਾ ਦੇ ਮਹਿਲ ਹੁੰਦੇ ਨੇ ਇਦਾਂ ਦੇ, ਮਤਲਬ ਇਹੋ ਜਿਹੇ ਕਮਰੇ ਜਿਹੜੇ ਹੈਗੇ ਨੇ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਹੈਗੇ ਆ, ਉਹਨਾਂ 'ਚ ਇੰਨਾ ਜ਼ਬਰਦਸਤ ਜਿਹੜਾ ਕੰਮ ਕੀਤਾ ਆਪਾਂ ਨੂੰ ਮਿਲਦਾ ਹੈ। ਇਹ ਮਤਲਬ ਰੂਫ ਦੀ ਛੱਤ ਦੇ ਵਿੱਚ ਸ਼ੀਸ਼ੇ ਲੱਗੇ ਹੋਏ, ਔਰ ਜਦੋਂ ਕਦੇ ਥੱਲੇ ਦੀਵੇ ਵਗੈਰਾ ਬਲਦੇ ਹੁੰਦੇ ਸੀ ਤਾਂ ਪੂਰੇ ਜਿਹੜੀ ਜਗਮਗ ਜਿਹੜੀ ਹੈਗੀ ਨਾ ਕਮਰੇ ਦੇ ਅੰਦਰ, ਉਹਨਾਂ ਸ਼ੀਸ਼ਿਆਂ ਦੇ ਥਰੂ ਜਿਹੜੀ ਉਹ ਹੁੰਦੀ ਸੀਗੀ। ਜੀ ਮੈਂ ਮਹਿਸੂਸ ਕਰ ਸਕਦਾ। ਹਾਂਜੀ, ਇਹ ਗੁਰਦੁਆਰਾ ਸੀ ਪਾਤਸ਼ਾਹੀ 6ਵੀਂ ਹਾਫਿਜ਼ਾਬਾਦ। ਇਹ ਹੁਣ ਜੀ ਲਵਲੀ ਸਿੰਘ ਆ ਗਿਆ ਜੀ ਸਾਡੇ। ਹਾਂਜੀ, ਆ ਦੇਖੋ ਜੀ, ਹੁਣ ਮੇਰੀ ਵਾਈਫ ਹੈ, ਅਸੀਂ ਉਹਨਾਂ ਦੇ ਪਿੰਡ ਪਹੁੰਚੇ ਆ। ਉਹਨਾਂ ਨੇ ਤੁਹਾਨੂੰ ਇਹੀ ਇਨਫੋਰਮੇਸ਼ਨ ਦਿੱਤੀ ਸੀ ਵੀ ਹਾਲੇ ਮਤਲਬ ਰਾਤ ਨੂੰ ਉੱਥੇ ਪਹੁੰਚੇ ਸੀਗੇ, ਜਿਹੜੇ ਉਹਨਾਂ ਦੇ ਬਜ਼ੁਰਗਾਂ ਦਾ ਪਿੰਡ ਸੀਗਾ, ਮਤਲਬ ਸਾਨੂੰ ਸ਼ੋਰ ਨਹੀਂ ਸੀ ਵੀ ਇਹ ਉਹਨਾਂ ਦਾ ਪਿੰਡ ਹੈ ਕਿ ਨਹੀਂ ਹੈ। ਉਹ ਦੇਖਦੇ ਆ ਵੀ ਉੱਥੇ ਉਹਨਾਂ ਨੂੰ, ਮੈਂ ਆਪਣੀ ਵਾਈਫ ਨੂੰ ਪੁੱਛ ਰਿਹਾ ਵੀ ਤੁਹਾਨੂੰ ਕਿਵੇਂ ਲੱਗਿਆ, ਤੇ ਲਵਲੀ ਸਿੰਘ ਉਹਨਾਂ ਨਾਲ ਗੱਲ ਕਰ ਰਿਹਾ। ਸੁਣੋ ਜੀ। ਇਹ ਕਿਹਨਾਂ ਦਾ ਪਿੰਡ ਹੈ? ਇਹ ਹੋ ਸਕਦਾ ਮੇਰੇ ਦਾਦਾ ਜੀ ਦਾ ਹੋਵੇ, ਕਨਫਰਮ ਨਹੀਂ ਹੈ, ਪਤਾ ਨਹੀਂ ਹੈ। ਉਹਨਾਂ ਨੇ ਤੁਹਾਨੂੰ ਇਹੀ ਇਨਫੋਰਮੇਸ਼ਨ ਦਿੱਤੀ ਸੀ 136 ਤੇ ਇੱਥੇ ਆਪਾਂ ਪਹੁੰਚ ਗਏ ਹਾਂ। ਚਲੋ ਜੀ, ਭੈਣ ਜੀ ਸਾਡੀ ਇਮੋਸ਼ਨਲ ਵੀ ਥੋੜੀ। ਤੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਉਸ ਜਗ੍ਹਾ ਤੇ ਪਹੁੰਚ ਕੇ ਜਿੱਥੇ ਤੁਹਾਡੇ ਬਜ਼ੁਰਗਾਂ ਦੇ ਪੈਰ ਲੱਗੇ ਸੀਗੇ? ਤੁਹਾਨੂੰ ਕਿੱਦਾਂ ਦੀ ਫੀਲਿੰਗ ਆ ਰਹੀ ਹੈ? ਬਹੁਤ ਅੱਛੀ ਆ ਰਹੀ ਹੈ। ਤੇ ਹੋ ਸਕਦਾ ਜੇ ਲੱਭ ਜਵੇ ਉੱਥੇ, ਉਹਨਾਂ ਨੇ ਕਿਹਾ ਵੀ ਘਰ ਸੀਗਾ, ਹੋ ਸਕਦਾ ਦਿਖਣ ਨੂੰ ਮਿਲ ਜਾਏ। ਠੀਕ ਹੈ, ਕੋਸ਼ਿਸ਼ ਕਰਾਂਗੇ ਜ਼ਰੂਰ ਜੀ, ਜ਼ਰੂਰ। ਆਪਾਂ ਫਿਰ ਦੁਪਹਿਰ ਨੂੰ ਵੀ ਕਿਸੇ ਦਿਨ ਟਾਈਮ, ਆਪਾਂ ਤੇ ਜੋ ਮੁਲਤਾਨ ਤੋਂ ਲਾਹੌਰ ਜਾ ਰਹੇ ਸੀ ਤਾਂ ਕਰਕੇ। ਜੀ ਚਲੋ ਜੀ, ਬੈਠੋ ਜੀ, ਥੈਂਕ ਯੂ ਜੀ। ਕੋਠੀਆਂ ਵੀ ਪੁਰਾਣੀਆਂ ਜਿਹੜੀਆਂ ਨਾ ਉਹਨਾਂ ਹੈਗੀਆਂ ਨੇ ਕੋਠੀ। ਠੀਕ ਹੈ, 33 ਇੱਥੋਂ ਹੈ। ਸੋ ਮੈਂ ਜਸਟ ਸ਼ੋਇੰਗ। ਜੀ ਮੈਨੂੰ ਡਾਕਟਰ ਸਾਹਿਬ, ਜਦੋਂ ਵੀ ਤੁਸੀਂ ਆਪਣੇ ਨਾ ਜੱਦੀ ਬਜ਼ੁਰਗਾਂ ਦੇ ਪਿੰਡ ਜਾਂਦੇ ਹੋ, ਉਹਨਾਂ ਦੀਆਂ ਬਰੂਹਾਂ ਲੰਘਦੇ ਹੋਏ, ਤੁਹਾਡਾ ਆਸਮੰਦ ਹੋਣਾ ਤਾਂ ਲਾਜ਼ਮੀ ਹੋ ਜਾਂਦਾ, ਲੇਕਿਨ ਤੁਹਾਡੇ ਅੰਦਰ ਦੇ ਜਿਹੜੇ ਕਣ ਆ ਉਹ ਏਦਾਂ ਜ਼ਰੂਰ ਮਹਿਸੂਸ ਹੁੰਦਾ। ਮੈਨੂੰ ਬਹੁਤ ਜਿਹੜੇ ਪਰਿਵਾਰਾਂ ਨੇ, ਜਿਹੜੇ ਜੀ ਅਸੀਂ ਜਿਨ੍ਹਾਂ ਦੇ ਨਾਲ ਗਏ, ਕਿ ਅਸੀਂ ਦੁਬਾਰਾ ਕਨੈਕਟ ਹੋਣ ਲੱਗੇ ਆ, ਜਿੱਦਾਂ ਤੁਹਾਡੇ ਅੰਦਰਲੇ ਐਟਮਸ ਕਿਸੇ ਬੜੀ ਦੇਰ ਦੇ ਟਿਕੇ ਹੋਏ ਉਸ ਜਗ੍ਹਾ ਦੇ ਨਾਲ ਹੋ ਜਾਂਦੇ। ਸੋ ਨੈਚੁਰਲੀ ਤੁਹਾਡੇ ਵਾਈਫ ਦੇ ਵੀ ਇਹ ਜਿਹੜੇ ਇਮੋਸ਼ਨਸ ਹੋ ਸਕਦੇ। ਸੋ ਜਿੱਥੇ ਹੁਣ ਇਹ ਸਾਰੇ ਜਿਹੜੀ ਤੁਹਾਡੀਆਂ ਜਰਨੀਜ਼ ਨੂੰ ਲੈ ਕੇ ਇਸ ਵਾਰ ਦਾ ਟ੍ਰਿਪ ਮੈਂ ਕਹਾਂਗਾ ਬਹੁਤ ਹੀ ਵਿਲੱਖਣ, ਕਿਉਂਕਿ ਤੁਸੀਂ ਤਕਰੀਬਨ, ਮੈਂ ਜੇ ਗਲਤ ਨਹੀਂ ਤਾਂ ਤਕਰੀਬਨ 20 ਵਾਰ ਤਾਂ ਮੇਰੇ ਖਿਆਲ ਪਾਕਿਸਤਾਨ ਜਾ ਹੀ ਚੁੱਕੇ ਹੋ ਡਾਕਟਰ ਸਾਹਿਬ, ਕਿ ਨਹੀਂ? ਨਹੀਂ, ਮੈਂ ਆਪ ਇੰਨੀ ਵਾਰੀ ਤਾਂ ਨਹੀਂ ਗਿਆ, ਆਪ ਤਾਂ ਘੱਟ ਗਿਆ, ਪਰ ਮੈਂ ਕਹਿ ਲਓ ਵੀ ਰੋਜ਼ ਦੇ 4-5 ਘੰਟੇ ਉੱਥੇ ਜ਼ਰੂਰ ਰਹਿਣਾ, ਵਿਦ ਕਹਿ ਲਓ ਵੀ ਫੋਨ ਦੇ ਨਾਲ। ਮੇਰੀ ਟੀਮ, ਮੇਰੇ ਦੋਸਤ ਜਿਹੜੇ ਹੈਗੇ ਉੱਥੇ ਹਮੇਸ਼ਾ ਕੰਮ ਕਰਦੇ ਹੁੰਦੇ ਆ। ਸੋ ਕਾਫੀ ਸਮਾਂ ਜ਼ਿਆਦਾ ਜਿਹੜਾ ਹੈਗਾ ਮੈਂ ਵਰਚੁਅਲੀ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਉਹ ਸਪੈਂਡ ਕਰਦਾ। ਇੱਕ ਮੈਂ ਹੋਰ ਆਪਣੀ ਪੋਸਟ ਲੱਭ ਰਿਹਾ, ਜੇ ਆਪਾਂ ਨੂੰ ਉਹ ਮਿਲ ਗਈ ਤੇ ਮੈਂ ਆ ਕੇ ਉੱਥੇ ਕੁਛ ਜਿਹੜੀਆਂ ਹੈਗੀਆਂ, ਜਿੱਦਣ ਪਹਿਲੇ ਦਿਨ ਅਸੀਂ ਉਹ ਜਿਹੜੀ ਸੀਗੀ ਇੱਕ ਲਾਇਬ੍ਰੇਰੀ ਦੇ ਵਿੱਚ ਸਾਨੂੰ ਜਿਹੜੀ ਉਹ ਜਗ੍ਹਾ ਮਿਲੀ, ਮੈਂ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਜੇ ਨਜ਼ਰ ਆਈ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਨੀ ਜ਼ਰੂਰ। ਐਂਡ ਇਨ ਦ ਮੀਨ ਟਾਈਮ ਮੇਰਾ ਖਿਆਲ ਇਸ ਸਾਰੇ ਦੇ ਨਾਲ ਜਿਵੇਂ ਜਿਵੇਂ ਤੁਸੀਂ ਮੇਰੇ ਖਿਆਲ ਆਪਣੀਆਂ ਵਹੀਰਾਂ ਗੱਤਦੇ ਗਏ, ਤੇ ਬਹੁਤ ਲੋਕਾਂ ਨੇ ਦਰਵਾਜ਼ੇ ਵੀ ਤੁਹਾਡੇ ਲਈ ਖੋਲ ਦਿੱਤੇ ਕਿ ਡਾਕਟਰ ਸਾਹਿਬ ਜਿਹੜੇ ਆ ਉਹ ਇਸ ਤਰ੍ਹਾਂ ਦਾ ਵਰਕ ਲੱਭ ਰਹੇ ਆ, ਤੇ ਉਹਨਾਂ ਨੇ ਮੇਰਾ ਖਿਆਲ ਤੁਹਾਡੇ ਲਈ ਕਾਫੀ ਕੁਝ ਪ੍ਰਾਪਤ ਕੀਤਾ। ਤੁਸੀਂ ਇਹਦੇ ਬਾਰੇ ਗੱਲ ਕਰਨਾ ਚਾਹੁੰਦੇ? ਜੀ ਬਿਲਕੁਲ। ਮੈਂ ਜਿਹੜੀ ਚੀਜ਼ ਦਿਖਾਉਣੀ ਜਾ ਰਿਹਾ, ਮਤਲਬ ਦਿਸ ਇਜ਼ ਵਾਟ ਆਈ ਵਾਸ ਟ੍ਰਾਈਂਗ ਟੂ ਸ਼ੋ, ਕਿ ਆਪਾਂ ਦਿਸ ਵਾਸ ਦਾ ਮੇਨ ਸਾਡਾ ਤਰੀਕਾ ਕੀ ਹੈਗਾ ਕਿ ਪਹਿਲਾਂ ਸਾਰੀਆਂ ਬੁੱਕਸ ਜਿਹੜੀਆਂ ਹੈਗੀਆਂ ਉਹਨੂੰ ਸਫਾਈ ਕਰਕੇ, ਜਿੱਦਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਵੀਰ ਕਲਿਆਣ ਸਿੰਘ ਜੀ ਨੇ, ਉਹਨਾਂ ਦੇ ਸਿਸਟਰ ਨੇ ਸਤਵੰਤ ਕੌਰ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪੁਰਾਤਨ ਬੀੜ ਹੈਗੀ ਹੈ। ਹੁਣ ਇਹ ਆਪਣੀ ਟੀਮ ਦੇ ਮੈਂਬਰ ਨੇ ਸਾਰੇ, ਅਸੀਂ ਕੰਪਿਊਟਰ ਦੇ ਵਿੱਚ ਇਹ ਲਿਖ ਰਹੇ ਹਾਂ ਵੀ ਇਹਦੀ ਸਾਈਜ਼ ਕਿੰਨਾ ਹੈਗਾ, ਭਾਰ ਕਿੰਨਾ ਹੈਗਾ, ਉਹਦੀ ਹਾਲਤ ਕਿੰਨੀ ਹੈਗੀ ਆ, ਕਿਹੜੇ ਸਨ ਦੀ ਲਿਖੀ ਹੋਈ ਆ, ਉਹਦੀ ਹੱਥ ਲਿਖਤ ਕਿਵੇਂ ਦੀ ਲੱਗਦੀ ਹੈ, ਉਹ ਜਿਹੜੀ ਇਨਫੋਰਮੇਸ਼ਨ ਹੈਗੀ ਆ ਆਪਾਂ ਉਹਨੂੰ ਫਿਲਹਾਲ ਇੱਕ ਜਗ੍ਹਾ ਤੇ ਇਕੱਠਾ ਕਰ ਰਹੇ ਹਾਂ। ਮਤਲਬ ਦਿਸ ਇਜ਼ ਵਾਟ ਦਾ ਵਰਕ ਇਜ਼ ਗੋਇੰਗ ਔਨ। ਮੇਰੇ ਆਉਣ ਤੋਂ ਬਾਅਦ ਵੀ ਉੱਥੇ ਜਿਹੜਾ ਹੈਗਾ ਇਹ ਆਪਣਾ ਜਿਹੜਾ ਕੰਮ ਚੱਲ ਰਿਹਾ ਹੈ ਕਿ ਜਿਹੜੀਆਂ ਵੀ ਚੀਜ਼ਾਂ ਪੁਰਾਣੀਆਂ ਆਪਾਂ ਨੂੰ ਮਿਲਦੀਆਂ ਉੱਥੋਂ, ਉਹਨਾਂ ਨੂੰ ਆਪਾਂ ਇੱਕ ਪ੍ਰੋਪਰ ਪਲਾਨ ਦੇ ਵਿੱਚ ਜਿਹੜਾ ਹੈਗਾ ਉਹ ਪਾਈ ਜਾਈਏ। ਸੋ ਹੁਣ ਆਪ ਸਾਹਮਣੇ ਜਿਹੜੀ ਦੇਖ ਰਹੇ ਹੋ ਕ੍ਰਿਤ ਬਾਬਾ ਅੱਡਣ ਸ਼ਾਹ ਜੀ ਦੀ ਹੈਗੀ ਹੈ। ਇਹ ਮਤਲਬ ਬੜਾ ਰੇਅਰ ਗ੍ਰੰਥ ਹੈਗਾ ਜਿਹੜਾ ਉਹਨਾਂ ਦੇ ਬਹੁਤ ਚਾਹਣ ਵਾਲੇ ਸੇਵਾਪੰਥੀ ਹੈਗੇ ਨੇ ਇੰਡੀਆ 'ਚ। ਮੈਂ ਉਹਨਾਂ ਨੂੰ ਭੇਜਿਆ ਪੇਜ ਤੇ ਬੜੇ ਖੁਸ਼ ਹੋਏ ਨੇ ਉਹ। ਸੋ ਬੜੀ ਇੰਟਰਸਟਿੰਗ। ਮੇਰੇ ਖਿਆਲ ਬਹੁਤ ਕੁਝ ਜਿਹੜਾ ਆਪਾਂ ਸ਼ਾਇਦ ਸੋਚਿਆ ਵੀ ਨਹੀਂ ਕਿ ਐਗਜ਼ਿਸਟ ਕਰਦਾ, ਉਸ ਨੂੰ ਤੁਸੀਂ
ਨੈਚੁਰਲੀ ਅਨਕਵਰ ਕਰਨ ਵੱਲ ਤੁਰ ਪਏ ਆ। ਤੇ ਆਪਣੀ ਜਿਵੇਂ ਤੁਸੀਂ ਕਿਹਾ ਡਾਕਟਰ ਸਾਹਿਬ, ਟੀਮ ਤੁਹਾਡੀ ਹਰ ਰੋਜ਼, ਫਿਰ ਹੁਣ ਤੁਹਾਡੇ ਆਉਣ ਦੇ ਬਾਅਦ ਕੀ ਪ੍ਰੋਜੈਕਟਸ ਜਿਹੜੇ ਚੱਲ ਰਹੇ ਆ ਜਿਨ੍ਹਾਂ ਤੋਂ ਅਸੀਂ ਗਾਂ ਨੈਚੁਰਲੀ ਐਕਸਪੈਕਟ ਕੀ ਕਰ ਸਕਦੇ ਆ ਫਿਊਚਰ ਦੇ ਵਿੱਚ, ਕਿੱਧਰ ਨੂੰ ਤੁਰੇ ਹੋ ਤੁਸੀਂ? ਇੱਕ ਬੜਾ ਇੰਟਰਸਟਿੰਗ ਤੁਸੀਂ ਨੈਚੁਰਲੀ ਕਵਰ ਜਿਹੜਾ ਉਹਨਾਂ ਨੇ ਸੇਵ, ਮੇਰੇ ਖਿਆਲ ਆਪ ਖੁਦ ਕਵਰ ਬਾਹਰਲਾ ਸੇਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਹਾਂਜੀ, ਹੁਣ ਅਸੀਂ ਇਦਾਂ ਕਰ ਰਹੇ ਹਾਂ ਵੀ ਜਦੋਂ ਸਿੱਖ ਸੰਗਤ ਜਾਵੇ, ਇਹ ਹੁਣ ਕਹਿ ਲਓ ਵੀ ਕੁਝ ਦਿਨਾਂ ਬਾਅਦ ਦੀ ਪ੍ਰੋਗਰੈਸ ਅਸੀਂ ਇੱਥੇ ਪਹੁੰਚੇ ਹਾਂ। ਮਤਲਬ ਉੱਥੋਂ ਜਦੋਂ ਪਹਿਲੀਆਂ ਫੋਟੋਆਂ ਸ਼ੁਰੂ ਕਰਕੇ ਆਪਾਂ ਆਹ ਕੁਝ ਬਾਅਦ ਦੀ ਪ੍ਰੋਗਰੈਸ ਹੈਗੀ, ਮਤਲਬ ਇਹਨੂੰ ਐਜ਼ ਪ੍ਰੋਗਰੈਸ਼ਨ ਜਿਹੜੀ ਹੈਗੀ ਆਪਾਂ ਉਹਨਾਂ ਨੂੰ ਉਹ ਦਿਖਾ ਰਹੇ ਹਾਂ ਕਿ ਮਤਲਬ ਜਦੋਂ ਸਿੱਖ ਪਹੁੰਚਣ, ਜਦੋਂ ਟੂਰਿਸਟ ਪਹੁੰਚਣ, ਜਦੋਂ ਰਿਸਰਚਰਸ ਪਹੁੰਚਣ, ਉਹਨਾਂ ਨੂੰ ਜਿਹੜਾ ਹੈਗਾ ਥੋੜਾ ਜਿਹਾ ਗੁੱਡ ਫੀਲ ਹੋਵੇ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੀਆਂ ਪਈਆਂ ਨੇ ਉਹ ਬੜੀਆਂ ਸਤਿਕਾਰ ਸਹਿਤ ਜਿਹੜੀਆਂ ਪਈਆਂ ਨੇ। ਸੋ ਆਪਾਂ ਇਹੋ ਇੱਕ ਜਿਹੜਾ ਹੈਗਾ ਪ੍ਰੋਜੈਕਟ ਤੇ ਇਸ ਵੇਲੇ ਲੱਗੇ ਹੋਏ। ਮੈਨੂੰ ਲੱਗਦਾ ਵੀ 1-1.5 ਸਾਲ ਦਾ ਇਹ ਆਪਣਾ ਕੰਮ ਹੈਗਾ ਜਿਹੜਾ ਆਪਾਂ ਇਸ ਵੇਲੇ ਕਰ ਰਹੇ ਹਾਂ। ਤੇ ਨਾਲ ਨਾਲ ਆਪਣੀ ਕਿਤਾਬ ਜਿਹੜੀ ਹੈਗੀ ਤੁਹਾਨੂੰ ਪਤਾ ਹੀ, ਉਹਦੇ ਵਿੱਚ ਹਾਲੇ ਫਿਲਹਾਲ 1 ਵੋਲੀਅਮ ਆਪਾਂ ਛਾਪਿਆ ਤੇ ਨਾਲ ਜਿਹੜਾ ਦੂਜਾ ਵੋਲੀਅਮ ਹੈ ਉਹਦੀ ਵੀ ਨਾਲ ਰਿਸਰਚ ਜਿਹੜੀ ਜਾਰੀ ਹੈ। ਤੇ ਨਾਲ ਕਿਤਾਬ ਦਾ ਜਿਹੜਾ ਹੈਗਾ ਉਰਦੂ ਰਿਲੀਸ਼ਨ ਵੀ, ਉਰਦੂ ਐਡੀਸ਼ਨ ਵੀ ਜਿਹੜਾ ਹੈਗਾ ਇਸ ਸਾਲ ਦੇ ਵਿੱਚ ਆਪਾਂ ਰਿਲੀਜ਼ ਕਰਨਾ ਹੈ, ਤਾਂ ਕਿ ਜਿਹੜੇ ਪਾਕਿਸਤਾਨ 'ਚ ਕਈ ਬੱਚੇ ਜਿਹੜੇ ਅੰਗਰੇਜ਼ੀ ਤੋਂ ਜੱਕਦੇ ਨੇ ਉਹਨਾਂ ਤੱਕ ਵੀ ਜਿਹੜੀ ਹੈਗੀ ਆ ਇਹਨਾਂ ਚੀਜ਼ਾਂ ਦੀ ਜਿਹੜੀ ਹੈਗੀ ਪੂਰੀ ਰੀਚ ਜਿਹੜੀ ਹੋ ਸਕੇ। ਇਹ ਮੈਂ ਤੁਹਾਨੂੰ ਕੁਝ ਤਸਵੀਰਾਂ ਆਪਣੇ ਇੱਕ ਸਟਾਪ ਦੀਆਂ ਜਿਹੜੀਆਂ ਦਿਖਾ ਰਹੇ ਹਾਂ ਜਿੱਥੇ ਆਪਣਾ ਇਹ ਕੰਮ ਚੱਲ ਰਿਹਾ, ਐਟ ਵਨ ਆਫ ਦਾ ਪਲੇਸਿਸ। ਕਹਿ ਲਓ ਵੀ ਕਾਫੀ ਐਂਡ ਤੇ ਜਾ ਕੇ ਦੀ ਤਸਵੀਰ ਹੈਗੀ ਕਈ ਦਿਨਾਂ ਬਾਅਦ ਦੀ, ਜਦੋਂ ਆਪਾਂ ਘੱਟੋ ਘੱਟ ਉਹਨਾਂ ਦੇ ਲਈ ਰੁਮਾਲਾ ਸਾਹਿਬ ਕੋਈ ਜਿੱਦਾਂ ਉਹਨਾਂ ਨੂੰ ਸਤਿਕਾਰ ਸਹਿਤ ਜਿਹੜਾ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਹੈਗੇ ਨੇ ਇਹ ਜਿਨ੍ਹਾਂ ਨੂੰ ਕਵਰ ਕੀਤਾ ਹੈ। ਸੋ ਹੁਣ ਜਸਟ ਇਹ ਤਸਵੀਰ ਨੂੰ ਦੇਖਣ ਦੇ ਬਾਅਦ ਡਾਕਟਰ ਸਾਹਿਬ, ਜਿਹੜੇ ਤੁਹਾਡੇ ਨਾਲ ਸ਼ਖਸੀਅਤਾਂ ਨੇ ਉਹ ਲੋਕਲ ਨੇ, ਮੁਸਲਿਮ ਭਾਈਚਾਰਾ ਜਿਹੜਾ ਇਸ ਪ੍ਰੋਜੈਕਟ ਦੇ ਵਿੱਚ ਇਨਵੋਲਵ ਹੈ, ਫਿਰ ਇਸ ਦੇ ਬਾਅਦ ਨੈਚੁਰਲੀ ਇਹ ਪ੍ਰਾਪਰਟੀ ਉਹਨਾਂ ਦੀ ਹੈ ਤੇ ਫਿਰ ਇਸ ਨੂੰ ਐਕਸੈਸ ਦੇ ਤੌਰ ਤੇ ਸਮਝ ਲਓ ਕਿ ਅਸੀਂ ਸਾਲ ਦੇ ਐਂਡ ਦੇ ਵਿੱਚ ਜਾਂਦੇ ਹਾਂ ਤੇ ਇਹ ਨੈਚੁਰਲੀ ਫਿਰ ਐਕਸੈਸਿਬਲ ਹੋਣਗੀਆਂ ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਹੋਰ ਜਿਹੜੇ ਤੁਸੀਂ ਮਟੀਰੀਅਲ ਜਿਹੜਾ ਇਹ ਸੇਵ ਕਰ ਰਹੇ ਹੋ, ਇਹ ਸਾਰਿਆਂ ਦੇ ਲਈ ਰੈਡੀ ਰਹੇਗਾ ਜੀ? ਬਿਲਕੁਲ, ਇਹ ਪਬਲਿਕਲੀ ਐਕਸੈਸਿਬਲ ਹੋਏਗਾ। ਆਪਾਂ ਇਸ ਕਰਕੇ ਹੀ ਬਹੁਤ ਸੋਚ ਸਮਝ ਕੇ ਜਿਹੜੀ ਪਲਾਨ ਇਹੀ ਬਣਾਈ ਹੈ ਬਾਰ-ਬਾਰ ਵੀ ਇਹਨਾਂ ਨੂੰ ਉੱਥੇ ਸਾਡਾ ਮਤਲਬ ਕਹਿ ਲਓ ਵੀ ਡੀਲ ਹੀ ਉਹਨਾਂ ਨਾਲ ਇਹ ਹੈਗੀ ਹੈ ਕਿ ਆਮ ਜਿਹੜੀ ਸੰਗਤ ਆਵੇ ਉਹਦੇ ਲਈ ਇਹ ਜਿਹੜੀ ਓਪਨ ਟੂ ਪਬਲਿਕ ਜਿਹੜੀ ਹੈਗੀ ਆ ਹੋਣੀ ਚਾਹੀਦੀ ਹੈ। ਇਸ ਕਰਕੇ ਆਪਾਂ ਉਹ ਜਿਹੜਾ ਕੋਈ ਇੱਕ ਕਮਰਾ ਹੈਗਾ ਉਹ ਆਪਣਾ ਹੀ ਕਹਿ ਲਓ ਵੀ ਉਹਦੀ ਸੇਵਾ ਲਈ ਆ, ਉਹਨੂੰ ਖੁਦ ਮੈਂ ਉਹਦਾ ਅਸੀਂ ਪੇਂਟ ਕਰਵਾ ਕੇ ਜੋ ਵੀ ਉਸ ਕਮਰੇ ਵਿੱਚ ਲੋੜ ਹੈਗੀ ਉਹਨੂੰ ਆਪਣੇ ਤੌਰ ਤੇ ਕਰਵਾ ਰਹੇ ਹਾਂ। ਉਹਨਾਂ ਦੀ ਜਿਹੜੀ ਹੈਗੀ ਜਗ੍ਹਾ ਜਿਹੜੀ ਹੈਗੀ ਆ ਉਹ ਯੂਟਿਲਾਈਜ਼ ਕੀਤੀ ਹੈ। ਤੇ ਸੁਰਿੰਦਰ ਕੌਰ ਭੈਣ ਜੀ ਦਾ ਕੁਐਸਚਨ ਹੈਗਾ, ਮੈਂ ਦੇਖ ਰਿਹਾ ਵੀ ਇਹਨਾਂ ਨੂੰ ਕੋਈ ਡਿਜੀਟਲਾਈਜ਼ ਕਰਾਉਣ ਦੇ ਲਈ ਭੈਣ ਜੀ ਬਿਲਕੁਲ ਜੀ ਉਹ ਮੇਰੀ ਪਲਾਨ ਹੈਗੀ ਆ, ਪਰ ਕਿਉਂਕਿ ਹਾਲੇ ਆਪਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਵਿੱਚੋਂ ਕੋਈ ਕਿਹੜੀ ਕਿਤਾਬ ਜਿਹੜੀ ਹੈਗੀ ਆ ਉਹ ਇੰਡੀਆ ਵੱਲ ਨਹੀਂ ਹੈਗੀ ਜਾਂ ਦੁਨੀਆ 'ਚ ਕਿਤੇ ਬਾਹਰ ਨਹੀਂ ਹੈਗੀ। ਇਸ ਕਰਕੇ ਪਹਿਲਾਂ ਸਿਰਫ ਮੈਂ ਇਹਦਾ ਜਿਹੜਾ ਕੈਟਾਲੌਗ ਜਿਹੜਾ ਰਿਲੀਜ਼ ਕਰ ਦੇਣਾ ਹੈ ਸਾਲ 1.5 ਸਾਲ ਦੇ ਵਿੱਚ ਕਿ ਫਲਾਣੇ ਸ਼ਹਿਰ ਦੇ ਵਿੱਚ ਫਲਾਨੀਆਂ ਚੀਜ਼ਾਂ ਪਈਆਂ ਨੇ, ਫਲਾਣੇ ਸ਼ਹਿਰ ਦੇ ਵਿੱਚ ਫਲਾਨੀਆਂ ਪਈਆਂ ਨੇ, ਉਹਦੀ ਕੰਡੀਸ਼ਨ ਹੈਗੀ ਆ। ਤੇ ਉਹਦੀਆਂ ਕੁਝ ਤਸਵੀਰਾਂ ਜਿਹੜੀਆਂ 4-5 ਤਸਵੀਰਾਂ ਪੇਜ ਦੀਆਂ ਇੰਡੈਕਸ ਦੀਆਂ ਜਾਂ ਉਹ ਮੈਂ ਪਾ ਦਊਂਗਾ। ਉਹ ਤੋਂ ਬਾਅਦ ਜਦੋਂ ਕੋਈ ਸਕਾਲਰ ਇੰਟੈਲੈਕਚੁਅਲ ਕਹੂਗਾ ਕਿ ਹਾਂਜੀ ਆਹ ਕਿਤਾਬ ਤਾਂ ਦੁਨੀਆ 'ਚ ਕਿਤੇ ਵੀ ਨਹੀਂ ਹੈਗੀ, ਆਹ ਜਿਹੜੀ ਹੱਥ ਲਿਖਤ ਪੋਥੀ ਹੈ ਤੇ ਕਿਤੇ ਵੀ ਨਹੀਂ ਹੈਗੀ, ਫਿਰ ਉਹ ਪੂਰੀ ਦੀ ਪੂਰੀ ਉਹ ਜਿਹੜੀ ਚੀਜ਼ ਹੈਗੀ ਉਹਨੂੰ ਆਪਾਂ ਡਿਜੀਟਲਾਈਜ਼ ਕਰਵਾਵਾਂਗੇ। ਪਰ ਇਸ ਵੇਲੇ ਉੱਥੇ ਸਮਾਨ 100 ਦੀ ਗਿਣਤੀ 'ਚ ਨਹੀਂ, ਹਜ਼ਾਰਾਂ ਦੀ ਗਿਣਤੀ 'ਚ ਹੈਗਾ। ਪ੍ਰੈਕਟੀਕਲੀ ਆਪਣੇ ਲਈ ਪੋਸੀਬਲ ਨਹੀਂ ਹੈ ਕਿਉਂਕਿ ਇਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ, ਬਹੁਤ ਪੇਪਰ ਦੀ ਹਾਲਤ ਨਾਜ਼ੁਕ ਹੈ। ਔਰ ਦੂਜੀ ਗੱਲ, ਹੋ ਸਕਦਾ 70-80% ਚੀਜ਼ਾਂ ਨੂੰ ਆਪਾਂ ਨੂੰ ਡਿਜੀਟਲਾਈਜ਼ ਕਰਵਾਉਣ ਦੀ ਜ਼ਰੂਰਤ ਨਾ ਹੀ ਹੋਵੇ ਕਿਉਂਕਿ ਉਹ ਕਾਪੀਜ਼ ਉਹਨਾਂ ਦੀਆਂ ਆਲਰੇਡੀ ਦੁਨੀਆ ਭਰ 'ਚ ਕਿਤੇ ਨਾ ਕਿਤੇ ਜਾ ਕੇ ਡਿਜੀਟਲਾਈਜੇਸ਼ਨ ਅੱਜ ਕੱਲ੍ਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਸੋ ਦੈਟਸ ਵਾਈ ਪਹਿਲਾਂ ਜਦੋਂ ਇੱਕ ਵਾਰੀ ਕੈਟਾਲੌਗ ਬਣ ਜਾਊਗਾ ਔਰ ਕੈਟਾਲੌਗ ਨੂੰ ਆਪਾਂ ਫੇਰ ਜਿਵੇਂ ਆਪਣੀ ਕਿਤਾਬ ਅਵੇਲੇਬਲ ਹੈ, ਇਹਨੂੰ ਕੈਟਾਲੌਗ ਨੂੰ ਕੋਈ ਵੀ ਜਿਹੜਾ ਹੈਗਾ ਬੰਦਾ ਉਹਨੂੰ ਬਾਏ ਕਰ ਸਕਦਾ, ਕੈਟਾਲੌਗ ਪਰਚੇਜ਼ ਕਰ ਸਕਦਾ। ਉਹਨੂੰ ਦੁਨੀਆ ਭਰ ਦੇ ਜਦੋਂ ਰਿਸਰਚਰ ਜਿਹੜੇ ਹੈਗੇ ਆ ਉਹਦੇ ਵਿੱਚੋਂ ਫਿਰ ਦੇਖ ਲੈਣਗੇ ਕਿ ਹਾਂਜੀ ਕੈਟਾਲੌਗ ਦੇ ਵਿੱਚੋਂ 1000 ਕਿਤਾਬ ਹੈ, ਇਹਨਾਂ ਦੇ ਵਿੱਚੋਂ ਸਾਨੂੰ ਲੱਗਦਾ ਕਿ 10 ਕਿਤਾਬਾਂ ਜਿਹੜੀਆਂ ਹੈਗੀਆਂ ਇਹ ਡਿਜੀਟਲਾਈਜ਼ ਹੋਣੀਆਂ ਚਾਹੀਦੀਆਂ। ਉਹਨਾਂ ਨੂੰ ਫਿਰ ਆਪਾਂ ਜਿਹੜਾ ਹੈਗਾ ਡਿਜੀਟਲਾਈਜ਼ ਕਰਵਾਵਾਂਗੇ। ਪਾਕਿਸਤਾਨ ਜਾ ਕੇ ਕਿਸੇ ਦੇ ਲਈ ਹਮੇਸ਼ਾ ਹੀ ਚੀਜ਼ ਓਪਨ ਹੈਗੀ ਹੈ, ਪਰ ਮੈਨੂੰ ਪਤਾ ਹੈ ਜਿੰਨਾ ਆਪਾਂ ਮਰਜ਼ੀ ਜ਼ੋਰ ਲਾਈ ਜਾਈਏ ਤਾਂ ਵੀ ਬਹੁਤ ਘੱਟ ਰਿਸਰਚਰ ਜਾਂ ਜਿਹੜੇ ਟੂਰਿਸਟ ਹੈਗੇ ਆ ਹਾਲੇ ਵੀ ਪਾਕਿਸਤਾਨ ਜਾਂਦੇ ਆ। ਜਿੰਨੀ ਸਾਨੂੰ ਆਸ ਸੀ ਉਹਦੇ ਨਾਲੋਂ ਬਹੁਤ ਘੱਟ ਲੋਕੀ ਜਿਹੜੇ ਹੈਗੇ ਆ ਉਹ ਵਿਦੇਸ਼ਾਂ ਤੋਂ, ਇੰਡੀਆ ਦੀ ਮੈਂ ਗੱਲ ਨਹੀਂ ਕਰਦਾ, ਕਈ ਵਾਰੀ ਕੋਈ ਪੋਲੀਟੀਕਲ ਇਸ਼ੂਜ਼ ਆ ਜਾਂਦੇ ਆ, ਜਿਹੜੇ ਵਿਦੇਸ਼ਾਂ ਦੇ ਲੋਕ ਵੀ ਆ ਉਹਨਾਂ ਨੇ ਵੀ ਬਹੁਤ ਘੱਟ ਜਿਹੜਾ ਹੈਗਾ ਇੰਟਰਸਟ ਐਜ਼
ਐਕਸਪੈਕਟਡ ਤੋਂ ਬਹੁਤ ਘੱਟ ਜਿਹੜਾ ਹੈਗਾ ਫਿਲਹਾਲ ਵੀ ਦਿਖਾਇਆ ਹੈ। ਤੇ ਮੇਰੇ ਤੁਹਾਡੇ ਸ਼ੋਅ ਦੇ ਥਰੂ ਵੀ ਮੇਰੀ ਸਭ ਦੀ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਬਹੁਤ ਖਜ਼ਾਨਾ ਉੱਥੇ ਪਿਆ ਹੈ। ਜੇ ਤੁਸੀਂ ਉੱਥੇ ਜਾ ਕੇ ਵਿਜ਼ਿਟ ਨਹੀਂ ਕਰੋਗੇ, ਆਮ ਲੋਕਾਂ ਨੂੰ ਮਿਲੋਗੇ ਨਹੀਂ, ਲਾਇਬ੍ਰੇਰੀਜ਼ 'ਚ ਨਹੀਂ ਜਾਓਗੇ, ਉਹਨਾਂ ਨੂੰ ਕੋਈ ਇਨਸੈਂਟਿਵ ਨਹੀਂ ਹੈਗਾ ਇਹਨਾਂ ਚੀਜ਼ਾਂ ਨੂੰ ਸੰਭਾਲਣ ਦਾ। ਸੋ ਆਪਣੀ ਇੱਕ ਜ਼ਿੰਮੇਵਾਰੀ ਹੈਗੀ ਹੈ ਕਿ ਆਪਾਂ ਐਜ਼ ਏ ਟੂਰਿਸਟ ਉੱਥੇ ਜਾ ਕੇ ਇੰਡੀਆ ਦੇ ਨਾਲ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਕਹਿ ਲਓ ਵੀ ਇੱਕ ਲੂਪ ਵਰਗਾ ਟ੍ਰਿਪ ਬਣੇ ਕਿ ਤੁਸੀਂ ਲਾਹੌਰ ਵੀ ਜਾਂਦੇ ਹੋ, ਅੰਮ੍ਰਿਤਸਰ ਵੀ ਜਾਂਦੇ ਹੋ, ਦਿੱਲੀ ਵੀ ਜਾਂਦੇ ਹੋ, ਇਸਲਾਮਾਬਾਦ ਜਾਂਦੇ ਹੋ, ਇਸ ਤਰ੍ਹਾਂ ਦਾ ਬਣੇ ਤਾਂ ਕਿ ਦੋਨੋਂ ਕੰਟਰੀਜ਼ ਜਿਹੜੇ ਹੈਗੇ ਆ ਉਹਨਾਂ ਦੀ ਆਪਾਂ ਇਕੱਠਿਆਂ ਹੀ ਇਕਨੋਮੀ ਜਿਹੜੀ ਹੈਗੀ ਟੂਰਿਜ਼ਮ ਇਕਨੋਮੀ ਨੂੰ ਇੱਕ ਨਵਾਂ ਇੱਕ ਸਿੱਖ ਟੂਰਿਸਟ ਸਰਕਲ ਜਿਹੜਾ ਹੈਗਾ ਉਹਦਾ ਇੱਕ ਸ਼ੇਪ ਦੇ ਸਕੀਏ। ਡਾਕਟਰ ਸਾਹਿਬ, ਨੈਚੁਰਲੀ ਬੜਾ ਇੰਟਰਸਟਿੰਗ ਤੁਸੀਂ ਜਿਹੜੀਆਂ ਆਪਣੀ ਟ੍ਰਿਪ ਦੀਆਂ ਫੋਟੋਜ਼ ਸ਼ੇਅਰ ਕੀਤੀਆਂ, ਤੇ ਜਦੋਂ ਤੁਸੀਂ ਨੈਰੇਟਿਵ ਖੁਦ ਬੋਲਦੇ ਹੋ ਤੇ ਤਸਵੀਰਾਂ ਬੋਲਣ ਲੱਗ ਪੈਂਦੀਆਂ, ਕਿਉਂਕਿ ਮੈਂ ਨੈਚੁਰਲੀ ਤੁਹਾਡੇ ਟ੍ਰਿਪ ਦੇ ਨਾਲ ਰਿਹਾ ਹਾਂ, ਲੇਕਿਨ ਤੁਸੀਂ ਜਿਵੇਂ ਹੁਣ ਇਸ ਦੀ ਕਮੈਂਟਰੀ ਕਰ ਰਹੇ ਹੋ ਤੇ ਇੱਕ ਇੰਟਰਸਟਿੰਗ ਪਰਸਪੈਕਟਿਵ ਬਿਹਾਈਂਡ ਦਾ ਸੀਨ ਕੀ ਚੱਲ ਰਿਹਾ ਉਹ ਵੀ ਜਿਹੜਾ ਤੁਹਾਡੇ ਨਾਲ ਬਾਹਰ ਆ ਰਿਹਾ। ਤੇ ਇਹਨਾਂ ਦੀ ਮੈਂ ਕਹਿੰਦਾ ਭਾਵੇਂ ਦੇਰ ਆਏ ਦਰੁਸਤ ਆਏ, ਹਜੇ ਵੀ ਸ਼ਾਇਦ ਮੌਕਾ ਹੈ। ਆਪਾਂ ਜਿਵੇਂ ਕਿ ਪੰਜਾਬ ਡਿਜੀਟਲ ਲਾਇਬ੍ਰੇਰੀ ਵਾਲੇ ਇੱਧਰ ਲੱਗੇ ਹੋਏ ਨੇ ਚੜ੍ਹਦੇ ਪੰਜਾਬ ਦੇ ਵਿੱਚ, ਮੇਰਾ ਖਿਆਲ ਇਹ ਡਿਜੀਟਾਈਜੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਸ਼ਾਇਦ ਅਸੀਂ ਟਾਈਮ ਦੇ ਨਾਲ ਇਹ ਸੰਭਾਲ ਲਈਏ, ਜੋ ਕਿ ਟਰੂਲੀ ਜੇ ਦੁਨੀਆ ਦੇ ਵਿੱਚ ਕਿਤੇ ਹੋਰ ਹੁੰਦਾ ਤਾਂ ਸ਼ਾਇਦ ਹੁਣ ਤੱਕ ਡਿਜੀਟਾਈਜ਼ ਹੋ ਗਿਆ ਹੁੰਦਾ। ਤੇ ਸਾਡੀ ਕੌਮ ਦੀ ਸਦਾ ਹੀ ਤਰਾਸਦੀ ਰਹੀ, ਆਪਾਂ ਜਾਣਦੇ ਹਾਂ, ਜਿਵੇਂ ਆਪਾਂ ਪਹਿਲੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ। ਸੋ ਇਸ ਨੂੰ ਸਮਰਾਈਜ਼ ਕਰਦੇ ਹਾਂ ਡਾਕਟਰ ਸਾਹਿਬ। ਮੈਨੂੰ ਪਤਾ ਤੁਹਾਡੇ ਕੰਟਰੀ ਦੇ ਵਿੱਚ ਸਮਾਂ ਜ਼ਿਆਦਾ ਹੋ ਗਿਆ, ਮੈਂ ਇੱਥੇ ਸਵਾਲ ਕਰ ਰਿਹਾ, ਮੈਨੂੰ ਪਤਾ ਤੁਹਾਡੇ એનર્ਜੀ ਲੈਵਲ 100% ਫੁੱਲ ਰਹਿੰਦੇ ਨੇ, ਜਦੋਂ ਮਰਜ਼ੀ ਕਰ ਲਓ। ਮੈਂ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਤੇ ਜਿਹੜਾ ਪ੍ਰੋਜੈਕਟ ਤੁਸੀਂ ਫੜਿਆ, ਮੇਰੇ ਖਿਆਲ ਗੁਰੂ ਸਾਹਿਬ ਜਿਹੜੇ ਆ ਉਸ ਦੇ ਵਿੱਚ ਸਹਾਈ ਨੇ, ਤੇ ਬਹੁਤ ਚੰਗਾ ਲੱਗਦਾ ਕਿ ਤੁਹਾਡੇ ਵਰਗੇ ਜਿਹੜੇ ਸੂਝਵਾਨ, ਭਾਵੇਂ ਤੁਸੀਂ ਪ੍ਰੋਫੈਸ਼ਨ ਦੇ ਪੱਖੋਂ, ਮੈਂ ਤੁਹਾਡਾ ਇੰਟਰੋਡਕਸ਼ਨ ਹੀ ਸੀਗਾ ਡੈਂਟਿਸਟ, ਉਹਦੇ ਕਹਿਣ ਵਾਂਗ ਸਾਰੇ ਜਾਣਦੇ ਨੇ ਕਿ ਤੁਹਾਡੇ ਇਲਾਕੇ ਦੇ ਵਿੱਚ ਕਿ ਤੁਹਾਡਾ ਜ਼ਿਆਦਾ ਜਿਹੜਾ ਝੁਕਾਵ ਇੱਧਰ ਨੂੰ ਰਹਿੰਦਾ ਨੈਚੁਰਲੀ ਇਸ ਸਾਰੇ ਹੁਣ ਪ੍ਰੋਜੈਕਟਸ ਨੂੰ ਲੈਂਦੇ ਆ। ਫਿਊਚਰ ਦੀ ਕੀ ਪਲਾਨ? ਮੈਨੂੰ ਤਾਂ ਇੱਕ ਗੱਲ ਯਾਦ ਆ ਗਈ, ਇੱਕ ਵਾਰੀ ਮੈਂ ਏਦਾਂ ਹੀ ਮੈਨੂੰ ਲਾਈਵ ਟਾਕ ਸ਼ੋ ਕਰਨ ਦੀ ਆਦਤ ਚੰਗਾ ਲੱਗਦਾ ਪਾਕਿਸਤਾਨ ਬਾਰੇ, ਏਦਾਂ ਕਿਸੇ ਨੇ ਕਿਹਾ ਤੇ ਟਾਈਮਿੰਗ ਕੁਛ ਇਹੋ ਜਿਹੀ ਹੋਈ, ਮੈਂ ਆਫਿਸ 'ਚ ਆਪਣੇ ਇੱਕ ਪੇਸ਼ੈਂਟ ਨੂੰ ਸੁਣ ਕੀਤਾ, ਥੋੜੀ ਦੇਰ ਬ੍ਰੇਕ ਲੈ ਕੇ ਮੈਂ ਚੱਕਿਆ ਚਲੋ 10 ਮਿੰਟ ਟਾਕ ਸ਼ੋ ਕਰ ਲੈਣਾ। ਮੈਂ ਟਾਕ ਸ਼ੋ ਕਰਨ ਲੱਗ ਪਿਆ ਤੇ ਉਹ ਪੇਸ਼ੈਂਟ ਨੇ ਇੱਥੇ ਮੈਨੂੰ ਏਦਾਂ ਕਮੈਂਟਸ 'ਚ ਲਿਖਿਆ, ਮੈਂ 3 ਨੰਬਰ ਰੂਮ 'ਚ, ਕਹਿੰਦਾ ਬੈਠਾ ਆ ਜਾਓ ਹੁਣ। ਸੋ ਉਹਨੂੰ ਦੋਸਤ ਹੀ ਸੀ ਮੇਰਾ, ਪਰ ਉਹਨੇ ਵੀ ਮਤਲਬ ਉੱਥੇ ਕਹਿਣ ਦੀ ਬਜਾਏ ਉਹਨੇ ਜਿੱਦਾਂ ਹੁਣ ਕਮੈਂਟਸ ਆ ਰਹੇ ਆਪਣੇ ਪੜ੍ਹਨ ਵਾਲਿਆਂ ਦੇ, ਉਹਨੇ ਇੱਥੇ ਕਿਹਾ, ਕਹਿੰਦਾ ਬਾਬਾ ਜੀ ਮੈਂ ਸੋਨਿਆ ਬੈਠਾ, ਆ ਜਾਓ ਦਾੜ ਕੱਢ ਦੋ ਹੁਣ ਮੇਰੀ। ਸੋ ਐਨੀਵੇਜ਼ ਵੀਰ, ਜਦੋਂ ਕਹਿ ਲਓ ਵੀ ਇਹ ਤੁਹਾਡੀ ਰੂਹ ਦੀ ਖੁਰਾਕ ਬਣ ਜਾਂਦੇ ਆ ਕਈ ਵਾਰੀ ਕੁਝ ਕੰਮ ਜਿਹੜੇ ਹੈਗੇ, ਪਰ ਮੈਨੂੰ ਚੰਗਾ ਲੱਗਦਾ, ਮੈਨੂੰ ਮਾਣ ਹੈ ਆਪਣੇ ਸਾਰੇ ਦੋਸਤ ਭੈਣ ਭਰਾ ਜਿੰਨੇ ਵੀ ਜਿੱਥੇ ਵੀ ਲੋਕੀ ਜਿਹਨੂੰ ਇਹ ਕਿਤਾਬ ਨੂੰ ਜਿੰਨਾ ਪਿਆਰ ਦਿੱਤਾ ਹੈ, ਕਿਉਂਕਿ ਸਾਡਾ ਜਿਹੜਾ ਉੱਥੋਂ ਹੋਰ ਕੋਈ ਆਪਾਂ ਕੋਈ ਇਹੋ ਜਿਹਾ ਨਹੀਂ ਕਰਦੇ। ਸਾਡਾ ਓਨਲੀ ਸੋਰਸ ਜਿਹਨਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬੜੀਆਂ ਐਕਸਪੈਂਸਿਵ ਨੇ, ਇਜ਼ ਦਿਸ ਬੁੱਕ। ਸੋ ਜੇ ਕੋਈ ਵੀ ਭੈਣ ਭਰਾ ਇਹਦੇ ਵਿੱਚ ਪ੍ਰੋਜੈਕਟ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ, ਆਲ ਦੈਟ ਵੀ ਰਿਕੁਐਸਟ ਇਜ਼ ਤੁਸੀਂ ਐਮਾਜ਼ੋਨ ਤੇ ਜਾ ਕੇ, ਨਿਊਜ਼ੀਲੈਂਡ ਦੇ ਵਿੱਚ ਵੀ ਇਹ ਜਿਹੜੀ ਕਿਤਾਬ ਹੈਗੀ ਆ, ਨਿਊਜ਼ੀਲੈਂਡ 'ਚ ਤੁਹਾਡੇ ਕੋਲ ਹੀ ਪਈ ਹੈ ਵੀਰ ਜੀ, ਤੁਹਾਡੇ ਕੋਲ ਪਈ ਹੈ ਕਿਤਾਬ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਇਹ ਕਿਤਾਬ ਦੇ ਵਿੱਚ ਨਕਸ਼ੇ ਬਣੇ ਹੋਏ ਆ, ਕੱਲੀ ਜਿਹੜੀ ਜਗ੍ਹਾ ਦੀ ਹਿਸਟਰੀ ਲਿਖੀ ਹੋਈ ਹੈ। ਜਦੋਂ ਤੁਸੀਂ ਕਿਤਾਬ ਨੂੰ ਪੜ੍ਹੋ, ਉਸ ਸ਼ਹਿਰ ਦੇ ਵਿੱਚ ਜਿੱਥੇ ਤੁਹਾਨੂੰ ਲੱਗੇ ਵੀ ਆਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ, ਸਕੂਲ ਹੈਗਾ, ਇੰਟਰਨੈਟ ਤੇ ਅੱਜ ਕੱਲ੍ਹ ਬੜਾ ਸੌਖਾ, ਫੇਸਬੁੱਕ ਤੇ ਜਾ ਕੇ ਉੱਥੇ ਦੇ ਪ੍ਰਿੰਸੀਪਲ ਨੂੰ ਇੱਕ ਮੈਸੇਜ ਥੈਂਕ ਯੂ ਦਾ ਭੇਜ ਦਿਓ ਕਿ ਅਸੀਂ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੀਆਂ ਸਲੈਬਸ, ਸਾਡਾ ਗੁਰੂ ਖੰਡਾ, ਸਤਨਾਮ ਵਾਹਿਗੁਰੂ, ਜਿਹੜੀ ਚੀਜ਼ਾਂ ਤੁਸੀਂ ਸੰਭਾਲ ਕੇ ਰੱਖੀਆਂ ਹੋਈਆਂ ਅਸੀਂ ਦੇਖੀਆਂ ਤੇ ਸਾਨੂੰ ਬਹੁਤ ਚੰਗਾ ਲੱਗਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਯਕੀਨ ਜਾਣੋ, ਬਿਨਾਂ ਤੁਸੀਂ ਕੋਈ ਫੰਡਿੰਗ ਕਰਨ ਤੋਂ, ਬਿਨਾਂ ਕੋਈ ਪੈਸੇ ਇਕੱਠੇ ਕਰਨ ਤੋਂ, ਉਹਦੀ ਲਾਈਫ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਤੁਸੀਂ 5-10 ਸਾਲ ਹੋਰ ਵਧਾ ਦਿੰਦੇ ਹੋ, ਕਿਉਂਕਿ ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ, ਬਜਾਏ ਇਹਦੇ ਕਿ ਜਿਹੜੀ ਚੀਜ਼ਾਂ ਖਰਾਬ ਹੋ ਗਈਆਂ ਉਹਨਾਂ ਦੇ ਬਾਰੇ ਗੁੱਸਾ ਕਰੀ ਜਾਓ, ਫਿੰਗਰ ਪੁਆਇੰਟਿੰਗ ਕਰੀ ਜਾਓ, ਉਹਨਾਂ ਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਜਿਹੜੀਆਂ ਬਿਲਡਿੰਗਸ ਕੁਝ ਸਹੀ ਹਾਲਤ 'ਚ ਹੈਗੀਆਂ ਨੇ, ਜਿਹੜੀਆਂ ਤੁਹਾਨੂੰ ਇਸ ਕਿਤਾਬ ਦੇ ਵਿੱਚ ਮੈਂ ਬਹੁਤ ਡੀਪ ਜਾ ਕੇ, ਰਿਮੋਟਲੀ ਜਾ ਕੇ ਦਿੱਤੀਆਂ ਨੇ ਸਾਹਮਣੇ, ਔਰ ਬੜੀਆਂ ਇਤਿਹਾਸਿਕ ਜਗ੍ਹਾ ਨੇ, ਗੁਰੂ ਸਾਹਿਬ ਦੇ ਕਹਿ ਲਓ ਵੀ ਚਰਨ ਸਪਰਸ਼ ਵਾਲੀਆਂ ਜਗ੍ਹਾ ਹੈਗੀਆਂ, ਜਿੱਥੇ ਆਪਣੀ ਹਿਸਟਰੀ ਆਪਾਂ ਇਹਨਾਂ ਬਾਰੇ ਅਕਸਰ ਪੜ੍ਹਦੇ ਹਾਂ। ਉੱਥੇ ਜਿਹੜੇ ਇਸ ਵੇਲੇ ਲੋਕ ਵਸਿੰਦੇ ਨੇ, ਜਿਹੜੇ ਉੱਥੇ ਰਹਿੰਦੇ ਨੇ, ਭਾਵੇਂ ਉਹ ਸਕੂਲ ਨੇ, ਕਾਲਜ ਨੇ, ਜਾਂ ਕੋਈ ਹੋਰ ਤਰ੍ਹਾਂ ਇੰਸਟੀਚਿਊਟ ਨੂੰ ਵਰਤ ਰਹੇ ਆ,
ਸੋਸ਼ਲ ਮੀਡੀਆ ਦੇ ਰਾਹੀਂ ਜਦੋਂ ਤੁਸੀਂ ਉਹਨਾਂ ਤੱਕ ਪਹੁੰਚ ਕੇ ਉਹਨਾਂ ਨੂੰ ਇੱਕ ਥੈਂਕ ਯੂ ਦਾ ਨੋਟ ਲਿਖਦੇ ਹੋ, ਭਾਵੇਂ ਤੁਸੀਂ ਕਹੋ ਵੀ ਨਾ, ਤੁਸੀਂ ਸਾਲ ਬਾਅਦ ਨੋਟ ਕਰਿਓ ਉਹਨਾਂ ਨੇ ਆਪੇ ਕਲੀ ਰੰਗ ਰੋਗਨ ਜਿਹੜਾ ਹੈਗਾ ਕਰਵਾ ਲੈਣਾ। ਲੋਕਾਂ ਨੂੰ ਉੱਥੇ ਤਾਂ ਬਹੁਤ ਨਾਈਸ ਨੇ, ਰੰਧਾਵਾ ਸਾਹਿਬ ਤੁਸੀਂ ਤਾਂ ਖੁਦ ਜਾ ਕੇ ਆਏ ਹੋ, ਮਤਲਬ ਪਰ ਉਹ ਵੀ ਇਹ ਚਾਹੁੰਦੇ ਆ ਵੀ ਉਹਨਾਂ ਨੂੰ ਆਪਾਂ ਹਿਸਟਰੀ ਜਿਹੜੀ ਹੈ ਇਸ ਹਿਸਾਬ ਨਾਲ ਦਸੀਏ, ਏਦਾਂ ਹੀ ਨਾ ਹੋਈ ਜਾਏ ਵੀ ਆਪਾਂ ਹਮੇਸ਼ਾ ਉਹਨਾਂ ਤੋਂ ਫਿੰਗਰ ਪੁਆਇੰਟਿੰਗ ਕਰੀ ਜਾਈਏ ਵੀ ਤੁਸੀਂ ਖਰਾਬ ਕਰਤਾ ਢਾਤਾ, ਉਹਨਾਂ ਨਾਲ ਨਹੀਂ ਗੱਲ ਬਣਨੀ। ਮਤਲਬ ਫਿਰ ਆਪਾਂ ਨੂੰ ਪਿਆਰ ਨਾਲ ਇਹ ਜਿਹੜੇ ਕੰਮ ਆ ਉਹ ਕਰਨੇ ਪੈਣੇ ਆ, ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੇਰਾ ਖਿਆਲ ਹੈ ਵੀ ਹੋ ਰਹੇ ਆ। ਮੈਨੂੰ ਬਹੁਤ ਤਸੱਲੀ ਹੈ ਕਿ ਜਿੰਨਾ ਕੁ ਮੈਂ ਸੋਚਦਾ ਉਸ ਤੋਂ ਵੱਧ ਹੀ ਬਾਬਾ ਨਾਨਕ ਦੀ ਹੈਲਪ ਨਾਲ ਜਿਹੜਾ ਹੈਗਾ ਰਿਸਪੌਂਸ ਮਿਲ ਰਿਹਾ ਹੈ ਪਾਕਿਸਤਾਨ ਦੇ ਵਿੱਚੋਂ, ਔਰ ਇੰਡੀਆ ਦੇ ਵਿੱਚ ਵੀ ਬਹੁਤ ਸਕਾਲਰਸ ਨੇ ਜਿਹੜੇ ਚਾਹੁੰਦੇ ਆ ਕਿ ਉਹਦੇ ਉੱਤੇ ਫਰਦਰ ਜਿਹੜਾ ਹੈਗਾ ਕੁਝ ਕੰਮ ਕਰਨ। ਤੇ ਮੇਰਾ ਖਿਆਲ ਹੈ ਵੀ ਜਦੋਂ ਕੋਈ ਪੋਲੀਟੀਕਲ ਹਵਾ ਚੰਗੀ ਵਗੇਗੀ, ਦੋਨੋਂ ਕੰਟਰੀਜ਼ ਦੇ ਬਾਰਡਰ ਖੋਲਣਗੇ ਤੇ ਕੋਈ ਵੱਡੀ ਗੱਲ ਨਹੀਂ ਆ। ਅੰਮ੍ਰਿਤਸਰ ਤੋਂ ਬੱਚੇ 5 ਰੋਜ਼ ਸਵੇਰ ਨੂੰ ਜਾ ਕੇ ਲਾਹੌਰ ਪੜ੍ਹ ਕੇ ਇਹਨਾਂ ਲਾਇਬ੍ਰੇਰੀਆਂ ਇਹਨਾਂ ਦੇ ਉੱਤੇ ਸਟੱਡੀ ਕਰਕੇ ਸ਼ਾਮ ਨੂੰ ਵੀ ਵਾਪਸ ਆ ਸਕਦੇ। 5 ਇਸ ਕਰਕੇ ਕਿ ਸਟੂਡੈਂਟ ਐਕਸਚੇਂਜ, 5 ਬੱਚੇ ਉਧਰੋਂ ਆਉਣ 5 ਬੱਚੇ ਉਧਰੋਂ ਆਉਣ, ਕੋਈ ਇਦਾਂ ਐਨੂਅਲ ਪ੍ਰੋਗਰਾਮ ਬਣਾਇਆ ਜਾ ਸਕਦਾ। ਜਿਹੜਾ ਫਾਰਸੀ ਦਾ ਉਰਦੂ ਦਾ ਸਮਾਨ ਆਪਣੇ ਖਾਲਸਾ ਕਾਲਜ ਅੰਮ੍ਰਿਤਸਰ ਕਿੰਨਾ ਪਿਆ, ਅਲਮਾਰੀਆਂ ਭਰੀਆਂ ਪਈਆਂ ਨੇ, ਉਹ ਉਹਨਾਂ ਦੇ ਕੰਮ ਦੀਆਂ ਨੇ। ਜਿਹੜਾ ਉਧਰ ਗੁਰਮੁਖੀ ਚ ਸਮਾਨ ਪਿਆ ਉਹ ਇੱਧਰ ਲਿਆਂ ਦੇ ਕੰਮ ਦਾ ਹੈ। ਸੋ ਇਦਾਂ ਕੁਝ ਨੰਬਰ ਆਫ ਸਟੂਡੈਂਟਸ ਦੋਨੋਂ ਕੰਟਰੀਜ਼ ਵੱਲੋਂ ਐਕਸਚੇਂਜ ਜਿਹੜੇ ਹੈਗੇ ਆ ਉਹ ਕੀਤੇ ਜਾ ਸਕਦੇ ਸਾਲਾਨਾ ਬੇਸਿਸ ਤੇ ਬੜੇ ਆਰਾਮ ਦੇ ਨਾਲ। ਡਾਕਟਰ ਸਾਹਿਬ ਤੁਸੀਂ ਬਿਲਕੁਲ ਮੇਰੇ ਫਾਦਰ ਸਾਹਿਬ ਵਾਂਗੂ ਬੋਲਣ ਲੱਗ ਪਏ, ਕਿਉਂਕਿ ਉਹਨਾਂ ਦੇ ਇਹ ਬੋਲ ਹੁੰਦੇ ਨੇ ਨੈਚੁਰਲੀ ਕਿ ਸਵੇਰੇ ਆ ਕੇ ਸ਼ਾਮ ਅਸੀਂ ਬਹੁਤ ਕੁਛ ਦੋਵਾਂ ਸ਼ਹਿਰਾਂ ਦੇ ਵਿਚਕਾਰ, ਕਿਉਂਕਿ ਡਿਸਟੈਂਸ ਬਹੁਤ ਘੱਟ ਹੈ, ਤੇ ਅਸੀਂ ਜਿਹੜਾ ਇਹ ਵੰਡ ਸਕਦੇ ਹਾਂ ਤੇ ਵੰਡ ਕੇ ਇਕੱਠਿਆਂ ਦੁਬਾਰਾ ਇੱਕ ਦੂਜੇ ਦੇ ਨਾਲ ਸਾਂਝ ਪਾ ਸਕਦੇ ਹਾਂ। ਬੜਾ ਚੰਗਾ ਲੱਗਿਆ ਤੁਹਾਡੇ ਨਾਲ ਇੱਕ ਵਾਰੀ ਫੇਰ ਦੁਬਾਰਾ ਗੱਲ ਕਰਕੇ। ਯਾਦ ਰਹੇ ਕਿ ਕਿਤਾਬ ਜਿਹੜੀ ਡਾਕਟਰ ਸਾਹਿਬ ਨੇ ਮੈਂਸ਼ਨ ਕੀਤੀ ਹੈ ਸਾਡੇ ਕੋਲ ਇੱਥੇ ਨਿਊਜ਼ੀਲੈਂਡ ਦੇ ਵਿੱਚ ਉਪਲਬਧ ਹੈ। ਸੋ ਤੁਸੀਂ ਕਦੀ ਵੀ ਸਾਨੂੰ ਇੱਥੇ ਰੇਡੀਓ ਸਪਾਈਸ ਦੇ ਸਟੂਡੀਓ ਉੱਤੇ ਕਾਲ ਕਰ ਸਕਦੇ ਹੋ। ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਿਹੜੀ ਹੈ ਤੁਸੀਂ ਖਰੀਦ ਸਕਦੇ ਹੋ, ਗਿਫਟ ਕਰ ਸਕਦੇ ਹੋ। ਮੈਂ ਸੋਚਦਾ ਕਿ ਸਭ ਤੋਂ ਵਧੀਆ ਗਿਫਟ ਹੈ ਆਪਣੇ ਪਰਿਵਾਰਾਂ ਦੇ ਵਿੱਚ, ਕਿਉਂਕਿ ਇੱਥੇ ਦੇ ਜਿਹੜੇ ਬੱਚੇ ਨੇ ਤੁਹਾਡੇ ਤੋਂ ਵੱਧ ਇਸ ਦੇ ਵਿੱਚ ਰੁਚੀ ਰੱਖਣਗੇ। ਮੈਂ ਖੁਦ ਮਹਿਸੂਸ ਕੀਤਾ ਜਦੋਂ ਮੈਂ ਪਰਿਵਾਰਾਂ ਦੇ ਵਿੱਚ ਵਿਚਰਦਿਆਂ ਇਸ ਕਿਤਾਬ ਨੂੰ ਨਾਲ ਲੈ ਕੇ ਗਿਆ, ਬੈਠਕਾਂ ਦੇ ਵਿੱਚ ਲੈ ਕੇ ਗਿਆ, ਤੇ ਉੱਥੇ ਜਦੋਂ ਵੀ ਇਸ ਕਿਤਾਬ ਦੇ ਪੰਨੇ ਖੁੱਲੇ ਨੇ ਤੇ ਵੱਧ ਸਵਾਲ ਮੇਰੇ ਆਪ ਦੇ ਖੁਦ ਦੇ ਇੰਟਰਸਟ ਵਧਾਉਂਦੇ ਹੋਏ ਬੱਚਿਆਂ ਨੇ ਪੁੱਛੇ ਨੇ, ਜਿਹੜੇ ਇੱਥੇ ਦੇ ਇਸ ਸਿਸਟਮ ਦੇ ਹਿਸਾਬ ਦੇ ਨਾਲ। ਇਸੇ ਤਰ੍ਹਾਂ ਹੋਰ ਵੀ ਕਿਤਾਬਾਂ ਦੇ ਉੱਤੇ ਨੈਚੁਰਲੀ ਡਿਸਕਸ਼ਨਸ ਉਹਨਾਂ ਦੇ ਕਲਾਸਰੂਮਸ ਹੁੰਦੀਆਂ, ਇਹ ਤੋਂ ਵਾਂਝਿਆ ਨਾ ਰਹਿ ਜਾਣ ਸਾਡੇ ਬੱਚੇ, ਕਿਉਂਕਿ ਇਸ ਹੈਰੀਟੇਜ ਦੇ ਨਾਲ ਜੋ ਸੀ ਤੇ ਸਿਖਰਾਂ ਤੱਕ ਗਿਆ ਉਸ ਦਾ ਅਨੁਮਾਨ ਅਸੀਂ ਨਹੀਂ ਲਾ ਸਕਦੇ, ਸਿਰਫ ਇੱਕ ਕਿਤਾਬਾਂ ਹੀ ਸਹਿਯੋਗੀ ਹੋ ਸਕਦੀਆਂ। ਡਾਕਟਰ ਸਾਹਿਬ ਤੁਸੀਂ ਅਖੀਰ ਦੇ ਵਿੱਚ ਕੋਈ ਮੈਸੇਜ ਸਾਡੇ ਜਿਹੜੇ ਵਿਊਜ਼ ਨੇ ਜੀ, ਲਿਸਨਰਸ ਉਹਨਾਂ ਤੱਕ? ਜੀ ਇੱਕੋ ਮੈਸੇਜ ਤਾਂ ਸਾਰੀ ਦੁਨੀਆ ਨੂੰ ਅੱਜ ਕੱਲ੍ਹ ਮਤਲਬ ਕੋਵਿਡ ਦਾ ਹੀ ਹੈ। ਅਸੀਂ ਉੱਥੇ ਵੀ ਜਾ ਕੇ ਦੇਖ ਕੇ ਆਏ, ਡਿਊ ਟੂ ਸਮ ਰੀਜ਼ਨ ਜਿਹੜਾ ਇੰਡੀਆ ਪਾਕਿਸਤਾਨ ਹੈਗਾ ਉੱਥੇ ਲੋਕਾਂ ਦੀ ਇਮਿਊਨਿਟੀ ਜਾਂ ਕੁਛ ਨਾ ਕੁਛ ਉੱਥੇ ਰੱਬ ਵੱਲੋਂ ਨਿਮਤ ਹੈਗੀ ਆ। ਪਰ ਜਿਹੜੇ ਆਪਣੇ ਸਾਰੇ ਬਾਹਰਲੇ ਮੁਲਕ ਹੈਗੇ ਆ ਇਨਕਲੂਡਿੰਗ ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ, ਸਾਰੇ ਆਪਣਾ ਬਹੁਤ ਖਿਆਲ ਰੱਖੋ। ਭਾਵੇਂ ਵੈਕਸੀਨ ਵੀ ਸਾਡੇ ਲੱਗ ਗਏ ਆ, ਹਮੇਸ਼ਾ ਅਸੀਂ ਮਾਸਕ ਪਾ ਕੇ ਰੱਖੀ ਦੇ ਆ, ਮਤਲਬ ਕੰਮ ਤੇ ਪੂਰਾ ਇੱਥੇ ਜਿਹੜਾ ਹੈਗਾ ਆਪਣਾ ਧਿਆਨ ਰੱਖੋ। ਇਟ ਇਜ਼ ਸਮਥਿੰਗ ਵੈਰੀ ਡੇਂਜਰਸ ਗੋਇੰਗ ਔਨ। ਔਰ ਦੂਜੀ ਚੀਜ਼ ਇਹ ਆ ਵੀ ਜਿਹੜੀ ਮੈਂ ਇਹਨਾਂ ਚੀਜ਼ਾਂ ਨੂੰ ਇਹ ਸਮਝਦਾ ਕਿ ਇਹ ਜ਼ਰੀਆ ਨੇ। ਹੁਣ ਜਿਹੜੇ ਪਾਕਿਸਤਾਨ ਦੇ ਵਿੱਚ ਆਪਣੇ ਗੁਰਧਾਮ ਰਹਿ ਗਏ ਨੇ, ਇੱਕ ਜ਼ਰੀਆ ਨੇ ਆਉਣ ਵਾਲੀਆਂ ਨਸਲਾਂ ਨੂੰ ਜੋੜਨ ਦੇ ਲਈ, ਆਉਣ ਵਾਲੇ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਦੇ ਲਈ। ਇਹਨਾਂ ਨੂੰ ਸਿਰਫ ਏਦਾਂ ਹੀ ਨਾ ਸਮਝੋ ਕਿ ਆਪਣੀ ਮੱਥਾ ਟੇਕਣ ਵਾਲੀ ਪਿਲਗ੍ਰਿਮੇਜ ਇੱਕ ਬਹੁਤ ਵੱਡੀ ਗੱਲ ਹੈ, ਪਰ ਉਹਦੇ ਨਾਲ ਨਾਲ ਇਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ। ਹਾਲੇ ਵੀ ਇਹ ਜਿਹੜੀਆਂ ਜਗ੍ਹਾ ਹੈਗੀਆਂ ਇਹ ਆਪਣਾ ਰੋਲ ਬਹੁਤ ਬਖੂਬੀ ਨਿਭਾ ਰਹੀਆਂ। ਜਿਵੇਂ ਆਪਾਂ ਕਰਤਾਰਪੁਰ ਸਾਹਿਬ ਲਾਂਘੇ ਤੋਂ ਦੇਖ ਲਿਆ, ਮਤਲਬ ਜੇ ਕਦੀ ਜਾ ਕੇ ਇੰਡੀਆ ਪਾਕਿਸਤਾਨ ਦੀ ਦੋਸਤੀ ਹੁੰਦੀ ਹੈ ਤੇ ਉਹਦੇ ਵਿੱਚ ਬਹੁਤ ਵੱਡਾ ਰੋਲ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਿਹੜਾ ਹੈਗਾ ਉਹ ਜਾਊਗਾ। ਸੋ ਦੇਖੋ ਗੁਰੂ ਮਹਾਰਾਜ ਦੀਆਂ ਚੀਜ਼ਾਂ ਬਣਾਈਆਂ ਹੋਈਆਂ 5 ਸਦੀ ਪਹਿਲਾਂ ਦੀਆਂ ਉਹ ਜਗ੍ਹਾ ਜਿਹੜੀਆਂ ਹੈਗੀਆਂ ਉਹ ਅੱਜ ਵੀ ਕਿੰਨਾ ਅਮਨ ਤੇ ਸ਼ਾਂਤੀ ਦਾ ਸੰਦੇਸ਼ ਦੇ ਰਹੀਆਂ। ਪਰ ਜੇ ਉਹਨੂੰ ਆਪਾਂ ਹੀ ਨਹੀਂ ਅੱਗੇ ਲੈ ਕੇ ਜਾਵਾਂਗੇ, ਆਪਾਂ ਹੀ ਨਹੀਂ ਕੁਝ ਕਰਾਂਗੇ, ਆਪਾਂ ਹੀ ਬਸ ਇੱਥੇ ਬੈਠ ਕੇ ਫੇਸਬੁੱਕ ਤੇ ਪੋਸਟ ਦੇਖ ਲਈ, ਸਤਨਾਮ ਵਾਹਿਗੁਰੂ ਕਰ ਲਿਆ, ਉੱਥੇ ਲਿਖ ਦਿੱਤਾ, ਪਰ ਅੱਗੇ ਕੋਈ ਰਿਸਰਚਰ ਦੀ ਜਾਂ ਕਿਸੇ ਦੇ ਨਾਲ ਆਪਾਂ ਥੋੜਾ ਮੋਢੇ ਨਾਲ ਮੋਢਾ ਇਦਾਂ ਜੋੜ ਕੇ ਚੱਲੀਏ, ਆਪਾਂ ਸਭ ਦੀ ਯੂਨਿਟੀ ਜਿਹੜੀ ਹੈਗੀ ਆ ਉਹਨੂੰ ਟੁਵਰਡਸ ਐਕੈਡੈਮਿਕ ਲੈ ਕੇ ਜਾਈਏ, ਥੋੜਾ ਜਿਹਾ ਉਹਨੂੰ ਰਿਸਰਚ ਵੱਲੋਂ ਲੈ ਕੇ ਜਾਈਏ, ਆਪਾਂ ਬਹੁਤ ਕੁਝ ਜਿਹੜਾ ਹੈਗਾ ਇਕੱਠੇ ਹੋ ਕੇ ਅਚੀਵ ਕਰ ਸਕਦੇ ਹਾਂ ਇੱਕ ਦੂਜੇ ਦੀ ਮਦਦ ਦੇ ਨਾਲ। ਮੇਰਾ ਤਾਂ ਇਹੀ ਹੈ ਕਿ ਆਪਾਂ ਸਾਰੇ ਆਪਣੇ ਆਪ ਨੂੰ ਸਟੱਡੀ, ਪੜ੍ਹਾਈ ਲਿਖਾਈ ਇਹਨਾਂ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਥੋੜਾ ਜਿਹਾ ਇਨਵੋਲਵਮੈਂਟ। ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਫॉर योर टाइम। ਥੈਂਕ ਯੂ ਵੀਰ ਜੀ। ਲੇਟ ਤੱਕ ਜਾਗਣ ਲਈ ਅਸੀਂ ਮਾਫੀ ਚਾਹੁੰਦੇ ਹਾਂ, ਤੁਹਾਨੂੰ ਜਗਾਇਆ, ਲੇਕਿਨ ਨਹੀਂ ਕੋਈ ਗੱਲ ਨਹੀਂ।
ਬਹੁਤ ਚੰਗਾ ਲੱਗਾ, ਪਤਾ ਨਹੀਂ ਲੱਗਾ ਸਮਾਂ ਕਿੱਥੇ ਘੰਟਾ ਗੁਜ਼ਰ ਗਿਆ, ਤੇ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਨੈਚੁਰਲੀ ਇਸੇ ਤਰ੍ਹਾਂ ਸਾਂਝ ਪਾਉਂਦੇ ਰਵਾਂਗੇ। ਉਸ ਦਿਨ ਦੀ ਉਮੀਦ ਕਰਾਂਗੇ ਜਿਸ ਦਿਨ ਨਿਊਜ਼ੀਲੈਂਡ ਦੀ ਧਰਤੀ ਤੇ ਤੁਹਾਡੇ ਨਾਲ ਇੱਥੇ ਆਪਾਂ ਇਹ ਸੈਮੀਨਾਰਸ ਇਨ ਡੈਪਥ ਜੋ ਤੁਸੀਂ ਲੈ ਕੇ ਆਏ ਹੋ ਉਹ ਸ਼ੇਅਰ ਕਰਦੇ ਹੋਵਾਂਗੇ, ਕਿਉਂਕਿ ਸਾਡੀ ਰੇਡੀਓ ਸਪਾਈਸ ਦੀ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਦੀ ਨੈਚੁਰਲੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਵਰਗੇ ਜਿਹੜੇ ਨਾਲੇ ਨੌਨ ਸਟਾਪ ਫਲਾਈਟ ਹੈ ਜੀ ਤੁਹਾਡੇ ਕੈਲੀਫੋਰਨੀਆ ਤੋਂ ਜੀ ਬਿਲਕੁਲ ਇੱਧਰ ਨੂੰ ਲੈਣਾ। ਥੈਂਕ ਯੂ ਫॉर योर टाइम। ਤੇ ਇੱਥੇ ਹੀ ਸਮਾਪਤ ਕਰਦੇ ਹਾਂ ਇੰਟਰਵਿਊ ਵਿਦ ਡਾਕਟਰ ਦਲਵੀਰ ਸਿੰਘ ਪੰਨੂ, ਤੇ ਸਾਡੇ ਨਾਲ ਕੈਲੀਫੋਰਨੀਆ ਤੋਂ ਜੁੜੇ ਹੋਏ ਸੀ। ਇਸ ਇੰਟਰਵਿਊ ਨੂੰ ਜੇ ਤੁਸੀਂ ਹਾਫਵੇ ਜੁਆਇਨ ਕੀਤਾ ਦੁਬਾਰਾ ਇਨ ਟੱਚ ਹੋ ਸਕਦੇ ਹੋ। ਅਸੀਂ ਕਿਤਾਬ ਦਾ ਰੈਫਰੈਂਸ ਵੀ ਇਸ ਇੰਟਰਵਿਊ ਦੇ ਥੱਲੇ ਪਾ ਦੇਣਾ। ਜੇ ਤੁਸੀਂ ਇੰਟਰਵਿਊ ਸੁਣ ਕੇ ਕਿਤਾਬ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਫੋਨ ਨੰਬਰ ਤੇ ਲਿੰਕ ਹੋਏਗਾ ਉੱਥੇ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਜੀ, ਸ਼ੁਕਰੀਆ, ਧੰਨਵਾਦ। ਸੋ ਇੱਥੇ ਹੀ ਰੇਡੀਓ ਸਪਾਈਸ ਦੀ ਇਹ ਜਿਹੜੀ ਬ੍ਰੌਡਕਾਸਟ ਹੈ ਇਸ ਨੂੰ